अनुराधा बेनीवाल ਦੀ ਲਿਖੀ ਤੇ ਕੁਮਾਰ ਸੁਸ਼ੀਲ ਦੀ ਸੰਪਾਦਿਤ ਕੀਤੀ ਪੁਸਤਕ ਹੈ ਆਜ਼ਾਦੀ ਮੇਰਾ ਬ੍ਰਾਂਡ। 10ਵਾਂ ਭਾਗ। ਇੰਸਬਰੁਕ। ਪਤਾ ਨਹੀਂ ਕਿਉਂ ਇੰਸਬਰੁਕ ਜਾ ਰਹੀ ਸੀ, ਪਤਾ ਨਹੀਂ ਕਿਉਂ ਤੇ ਪਤਾ ਨਹੀਂ ਕਿਵੇਂ। ਪ੍ਰਾਗ ਦੇ ਉਹਨਾਂ ਤਮੀਜ਼ਦਾਰ ਸ਼ਰਾਬੀਆਂ ਦੁਆਰਾ ਦਿੱਤੀ ਸਲਾਹ ਤੋਂ ਹੀ ਤਾਂ ਜਾ ਰਹੀ ਸੀ। ਜਿਹਨੂੰ ਵੀ ਦੱਸਿਆ ਉਹ ਹੈਰਾਨ ਹੋਇਆ। ਇੰਸਬਰੁਕ ਕਿਉਂ? ਵਿਆਨਾ ਕਿਉਂ ਨਹੀਂ? ਮੈਂ ਵੀ ਮਨ ਹੀ ਮਨ 'ਚ ਕਈ ਵਾਰੀ ਪਰੇਸ਼ਾਨ ਹੋਈ ਕਿ ਇੰਸਬਰੁਕ ਕਿਉਂ। ਖੈਰ ਹੁਣ ਤਾਂ ਮੈਂ ਰਾਹ 'ਚ ਸੀ, ਪਰ ਇੰਨਾ ਸੌਖਾ ਨਹੀਂ ਇੰਸਬਰੁਕ ਪਹੁੰਚਣਾ। ਲਿਫਟ ਤਾਂ ਸਿਰਫ ਮਿਊਨਿਕ ਤੱਕ ਮਿਲੀ ਸੀ। ਹੁਣ ਇਹ ਤੋਂ ਅੱਗੇ ਬੱਸ ਜਾਂ ਟ੍ਰੇਨ ਦੀ ਟਿਕਟ ਬੁਕਿੰਗ ਜਾਂ ਉੱਧਰ ਜਾਣ ਵਾਲੀ ਕਿਸੇ ਸੱਜਣ ਦੀ ਗੱਡੀ 'ਚ ਲਿਫਟ ਦਾ ਜੁਗਾੜ ਹੁਣੇ ਹੀ ਕਰਨਾ ਸੀ। ਮੈਂ ਆਪਣੀ ਬੇਨਤੀ ਇੰਟਰਨੈਟ 'ਤੇ ਪਾਈ ਕਿ ਕੋਈ ਮਿਊਨਿਕ ਤੋਂ ਇੰਸਬਰੁਕ ਜਾਂਦਾ ਹੈ ਤਾਂ ਮੈਨੂੰ ਨਾਲ ਲੈ ਚਲੋ। ਇਸ ਦੌਰਾਨ ਮੈਂ ਮਿਊਨਿਕ ਰੇਲਵੇ ਸਟੇਸ਼ਨ ਦੇ ਬਾਹਰ ਇੱਕ ਕੈਫੇ 'ਚ ਬੈਠ ਗਈ। ਜੇ ਕਿਸੇ ਤੋਂ ਲਿਫਟ ਨਾ ਮਿਲੀ ਤਾਂ ਟ੍ਰੇਨ ਫੜ ਲਵਾਂਗੀ। ਸਵੇਰੇ 4 ਵਜੇ ਦੀ ਉੱਠੀ ਸੀ। ਰਾਤ ਮੁਸ਼ਕਲ ਨਾਲ 2 ਘੰਟੇ ਸੁੱਤੀ ਸੀ ਤੇ ਦਿਨ 'ਚ 7 ਘੰਟਿਆਂ ਦਾ ਸਫ਼ਰ ਕੀਤਾ ਸੀ, ਇਸ ਲਈ ਥਕਾਵਟ ਬਹੁਤ ਸੀ। ਇਸ ਕੈਫੇ 'ਚ ਮੈਂ ਆਪਣਾ ਫੋਨ ਚਾਰਜ 'ਤੇ ਲਾ ਦਿੱਤਾ। ਇੱਥੇ ਵਾਈਫਾਈ ਫ੍ਰੀ ਸੀ ਤੇ ਪਖਾਨਾ ਵੀ। ਇਸ ਥਾਂ ਰੁਕ ਕੇ ਮੈਂ ਅੱਗੇ ਜਾਣ ਲਈ ਤਾਕਤ ਇਕੱਠੀ ਕਰਨੀ ਸੀ। ਮੈਂ ਕੌਫੀ, ਕੇਕ ਤੇ ਇੱਕ ਸੈਂਡਵਿਚ ਆਰਡਰ ਕੀਤਾ। ਪਤਾ ਨਹੀਂ ਕਿਉਂ ਮੈਨੂੰ ਲੱਗਿਆ ਕਿ ਕੈਫੇ ਵਾਲੇ ਮੁੰਡੇ ਨੇ ਮੇਰੇ ਤੋਂ ਅੱਧੇ ਹੀ ਪੈਸੇ ਲਏ। ਕਾਊਂਟਰ ਤੇ 2 ਮੁੰਡੇ ਖੜੇ ਸੀ ਤੇ ਦੋਨੋਂ ਹੀ ਬਹੁਤ ਫਰੈਂਡਲੀ ਸਨ। ਉਹ ਮੈਨੂੰ ਮੇਰੀ ਯਾਤਰਾ ਦੇ ਬਾਰੇ 'ਚ ਕਾਫੀ ਸਵਾਲ ਕਰਦੇ ਰਹੇ ਤੇ ਮੈਂ ਜਿੰਨੀ ਦੇਰ ਆਰਾਮ ਕਰਨਾ ਚਾਹਾਂ ਕਰ ਲਵਾਂ ਦਾ ਸੱਦਾ ਵੀ ਦੇ ਦਿੱਤਾ। ਮੈਂ ਹੱਥ ਮੂੰਹ ਧੋਤਾ, ਬਰੱਸ਼ ਕੀਤਾ ਤੇ ਨਾਸ਼ਤਾ ਕਰਕੇ ਗੱਡੀ ਵਾਲਿਆਂ ਦੇ ਜਵਾਬ ਦੀ ਉਡੀਕ ਕਰਨ ਲੱਗ ਪਈ। ਸ਼ਹਿਰ ਦਿਆਲੂ ਹੁੰਦੇ ਜਾ ਰਹੇ ਸਨ। ਇੱਕ ਗੱਡੀ ਮਿਲੀ ਜੋ ਨਿਕਲਣ ਵਾਲੀ ਸੀ ਸ਼ਾਮ 5 ਵਜੇ ਫਰਾਟ ਮੈਨਿੰਗ ਨਾਮ ਦੀ ਇੱਕ ਜਗ੍ਹਾ ਤੋਂ। ਮੈਂ ਕੈਫੇ ਵਾਲੇ ਦੋਸਤਾਂ ਤੋਂ ਪੁੱਛਿਆ ਤੇ ਉਹਨਾਂ ਨੇ ਦੱਸਿਆ ਕਿ ਇੱਥੋਂ ਅੱਧਾ ਘੰਟਾ ਦੂਰ ਹੈ ਤੇ ਨੇੜੇ ਹੀ ਬਾਇਰਨ ਮਿਊਨਿਕ ਦਾ ਸਟੇਡੀਅਮ ਵੀ ਹੈ। ਮੈਨੂੰ ਉਂਝ ਤਾਂ ਫੁੱਟਬਾਲ ਬਾਰੇ ਕੋਈ ਜ਼ਿਆਦਾ ਜਾਣਕਾਰੀ ਨਹੀਂ ਹੈ, ਪਰ ਜਰਮਨੀ ਨੂੰ ਫੀਫਾ 'ਚ ਖੇਡਦੇ ਹੋਏ ਦੇਖ ਕੇ ਇਸ ਖੇਡ ਨਾਲ ਪਿਆਰ ਜ਼ਰੂਰ ਹੋ ਜਾਂਦਾ ਹੈ। ਤੁਸੀਂ ਮੰਨੋ ਜਾਂ ਨਾ ਮੰਨੋ, ਬਾਇਰਨ ਮਿਊਨਿਕ ਮੇਰੀ ਫੇਵਰੇਟ ਫੁੱਟਬਾਲ ਟੀਮ ਹੈ। ਇਹ ਤੋਂ ਇਲਾਵਾ ਕੁਝ ਖਾਸ ਮੈਨੂੰ ਉਂਝ ਵੀ ਦਿਸ ਨਹੀਂ ਰਿਹਾ ਸੀ। ਇਸ ਸ਼ਹਿਰ 'ਚ ਕਿਸੇ ਵੀ ਕੰਕਰੀਟ ਦੇ ਵੱਡੇ ਸ਼ਹਿਰ ਵਰਗਾ ਤੇਜ਼ ਸ਼ਹਿਰ ਸੀ। ਥਾਂ ਥਾਂ ਤੇ ਆਡੀ, ਮਰਸਡੀਜ਼, BMW ਦੀਆਂ ਇਮਾਰਤਾਂ ਸਨ। ਜਿਵੇਂ ਸਿੰਗਾਪੁਰ ਜਾਂ ਲੰਡਨ 'ਚ ਬੈਂਕਾਂ ਦੀਆਂ ਉੱਚੀਆਂ ਉੱਚੀਆਂ ਇਮਾਰਤਾਂ ਹੁੰਦੀਆਂ ਨੇ, ਇੱਥੇ ਉਹਨਾਂ ਲਗਜ਼ਰੀ ਗੱਡੀਆਂ ਦੀਆਂ ਸਨ। ਮੇਰੀ ਦਿਲਚਸਪੀ ਨਾ ਗੱਡੀਆਂ 'ਚ ਹੈ ਤੇ ਨਾ ਉੱਚੀਆਂ ਇਮਾਰਤਾਂ ਵਿੱਚ। ਸੋਚਿਆ ਚਲੋ ਸਟੇਡੀਅਮ ਵੇਖਿਆ ਜਾਏ। ਹੁਣ ਤਾਂ 2 ਵਜੇ ਸਨ। ਮੈਂ 1 ਘੰਟੇ ਵਿੱਚ ਫਰਾਟ ਮੈਨਿੰਗ ਦੇ ਲਈ ਨਿਕਲ ਪਈ। ਫੋਨ ਦੀ ਬੈਟਰੀ ਵੀ ਚਾਰਜ ਹੋ ਗਈ ਤੇ ਮੈਂ ਵੀ। ਫਰਾਟ ਮੈਨਿੰਗ ਸਟੇਸ਼ਨ ਤੋਂ 20 ਮਿੰਟ ਦਾ ਪੈਦਲ ਰਾਹ ਹੈ ਸਟੇਡੀਅਮ ਦਾ। ਕਿਤੇ ਬੈਗ ਰੱਖਣ ਦੀ ਥਾਂ ਨਹੀਂ ਸੀ, ਇਸ ਲਈ ਮੈਂ ਬੈਗ ਟੰਗ ਕੇ ਸਟੇਡੀਅਮ ਵੱਲ ਤੁਰ ਪਈ। ਹੁਣ ਸਿਰਫ 1 ਘੰਟਾ ਸੀ, ਵਾਪਸ ਵੀ ਆਉਣਾ ਸੀ। ਮੈਂ ਭੱਜਣ ਲੱਗੀ। ਦੂਜੇ ਲੋਕ ਵੀ ਆਪਣੇ ਬੱਚਿਆਂ ਦੇ ਨਾਲ ਸਟੇਡੀਅਮ ਵੇਖਣ ਆਏ ਸਨ। ਮੈਨੂੰ ਵੇਖ ਕੇ ਸ਼ਾਇਦ ਉਹ ਇਹ ਸੋਚ ਰਹੇ ਹੋਣਗੇ ਕਿ ਮੈਂ ਆਰਮੀ ਟ੍ਰੇਨਿੰਗ ਕਰ ਰਹੀ ਸੀ। ਵੱਡਾ ਸਾਰਾ ਹਰਾ ਪਿੱਠੂ ਬੈਗ ਟੰਗ ਕੇ ਭੱਜ ਜੋ ਰਹੀ ਸੀ। ਸਟੇਡੀਅਮ ਦੇ ਅੰਦਰ ਜਾਣ ਦੀ ਟਿਕਟ ਸੀ। ਮੈਂ ਟਿਕਟ ਘਰ ਤੱਕ ਪਹੁੰਚੀ, ਜਾਲੀ ਦੀ ਵਾੜ ਵਿੱਚੋਂ ਫੁੱਟਬਾਲ ਫੀਲਡ ਦੀ ਫੋਟੋ ਖਿੱਚੀ ਤੇ ਵਾਪਸ ਭੱਜ ਆਈ। ਬਸ ਇੰਨਾ ਹੀ ਸਮਾਂ ਸੀ ਮੇਰੇ ਕੋਲ। ਠੀਕ 5 ਵਜੇ ਤੈਅ ਟਿਕਾਣੇ ਤੇ ਪਹੁੰਚ ਗਈ। ਸ਼ਾਇਦ ਉਹ ਬਰਲਿਨ ਦਾ ਬਾਈਪਾਸ ਹੋਏਗਾ ਜਾਂ ਆਸਟਰੀਆ ਜਾਣ ਵਾਲਾ ਮੋੜ। ਬਹੁਤ ਸਾਰੀਆਂ ਗੱਡੀਆਂ ਹੋਰ ਵੀ ਖੜੀਆਂ ਸਨ ਤੇ ਹੋਰ ਕੁਝ ਲੋਕ ਮੇਰੇ ਵਾਂਗੂ ਆਪਣੀ ਲਿਫਟ ਦੀ ਉਡੀਕ ਕਰ ਰਹੇ ਸਨ। ਇਹ ਟੈਕਸੀ ਸਟੈਂਡ ਨਹੀਂ ਸੀ। ਇੱਥੇ ਨਿੱਜੀ ਵਾਹਨਾਂ ਵਾਲੇ ਕੁਝ ਯੂਰੋ ਦੇ ਬਦਲੇ ਰਾਹਗੀਰਾਂ ਨੂੰ ਲਿਫਟ ਦਿੰਦੇ ਸਨ। ਇਕੱਲੇ ਡਰਾਈਵਰ ਨੂੰ ਸਾਥ ਮਿਲ ਜਾਂਦਾ ਹੈ ਤੇ ਤੇਲ ਦੇ ਥੋੜੇ ਪੈਸੇ ਵੱਖਰੇ ਨਿਕਲ ਆਉਂਦੇ ਹਨ। ਸਾਨੂੰ ਭਾਰਤ ਵਾਸੀਆਂ ਨੂੰ ਕੰਜੂਸ ਸਮਝਿਆ ਜਾਂਦਾ ਹੈ, ਪਰ ਅਸੀਂ ਕਦੇ ਅਜਿਹੀ ਸਮਝ ਵਾਲੀ ਗੱਲ ਨਹੀਂ ਕਰਦੇ। ਵੱਡੀਆਂ ਏਸੀ ਗੱਡੀਆਂ 'ਚ ਇਕੱਲੇ ਸਫ਼ਰ ਕਰਦੇ ਹਾਂ ਤੇ ਡਰਾਈਵਰ ਨੂੰ ਨੌਕਰੀ ਤੇ ਰੱਖਣ ਸਮੇਂ ਆਪਣੀ ਕੰਜੂਸੀ ਦਾ ਸਬੂਤ ਦਿੰਦੇ ਹਾਂ। ਖੈਰ, ਸਿਕਿਉਰਿਟੀ ਦਾ ਵੀ ਸਵਾਲ ਹੈ, ਪਰ ਇਸ ਤਰ੍ਹਾਂ ਯਕੀਨ ਕਰਨਾ ਬਹੁਤ ਔਖਾ ਲੱਗਦਾ ਹੈ। ਜਿਸ ਸਮਾਜ ਵਿੱਚ ਇਨਸਾਨ ਦੂਜੇ ਇਨਸਾਨ ਉੱਪਰ ਭਰੋਸਾ ਕਰ ਸਕੇ, ਉੱਥੇ ਜਿਉਣਾ ਸਹਿਜ ਹੋ ਜਾਂਦਾ ਹੈ। ਮੈਂ 15-20 ਮਿੰਟ ਤੱਕ ਉਡੀਕ ਕਰਦੀ ਰਹੀ, ਪਰ ਫਿਰ ਮੇਰੀ ਗੱਡੀ ਦਾ ਕਿਤੇ ਕੋਈ ਪਤਾ ਨਹੀਂ ਸੀ। ਉਹ ਸ਼ਾਇਦ ਕਿਤੋਂ ਹੋਰ ਆ ਰਹੀ ਸੀ ਤੇ ਬਰਲਿਨ ਪਾਰ ਕਰਦੇ ਹੋਏ ਇੰਸਬਰੁਕ ਜਾ ਰਹੀ ਸੀ। ਮੈਂ ਗੱਡੀ ਵਾਲੇ ਨੂੰ ਮੈਸੇਜ ਭੇਜਿਆ ਕਿ ਮੈਂ ਉਹਦੀ ਉਡੀਕ ਕਰ ਰਹੀ ਹਾਂ, ਨੇੜੇ ਇੱਕ ਕੈਫੇ ਹੈ, ਉੱਥੇ ਉਹਨੂੰ ਮਿਲਾਂਗੀ। ਪਰੰਤੂ ਮੈਸੇਜ ਦਾ ਕੋਈ ਜਵਾਬ ਨਹੀਂ ਆਇਆ, ਇਸ ਲਈ ਮੈਂ ਉੱਥੇ ਹੀ ਬੈਠੀ ਰਹੀ। ਕਿਤੇ ਗੱਡੀ ਆਵੇ ਤੇ ਮੈਨੂੰ ਨਾ ਦੇਖ ਕੇ ਚਲਦੀ ਬਣੀ, ਫਿਰ ਤਾਂ ਵਾਪਸ ਮਿਊਨਿਕ 'ਚ ਟਿਕਾਣਾ ਭਾਲਣਾ ਪਏਗਾ। ਇੱਕ ਗੱਡੀ ਮੇਰੇ ਕੋਲ ਆ ਕੇ ਰੁਕ ਗਈ। ਉਸ 'ਚ ਇੱਕ ਹੀ ਡਰਾਈਵਰ ਹੈ। ਅਸੀਂ ਦੋਵੇਂ ਇੱਕ ਦੂਜੇ ਨੂੰ ਹੈਲੋ ਕਹਿੰਦੇ ਹਾਂ। ਇੰਸਬਰੁਕ ਮੈਂ ਕਹਿੰਦੀ ਹਾਂ, ਇੰਸਬਰੁਕ ਉਹ ਕਹਿੰਦਾ ਹੈ।
ਮੈਂ ਆਪਣਾ ਬੈਗ ਉਹਦੀ ਡਿੱਗੀ 'ਚ ਰੱਖਣ ਹੀ ਲੱਗੀ ਸੀ ਕਿ ਉਹ ਮੈਨੂੰ ਕਿਸੇ ਹੋਰ ਨਾਮ ਨਾਲ ਬੁਲਾਉਂਦਾ, ਮਤਲਬ ਇਹ ਕਿਸੇ ਹੋਰ ਲਈ ਆਇਆ। ਮੇਰੇ ਵਾਂਗ ਕੋਈ ਹੋਰ ਕੁੜੀ ਇੰਸਬਰੁਕ ਜਾ ਰਹੀ ਹੋਏਗੀ, ਪਰ ਮੇਰੀ ਗੱਡੀ ਲੇਟ ਤੇ ਇਹਦੀ ਸਵਾਰੀ ਵੀ ਕੁੜੀ। ਇੱਕ ਵਾਰ ਤਾਂ ਲੱਗਿਆ ਕਿ ਇਹਦੇ ਨਾਲ ਹੀ ਚਲੀ ਜਾਵਾਂ, ਫਿਰ ਲੱਗਿਆ ਕਿ ਮੇਰੀ ਗੱਡੀ ਆਈ ਤੇ ਉਹਨੂੰ ਮੈਂ ਨਾ ਮਿਲੀ ਤਾਂ ਫਿਰ ਉਹਦਾ ਵਿਸ਼ਵਾਸ ਨਹੀਂ ਟੁੱਟ ਜਾਏਗਾ। ਫਿਰ ਕੀ ਪਤਾ ਉਹ ਕਿਸੇ ਹੋਰ ਯਾਤਰੀ ਨੂੰ ਬਿਨਾਂ ਐਡਵਾਂਸ ਪੈਸੇ ਦੇ ਲਿਫਟ ਦੇਵੇ ਜਾਂ ਨਾ ਦੇਵੇ। ਮੇਰੇ ਵਰਗੇ ਲੋਕ ਜਿਨ੍ਹਾਂ ਦਾ ਅਕਾਊਂਟ ਦੂਜੇ ਦੇਸ਼ਾਂ 'ਚ ਹੈ, ਕਰੰਸੀ ਦੂਜੀ ਹੈ, ਕੋਲ ਸੇਫ ਇੰਟਰਨੈਟ ਨਹੀਂ ਹੈ, ਜੋ ਕੈਫੇ 'ਚ ਫ੍ਰੀ ਵਾਈਫਾਈ ਭਾਲਦੇ ਫਿਰਦੇ ਹਨ, ਉਹਨਾਂ ਲਈ ਮੁਸ਼ਕਿਲ ਨਹੀਂ ਹੋ ਜਾਏਗੀ ਕਿ ਇਸ ਤਰ੍ਹਾਂ? ਅੱਜ ਤਾਂ ਮੇਰੇ ਲਈ ਸੌਖਾ ਹੋ ਜਾਏਗਾ, ਪਰ ਅੱਗੇ ਹੋਰਾਂ ਲਈ ਤਾਂ ਮੁਸ਼ਕਿਲ ਹੋ ਸਕਦੀ ਹੈ। ਮੈਂ ਦੁਬਾਰਾ ਆਪਣਾ ਬੈਗ ਜ਼ਮੀਨ 'ਤੇ ਸੁੱਟ ਦਿੱਤਾ ਤੇ ਫਿਰ ਤੋਂ ਆਉਂਦੀਆਂ ਗੱਡੀਆਂ ਨੂੰ ਦੇਖਣ ਲੱਗੀ। 10 ਮਿੰਟ ਹੋਰ ਉਡੀਕ ਕਰਨ ਤੋਂ ਬਾਅਦ ਮੇਰੀ ਗੱਡੀ ਵੀ ਆ ਗਈ। 10 ਮਿੰਟਾਂ 'ਚ ਕਿੰਨੇ ਵਿਸ਼ਵਾਸ ਬਣ ਸਕਦੇ ਹਨ ਤੇ ਕਿੰਨੇ ਟੁੱਟ ਸਕਦੇ ਹਨ। ਖੈਰ, ਮੇਰੀ ਗੱਡੀ ਵਾਲਾ 24-25 ਸਾਲਾਂ ਦਾ ਹੈ। ਇੰਸਬਰੁਕ ਦੀ ਇੱਕ ਯੂਨੀਵਰਸਿਟੀ ਤੋਂ ਪਾਸ ਆਊਟ ਹੈ। ਆਪਣੀ ਗਰਲਫ੍ਰੈਂਡ ਨੂੰ ਮਿਲਣ ਜਾ ਰਿਹਾ। ਉਹਦੀ ਜੂਨੀਅਰ ਸੀ ਤੇ ਹੁਣ ਵੀ ਉੱਥੇ ਹੀ ਪੜ੍ਹਦੀ ਹੈ। ਉਹ ਦੱਸਦਾ ਹੈ ਕਿ ਉਹ ਸਵੇਰ ਤੋਂ ਡਰਾਈਵ ਕਰ ਰਿਹਾ ਹੈ, ਇਸ ਲਈ ਕੈਫੇ 'ਚ ਫਰੈਸ਼ ਹੋ ਕੇ ਚੱਲੇਗਾ 10 ਮਿੰਟ 'ਚ। ਮੈਨੂੰ ਵੀ ਥੋੜ੍ਹੀ ਭੁੱਖ ਲੱਗ ਆਈ ਸੀ। ਕੈਫੇ 'ਚ ਖਾਣ ਵਾਲਾ ਜ਼ਿਆਦਾ ਸਮਾਨ ਨਹੀਂ ਹੈ, ਇਸ ਲਈ ਮੈਂ ਚਾਹ ਤੇ ਬਟਰ ਪ੍ਰਿਟਜ਼ੇਲ ਲੈਂਦੀ ਹਾਂ। ਪ੍ਰਿਟਜ਼ੇਲ ਇੱਥੇ ਬਹੁਤ ਪ੍ਰਸਿੱਧ ਹੈ। ਇਹ ਇੱਕ ਤਰ੍ਹਾਂ ਦਾ ਵੱਡਾ ਸਾਰਾ ਸੁੱਕੀ ਜਲੇਬੀ ਵਾਂਗ ਦਿਖਣ ਵਾਲਾ ਬ੍ਰੈਡ ਹੈ। ਨਮਕੀਨ ਹੁੰਦਾ ਹੈ ਤੇ ਭੁੱਖੇ ਢਿੱਡ ਦੇ ਲਈ ਕਾਫੀ ਹੁੰਦਾ ਹੈ। ਸਸਤਾ ਵੀ ਹੈ ਤੇ ਰਾਹ ਜਾਂਦੇ ਲੋਕਾਂ ਨੂੰ ਇੱਥੇ ਜ਼ਿਆਦਾ ਖਾਂਦੇ ਦੇਖਿਆ ਜਾ ਸਕਦਾ ਹੈ। ਮੈਨੂੰ ਉਹਦਾ ਨਾਂ ਯਾਦ ਨਹੀਂ ਆ ਰਿਹਾ, ਇਸ ਲਈ ਮੈਂ ਉਹਨੂੰ ਨਿਰਾਲਾ ਬੁਲਾਵਾਂਗੀ। ਜਦੋਂ ਨਿਰਾਲਾ ਦੇ ਨਾਲ ਗੱਡੀ 'ਚ ਬੈਠ ਗਈ, ਉਦੋਂ ਉਹਨੇ ਮੈਨੂੰ ਆਪਣੀ ਦਾਦੀ ਦੇ ਹੱਥਾਂ ਦਾ ਬਣਿਆ ਸੇਬ ਦਾ ਪੈਨਕੇਕ ਦਿੱਤਾ। ਵਾਹ, ਘਰ ਦਾ ਬਣਿਆ ਕੁਝ। ਲੱਗਦਾ ਵਰੇ ਹੋ ਗਏ ਮਿਲੇ। ਮੈਨੂੰ ਅਜੀਬ ਖੁਸ਼ੀ ਹੋਈ ਉਸ ਸਮੇਂ। ਨਿਰਾਲਾ ਨਾਮ ਮੈਂ ਉਂਝ ਹੀ ਨਹੀਂ ਚੁਣਿਆ। ਪੂਰੇ 3 ਘੰਟਿਆਂ ਦੇ ਉਸ ਹਮਸਫ਼ਰ ਦੇ ਲਈ ਉਹ ਸੱਚਮੁੱਚ ਅਜਿਹਾ ਹੀ ਸੀ। ਨਿਰਾਲਾ ਨੇ ਰਾਹ 'ਚ ਦੱਸਿਆ ਕਿ ਉਹ ਕੋਆਪਰੇਟਿਵ ਲਿਵਿੰਗ ਵਿੱਚ ਰਹਿਣਾ ਚਾਹੁੰਦਾ ਹੈ। ਉਹ ਕੀ ਹੈ? ਜਿਵੇਂ ਕੋਆਪਰੇਟਿਵ ਸਟੋਰ ਹੁੰਦੇ ਹਨ। ਇੱਕ ਸੀ ਸਾਡੀ ਦਿੱਲੀ ਯੂਨੀਵਰਸਿਟੀ 'ਚ, ਉੱਥੇ ਸਮਾਨ ਸ਼ਾਇਦ ਬਾਹਰ ਤੋਂ ਸਸਤਾ ਮਿਲਦਾ ਸੀ। ਮੈਨੂੰ ਬਸ ਇੰਨੀ ਜਾਣਕਾਰੀ ਹੈ। ਨਿਰਾਲਾ ਮੈਨੂੰ 1000 ਪੰਨਿਆਂ ਦੀ ਕਿਤਾਬ ਫੜਾ ਦਿੰਦਾ। ਪੜ੍ਹ ਲਓ, ਇਸ 'ਚ ਸਭ ਕੁਝ ਲਿਖਿਆ ਹੈ। ਕਿਤਾਬ ਦੇ ਬੈਕ ਕਵਰ 'ਤੇ ਵਰਲਡ ਮੈਪ ਬਣਿਆ ਸੀ ਤੇ ਉਸ ਮੈਪ ਉੱਤੇ ਹਰੇ ਗੋਲੇ ਬਣੇ ਸੀ, ਉਸ ਥਾਂ ਉੱਤੇ ਜਿੱਥੇ-ਜਿੱਥੇ ਲੋਕ ਕੋਆਪਰੇਟਿਵ ਲਿਵਿੰਗ 'ਚ ਰਹਿੰਦੇ ਸਨ। ਉਦਾਹਰਣ ਵਜੋਂ ਸਮਝ ਲਓ ਕਿ ਇੱਕ ਨਵੀਂ ਰਿਆਇਤ ਹੈ ਜਾਂ ਕੋਈ ਨਵਾਂ ਧਰਮ ਹੀ ਹੈ। ਉਂਝ ਤਾਂ ਧਰਮ ਦੀ ਇੰਨੀ ਮਿੱਟੀ ਪਲੀਤ ਹੋ ਗਈ ਹੈ ਕਿ ਕਿਸੇ ਚੰਗੀ ਚੀਜ਼ ਦੇ ਲਈ ਉਹਨੂੰ ਉਦਾਹਰਣ ਬਣਾਉਂਦੇ ਸਮੇਂ ਹੁਣ ਝਿਜਕ ਹੁੰਦੀ ਹੈ। ਰਹਿਣ ਦਿੰਦੇ ਹਾਂ, ਆਪਾਂ ਇਸ ਤਰ੍ਹਾਂ ਸਮਝਦੇ ਹਾਂ, ਇਹ ਲੋਕ ਹਿੱਪੀਆਂ ਦੀ ਤਰ੍ਹਾਂ ਸ਼ਹਿਰ ਤੋਂ ਬਾਹਰ ਰਹਿੰਦੇ ਹਨ, ਪਰ ਉਹਨਾਂ ਵਾਂਗ ਚਲਦੇ ਫਿਰਦੇ ਨਹੀਂ ਰਹਿੰਦੇ। ਜਿਵੇਂ ਸ਼ਹਿਰਾਂ 'ਚ ਲੋਕ ਇੱਕ ਦੂਜੇ ਤੋਂ ਦੂਰ ਹੋ ਗਏ ਹਨ। ਇੱਕ ਬਿਲਡਿੰਗ 'ਚ ਇੱਕ ਗੁਆਂਢੀ ਆਪਣੇ ਦੂਜੇ ਗੁਆਂਢੀ ਨੂੰ ਨਹੀਂ ਜਾਣਦਾ। ਉੱਥੇ ਅਜਿਹਾ ਕੁਝ ਨਹੀਂ ਹੈ। ਉਹ ਲੋਕ ਆਪਸ 'ਚ ਲਗਾਤਾਰ ਸੰਪਰਕ ਤੇ ਵਾਰਤਾਲਾਪ 'ਚ ਰਹਿੰਦੇ ਹਨ ਤੇ ਮਿਲ ਜੁਲ ਕੇ ਰਹਿੰਦੇ ਹਨ। ਇੱਕ ਤਰ੍ਹਾਂ ਨਾਲ ਕਮਿਊਨ ਵੀ ਕਹਿ ਸਕਦੇ ਹਾਂ। ਆਪਣੀ ਬਿਜਲੀ ਬਣਾਉਂਦੇ ਹਨ ਤੇ ਆਪਣਾ ਹੀ ਖਾਣਾ, ਆਪਣਾ ਹੀ ਸਕੂਲ ਤੇ ਆਪਣਾ ਹੀ ਰੁਜ਼ਗਾਰ। ਡਾਕਟਰਾਂ ਤੋਂ ਦੂਰ, ਬੈਂਕਾਂ ਤੋਂ ਦੂਰ, ਗੱਡੀਆਂ ਤੋਂ ਦੂਰ, ਗਿਰਜਾ ਘਰਾਂ ਤੋਂ ਦੂਰ, ਪ੍ਰਦੂਸ਼ਣ ਤੋਂ ਦੂਰ, ਸਮਾਜ ਦੇ ਨਿਯਮਾਂ ਤੋਂ ਦੂਰ, ਧਰਮ ਤੋਂ ਦੂਰ, ਕੁਦਰਤ ਦੇ ਕੋਲ। ਇਹ ਬਹੁਤ ਪੜ੍ਹੇ ਲਿਖੇ ਲੋਕ ਆਪਣਾ ਨਵਾਂ ਆਦਿਵਾਸੀ ਸਮਾਜ ਬਣਾਉਂਦੇ ਹਨ। ਬੇਹੱਦ ਰੌਚਕ ਆਈਡੀਆ ਸੀ, ਪਰ ਪਤਾ ਨਹੀਂ ਕਿਉਂ ਮੈਨੂੰ ਇੱਕਦਮ ਵੱਖਰਾ ਜਿਹਾ ਲੱਗਿਆ। ਮੈਂ ਇੱਥੇ ਰਹਿਣਾ ਹੈ, ਇਮਾਰਤਾਂ ਤੇ ਕਾਰਖਾਨਿਆਂ ਦੇ ਵਿੱਚ, ਇੱਥੋਂ ਦੇ ਲੋਕਾਂ ਦੇ ਵਿੱਚ, ਤੇ ਇੱਥੇ ਹੀ ਸੰਵਾਦ ਪੈਦਾ ਕਰਨ ਦੀ ਕੋਸ਼ਿਸ਼ ਕਰਨੀ ਹੈ। ਜੋ ਵੱਖ ਵਸਣ ਦੀ ਗੱਲ ਸੋਚਦੇ ਹਨ, ਜੇਕਰ ਸਾਰੇ ਵੱਖ ਜਾ ਕੇ ਵਸ ਗਏ, ਫਿਰ ਤਾਂ ਦੁਨੀਆ ਬਿਲਕੁਲ ਹੀ ਨੀਰਸ ਹੋ ਜਾਏਗੀ। ਇੱਕ ਪਾਸੇ ਕਮਿਊਨ ਜਾਂ ਕੋਆਪਰੇਟਿਵ ਵਾਲੇ ਆਪਸ 'ਚ ਮਿਲ ਜੁਲ ਕੇ ਰਹਿਣ ਵਾਲੇ ਲੋਕ ਹੋਣਗੇ, ਦੂਜੇ ਪਾਸੇ ਕਾਰਖਾਨਿਆਂ ਦਫ਼ਤਰਾਂ 'ਚ ਵੱਖੋ ਵੱਖਰੇ ਲੋਕ। ਇਹਨਾਂ ਲੋਕਾਂ ਨਾਲ ਰਹਿਣਾ ਵੀ ਚੰਗਾ ਲੱਗਦਾ ਹੈ, ਵੱਖ ਨਹੀਂ। ਮੈਂ ਕਾਫੀ ਦੇਰ ਤੱਕ ਕਿਤਾਬ ਨੂੰ ਪੜ੍ਹਦੀ ਰਹੀ ਤੇ ਨਿਰਾਲਾ ਦੀਆਂ ਗੱਲਾਂ ਸੁਣਦੀ ਰਹੀ। ਨਿਰਾਲਾ ਆਪਣੀ ਗਰਲਫ੍ਰੈਂਡ ਨਾਲ ਟੈਂਟ 'ਚ ਰਹਿਣ ਵਾਲਾ ਸੀ। ਉਹਦੀ ਗੱਡੀ 'ਚ ਕੈਂਪਿੰਗ ਦੇ ਬਾਕੀ ਸਮਾਨ ਤੋਂ ਇਲਾਵਾ ਇੱਕ ਛੋਟਾ ਜਿਹਾ ਸਟੋਵ ਤੇ ਖਾਣ ਪੀਣ ਦੀਆਂ ਚੀਜ਼ਾਂ ਵੀ ਸੀ। ਉਹ ਲੋਕ ਯੂਨੀਵਰਸਿਟੀ ਦੇ ਕੋਲ ਕਿਸੇ ਪਹਾੜੀ ਉੱਤੇ ਟੈਂਟ ਲਗਾਉਣਗੇ। ਮੇਰਾ ਵੀ ਅਜੇ ਤੱਕ ਰਹਿਣ ਦਾ ਕੋਈ ਜੁਗਾੜ ਨਹੀਂ ਹੋਇਆ। ਮਨ ਹੀ ਮਨ ਮੈਂ ਵੀ ਕੈਂਪਿੰਗ ਕਰਨ ਦੀ ਸੋਚਣ ਲੱਗੀ। ਧਿਆਨ 'ਚ ਆਉਂਦਾ ਹੈ ਕਿ ਇਹਨਾਂ ਦਾ ਟੈਂਟ ਤਾਂ 2 ਜਣਿਆਂ ਲਈ ਹੈ ਤੇ ਫਿਰ ਇਹਨਾਂ ਨਾਲ ਕਬਾਬ 'ਚ ਹੱਡੀ ਕਿਉਂ ਬਣਨਾ। ਹਾਲਾਂਕਿ ਮੈਂ ਵੀ ਕਿਸੇ ਪਹਾੜੀ ਉੱਪਰ ਸੌਂ ਸਕਦੀ ਹਾਂ। ਨਿਰਾਲਾ ਨੂੰ ਜਦੋਂ ਮੈਂ ਆਪਣਾ ਪਲਾਨ ਦੱਸਦੀ ਹਾਂ ਤਾਂ ਉਹ ਉਤਸ਼ਾਹਿਤ ਹੁੰਦਾ ਹੈ ਤੇ ਮੇਰੇ ਪਲਾਨ ਨੂੰ ਸਪੋਰਟ ਕਰਦਾ ਹੈ। ਸ਼ਾਮ ਹੋ ਚੱਲੀ ਸੀ। ਰਹਿਣ ਦੀ ਜੋ ਚਿੰਤਾ ਸੀ ਉਹ ਮਿਟ ਗਈ। ਰਾਹ 'ਚ ਮੈਂ ਬਹੁਤ ਸਾਰੀਆਂ ਫੋਟੋਆਂ ਖਿੱਚੀਆਂ ਤੇ ਵੀਡੀਓ ਬਣਾਉਂਦੀ ਜਾਂਦੀ ਹਾਂ। ਹੁਣ ਤੱਕ ਮੇਰੇ ਕੈਮਰੇ 'ਚ ਬਹੁਤ ਸਾਰਾ ਸਮਾਨ ਜਮ੍ਹਾਂ ਹੋ ਚੁੱਕਿਆ ਹੈ।
ਮੈਨੂੰ ਜ਼ਰੂਰ ਕਿਸੇ ਪੈਨ ਡਰਾਈਵ ਜਾਂ ਹਾਰਡ ਡਿਸਕ ਵਿੱਚ ਇਹ ਸਭ ਪਾ ਲੈਣਾ ਚਾਹੀਦਾ ਹੈ। ਜੇ ਕਿਤੇ ਸੰਯੋਗ ਨਾਲ ਕੈਮਰਾ ਇੱਧਰ ਉੱਧਰ ਹੋ ਗਿਆ ਤਾਂ ਲੈਣੇ ਦੇ ਦੇਣੇ ਪੈ ਜਾਣਗੇ। ਵੈਸੇ ਹਰੇਕ ਬੈਕਪੈਕਰ ਦੇ ਕੋਲ ਕੈਮਰਾ ਗੁੰਮ ਹੋਣ ਵਾਲੀ ਕਹਾਣੀ ਜ਼ਰੂਰ ਹੁੰਦੀ ਹੈ। ਹਰੇਕ ਨੂੰ ਕੈਮਰੇ ਦਾ ਦੁੱਖ ਘੱਟ ਤੇ ਉਸ ਵਿੱਚ ਕੈਦ ਢੇਰ ਸਾਰੀਆਂ ਯਾਦਾਂ ਦੇ ਗੁੰਮ ਹੋਣ ਦਾ ਅਫਸੋਸ ਜ਼ਿਆਦਾ ਹੁੰਦਾ ਹੈ। ਕਿੰਨਾ ਦੁੱਖ ਹੁੰਦਾ ਹੋਏਗਾ ਨਾ। ਮੈਂ ਇਸੇ ਖਿਆਲ 'ਚ ਖੋ ਗਈ। ਅਸੀਂ ਯੂਨੀਵਰਸਿਟੀ ਪਹੁੰਚ ਗਏ। ਇੰਸਬਰੁਕ ਤੋਂ 20 ਮਿੰਟ ਦੂਰ ਇੱਕ ਪਹਾੜੀ ਦੀ ਚੜ੍ਹਾਈ ਉੱਪਰ ਬਣੀ ਹੈ ਯੂਨੀਵਰਸਿਟੀ। ਸ਼ਾਨਦਾਰ ਜਗ੍ਹਾ ਉੱਪਰ ਬਣੀ ਇਸ ਯੂਨੀਵਰਸਿਟੀ ਤੋਂ ਸਮਾਜ ਵਿਗਿਆਨ ਦਾ ਇੱਕ ਕੋਰਸ ਪੀਸ ਐਂਡ ਕੌਨਫਲਿਕਟ ਸਟੱਡੀਜ਼ ਵੀ ਹੈ। ਬਹੁਤ ਦਿਲਚਸਪ ਲੱਗਿਆ ਮੈਨੂੰ। ਪਹੁੰਚਣ ਤੇ ਲੱਗਿਆ ਇੱਥੇ ਤਾਂ ਰਾਤ ਦਾ ਇੰਤਜ਼ਾਮ ਹੋ ਹੀ ਜਾਏਗਾ। ਨਿਰਾਲਾ ਦੇ ਸਵਾਗਤ 'ਚ ਬਹੁਤ ਸਾਰੇ ਦੋਸਤ ਆਏ। ਉਹਦੀ ਗਰਲਫ੍ਰੈਂਡ ਤਾਂ ਖੁਸ਼ੀ 'ਚ ਰੋਈ ਪਈ। ਕਾਫੀ ਚੜ੍ਹਾਈ ਲੱਗਦੀ ਹੈ ਇੱਥੇ। ਨਿਰਾਲਾ ਸਾਹਿਬ ਵੀ। ਹੁਣ ਨਿਰਾਲਾ ਨੇ ਮੈਨੂੰ ਯੂਨੀਵਰਸਿਟੀ ਦੇ ਵਿਦਿਆਰਥੀਆਂ ਹਵਾਲੇ ਕਰ ਦਿੱਤਾ ਤੇ ਆਪ ਟੈਂਟ ਲਗਾਉਣ ਚਲਾ ਗਿਆ। ਮੀਂਹ ਦਾ ਮੌਸਮ ਹੋ ਗਿਆ ਸੀ। ਜਦੋਂ ਮੈਂ ਦੱਸਿਆ ਕਿ ਮੈਂ ਬਾਹਰ ਸੌਣ ਦਾ ਪਲਾਨ ਬਣਾ ਰਹੀ ਹਾਂ ਤਾਂ ਸਾਰੇ ਇਕੱਠੇ ਬੋਲੇ, ਰਾਤ ਨੂੰ ਮੀਂਹ ਜ਼ਰੂਰ ਪਏਗਾ। ਮੇਰੇ ਕੋਲ ਤਾਂ ਟੈਂਟ ਵੀ ਨਹੀਂ ਹੈ। ਮੈਂ ਮਨ ਹੀ ਮਨ ਸੋਚ ਰਹੀ ਸੀ ਕਿ ਕੋਈ ਆਪਣਾ ਹੋਸਟਲ ਰੂਮ 'ਚ ਸੱਦਾ ਦੇ ਦੇ ਤਾਂ ਕਿੰਨਾ ਚੰਗਾ ਰਹੇ, ਪਰ ਕਿਸੇ ਹੋਰ ਦੇ ਮਨ 'ਚ ਇਹ ਖਿਆਲ ਨਹੀਂ ਆਇਆ ਸ਼ਾਇਦ। ਅਸੀਂ ਕਾਫੀ ਦੇਰ ਤੱਕ ਗਾਰਡਨ 'ਚ ਬੈਠੇ ਗੱਲਾਂ ਕਰਦੇ ਰਹੇ। ਅਜੇ ਤੱਕ ਮੈਨੂੰ ਪਤਾ ਨਹੀਂ ਹੈ ਟਿਕਾਣੇ ਦਾ, ਪਰ ਇੰਨੇ ਸਾਰੇ ਲੋਕ ਹਨ, ਹੋਸਟਲ ਹੈ, ਪਹਾੜੀ ਹੈ, ਤਾਂ ਉਮੀਦ ਜ਼ਰੂਰ ਹੈ। ਹੁਣ ਹਨੇਰਾ ਹੋ ਰਿਹਾ ਸੀ ਤੇ ਕਣੀਆਂ ਵੀ ਡਿੱਗਣ ਲੱਗੀਆਂ ਸਨ। ਸਾਰੇ ਅੰਦਰ ਨੂੰ ਚੱਲਣ ਲੱਗੇ। ਜਾਂਦੇ ਜਾਂਦੇ ਕਿਸੇ ਨੇ ਮੈਨੂੰ ਵੀ ਅੰਦਰ ਬੁਲਾ ਲਿਆ। ਚਲੋ ਇੱਕ ਕਦਮ ਹੋਰ ਟਿਕਾਣੇ ਵੱਲ ਤਾਂ ਵਧੇ। ਕੁਝ ਹੋਰ ਨਹੀਂ ਤਾਂ ਇਸ ਹੋਸਟਲ ਦੇ ਬਾਹਰ ਦੇ ਪਰ ਛੱਤੇ ਦੇ ਥੱਲੇ ਤਾਂ ਸੌਂ ਹੀ ਜਾਵਾਂਗੀ। ਕੋਈ ਨਾ ਕੋਈ ਤਾਂ ਸਰਾਣਾ ਰਜਾਈ ਦੇ ਹੀ ਦੇਏਗਾ। ਅੰਦਰ ਪਹੁੰਚੇ ਤਾਂ ਇੱਕਦਮ 5 ਸਟਾਰ ਹੋਟਲ ਵਰਗਾ ਮਾਹੌਲ ਸੀ। ਰਿਸੈਪਸ਼ਨ ਸੀ। ਵਿਜ਼ਿਟਰਸ ਵਾਸਤੇ ਵਧੀਆ ਸੋਫੇ ਲੱਗੇ ਸਨ। ਟੇਬਲ ਉੱਤੇ ਪਾਣੀ ਰੱਖਿਆ ਸੀ। ਕੰਧਾਂ ਉੱਪਰ ਸ਼ੈਲਫਾਂ 'ਚ ਕਿਤਾਬਾਂ ਸਜੀਆਂ ਸਨ। ਵਧੀਆ ਕਾਰਪੈਟ ਵਿਛਿਆ ਸੀ ਤੇ ਵਾਈਫਾਈ ਫ੍ਰੀ ਸੀ। ਵਿਦਿਆਰਥੀਆਂ ਦੀ ਚਹਿਲ ਕਦਮੀ ਜਾਰੀ ਰਹੀ। ਕੋਲ ਕੋਈ ਐਲੂਮਨਾਈ ਮੀਟ ਸੀ ਤਾਂ ਬਾਹਰ ਤੋਂ ਇੱਥੋਂ ਦੇ ਪੁਰਾਣੇ ਵਿਦਿਆਰਥੀ ਇੱਥੇ ਆ ਰਹੇ ਸਨ। ਉਹ ਸਾਰੇ 24-25 ਸਾਲਾਂ ਤੋਂ ਲੈ ਕੇ 30-35 ਸਾਲ ਤੱਕ ਦੀ ਉਮਰ ਦੇ ਸਨ। ਉਦੋਂ ਇੱਕ ਬਹੁਤ ਸੋਹਣਾ ਭਾਰਤੀ ਨੈਣ ਨਕਸ਼ਾਂ ਵਾਲਾ ਚਿਹਰਾ ਮੇਰੇ ਸਾਹਮਣੇ ਆਉਂਦਾ ਹੈ। ਉਹ ਮੇਰੇ ਵੱਲ ਹੀ ਆ ਜਾਂਦੀ ਹੈ। ਕਹਿੰਦੀ ਹੈ, ਮੈਂ ਹੀਲਾ ਨਜ਼ੀਬੁੱਲਾ ਤੇ ਤੁਸੀਂ? ਇੱਥੇ ਅਜਿਹਾ ਸਵਾਲ ਹਿੰਦੀ ਵਿੱਚ। ਮੈਂ ਕੁਝ ਦੇਰ ਹੱਕੀ ਬੱਕੀ ਉਹਨੂੰ ਦੇਖਦੀ ਰਹੀ। ਮੈਂ ਉਹਨੂੰ ਆਪਣਾ ਹਾਲ ਦੱਸਦੀ ਹਾਂ ਤੇ ਉਹ ਦੱਸਦੀ ਹੈ ਕਿ ਉਹਨੇ ਜਾਮੀਆ ਤੋਂ ਪੜ੍ਹਾਈ ਖਤਮ ਕੀਤੀ, ਕੁਝ ਸਾਲ ਸਵਿਟਜ਼ਰਲੈਂਡ 'ਚ ਕੰਮ ਕੀਤਾ ਤੇ ਹੁਣ ਇੱਥੇ ਮਾਸਟਰਸ ਕਰ ਰਹੀ ਹੈ। ਉਹਨੇ ਮੈਨੂੰ ਚਾਹ ਆਫਰ ਕੀਤੀ ਤੇ ਅਸੀਂ ਇਸੇ ਤਰ੍ਹਾਂ ਕਾਫੀ ਦੇਰ ਤੱਕ ਹਿੰਦੀ 'ਚ ਗੱਲਾਂ ਕਰਦੇ ਰਹੇ। ਕਿਹੋ ਜਿਹਾ ਇਤਫਾਕ ਸੀ। ਇੰਸਬਰੁਕ ਦੀ ਇੱਕ ਯੂਨੀਵਰਸਿਟੀ ਜਿਹਦਾ ਨਾਮ ਹੀ ਮੈਨੂੰ ਅੱਜ ਪਹਿਲੀ ਵਾਰ ਪਤਾ ਲੱਗਿਆ ਸੀ, ਉਸ ਯੂਨੀਵਰਸਿਟੀ 'ਚ ਮੈਂ ਚਾਹ ਪੀਂਦੇ ਹੋਏ ਜਾਮੀਆ ਦੀ ਐਲੂਮਨੀ ਨਾਲ ਹਿੰਦੀ 'ਚ ਗੱਲਬਾਤ ਕਰ ਰਹੀ ਹਾਂ। ਹੁਣ ਰਹਿਣ ਦੀ ਦਿੱਕਤ ਨਹੀਂ ਹੋਏਗੀ। ਮੈਂ ਮਨ ਹੀ ਮਨ ਆਪਣੇ ਟਿਕਾਣੇ ਬਾਰੇ ਵੀ ਸੋਚਦੀ ਰਹਿੰਦੀ ਹਾਂ। ਹਾਲਾਂਕਿ ਉਹਨੇ ਮੈਨੂੰ ਰਹਿਣ ਦਾ ਆਫਰ ਨਹੀਂ ਦਿੱਤਾ, ਪਰ ਉਹਦੇ ਨਾਲ ਹੋਣ ਨਾਲ ਮੈਨੂੰ ਕੁਝ ਯਕੀਨ ਜਿਹਾ ਹੈ। ਫਿਰ ਹੀਲਾ ਵੀ ਆਪਣੇ ਦੋਸਤਾਂ ਨਾਲ ਰੁੱਝ ਜਾਂਦੀ ਹੈ ਤੇ ਮੈਂ ਸੋਚਦੀ ਹਾਂ ਆਖਰ ਮੈਨੂੰ ਆਪਣੇ ਟਿਕਾਣੇ ਜਾਂ ਬਿਸਤਰ ਵਾਸਤੇ ਕਿਸੇ ਤੋਂ ਸਿੱਧਾ ਸਾਦਾ ਪੁੱਛ ਹੀ ਲੈਣਾ ਚਾਹੀਦਾ ਹੈ। ਅਜੇ ਮੈਂ ਅਜਿਹਾ ਸੋਚ ਹੀ ਰਹੀ ਹੁੰਦੀ ਹਾਂ ਕਿ ਉਸੇ ਵਕਤ ਮੇਰੇ ਫੋਨ ਉੱਪਰ ਇੰਸਬਰੁਕ ਸ਼ਹਿਰ ਦੇ ਇੱਕ ਮੇਜ਼ਬਾਨ ਦਾ ਮੈਸੇਜ ਆਉਂਦਾ ਹੈ। ਖੁਸ਼ੀ ਇਹੀ ਕਿ ਉਹ ਕੁੜੀ ਹੈ। ਉਹ ਮੈਨੂੰ ਆਪਣੇ ਘਰ ਦਾ ਪਤਾ ਭੇਜਦੀ ਹੈ ਤੇ ਮੈਂ ਕਦੋਂ ਤੱਕ ਆਵਾਂਗੀ ਪੁੱਛਦੀ ਹੈ। ਉਹ ਇੰਨੀ ਆਤਮੀਅਤਾ ਨਾਲ ਪੁੱਛਦੀ ਹੈ ਕਿ ਮੇਰਾ ਜਾਣ ਦਾ ਪੂਰਾ ਮਨ ਬਣ ਜਾਂਦਾ ਹੈ। ਉਂਝ ਵੀ ਇੱਥੇ ਅੱਜ ਤੱਕ ਕੁਝ ਵੀ ਪੱਕਾ ਨਹੀਂ ਹੋਇਆ। ਮੈਂ ਅਲਵਿਦਾ ਬੋਲ ਕੇ ਨਿਕਲ ਜਾਂਦੀ ਹਾਂ। ਕੱਲ ਫੇਰ ਆਉਣ ਬਾਰੇ ਕਹਿ ਕੇ ਮੈਂ ਆਉਣਾ ਨਹੀਂ ਸੀ, ਫਿਰ ਵੀ ਪਤਾ ਨਹੀਂ ਕਿਉਂ ਬੋਲ ਦਿੰਦੀ ਹਾਂ। ਹੁਣ ਮੈਂ ਪਹਾੜੀ ਤੋਂ ਥੱਲੇ ਉਤਰਨਾ ਸੀ। ਹਨੇਰਾ ਹੋ ਚੁੱਕਿਆ ਸੀ ਤੇ ਮੀਂਹ ਵੀ ਸ਼ੁਰੂ ਹੋ ਚੁੱਕਿਆ ਸੀ। ਕਿਵੇਂ ਉਤਰਨਾ ਹੈ, ਕਿੱਥੋਂ ਬੱਸ ਜਾਏਗੀ, ਕਦੋਂ ਜਾਏਗੀ, ਇਹਦੀ ਜਾਣਕਾਰੀ ਮੈਨੂੰ ਨਹੀਂ ਸੀ, ਪਰ ਬੱਸ ਜਾਏਗੀ ਇਹ ਪਤਾ ਸੀ। ਪਹਾੜੀ ਹੈ ਤਾਂ ਥੱਲੇ ਉਤਰਨ ਦਾ ਰਾਹ ਇੱਕ ਹੀ ਹੋਏਗਾ। ਇਹ ਸੋਚ ਕੇ ਅੱਗੇ ਦੀ ਮੈਨੂੰ ਫਿਕਰ ਨਹੀਂ ਸੀ। ਉਸੇ ਸਮੇਂ ਪਿੱਛੇ ਤੋਂ ਇੱਕ ਗੱਡੀ ਆਉਂਦੀ ਦਿਖਾਈ ਦਿੰਦੀ ਹੈ। ਥੱਲੇ ਵੱਲ ਆ ਰਹੀ ਹੈ ਤੇ ਥੱਲੇ ਹੈ ਸ਼ਹਿਰ। ਉੱਥੇ ਮੇਜ਼ਬਾਨ ਦੇ ਘਰ ਵੀ ਪਹੁੰਚ ਜਾਵਾਂਗੀ। ਮੈਂ ਹੱਥ ਕੱਢ ਕੇ ਲਿਫਟ ਮੰਗੀ ਤੇ ਗੱਡੀ ਰੁਕ ਗਈ। ਵੱਡੀ ਗੱਡੀ ਲੱਗਦੀ ਹੈ। ਅੰਦਰ ਦੇਖ ਕੇ ਲੱਗਦਾ ਹੈ ਜਨਾਬ ਗੋਲਫ ਖੇਡ ਕੇ ਆ ਰਹੇ ਹਨ। ਮੈਨੂੰ ਸ਼ਹਿਰ ਛੱਡ ਦਿਓਗੇ, ਮੈਂ ਪੁੱਛਿਆ ਤਾਂ ਉਹ ਝੱਟ ਮੰਨ ਗਏ। ਚਲੋ ਇਹ ਵਧੀਆ ਹੋਇਆ, ਬੱਸ ਦਾ ਇੰਤਜ਼ਾਰ ਨਹੀਂ ਕਰਨਾ ਪਿਆ। ਇੱਕ ਗੱਲ ਸਾਫ਼ ਹੈ, ਇਸ ਸ਼ਹਿਰ ਦਾ ਮੈਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਆਈਡੀਆ ਨਹੀਂ ਸੀ। ਮੈਂ ਆਈ ਵੀ ਬੱਸ ਜਾਂ ਟ੍ਰੇਨ ਤੋਂ ਨਹੀਂ ਸੀ। ਨਿਰਾਲਾ ਗੱਡੀ 'ਚ ਮੈਨੂੰ ਸਿੱਧਾ ਯੂਨੀਵਰਸਿਟੀ ਲੈ ਗਿਆ ਸੀ। ਮੈਨੂੰ ਸ਼ਹਿਰ ਦਾ ਬੱਸ ਅੱਡਾ, ਰੇਲਵੇ ਸਟੇਸ਼ਨ ਜਾਂ ਸਿਟੀ ਸੈਂਟਰ ਕੁਝ ਨਹੀਂ ਪਤਾ ਸੀ।
ਟੈਕਸੀ, ਆਟੋ, ਟਰਾਮ, ਮੈਟਰੋ ਕੀ ਚੱਲਦਾ ਇੱਥੇ ਇਹ ਵੀ ਨਹੀਂ ਪਤਾ। ਇਹ ਸ਼ਹਿਰ ਦਿੱਲੀ ਜਾਂ ਮੁੰਬਈ ਵਰਗਾ ਵੱਡਾ ਵੀ ਨਹੀਂ ਸੀ ਕਿ ਭੀੜ 'ਚ ਕਿਸੇ ਨੂੰ ਵੀ ਪੁੱਛ ਲਓ। ਇਹ ਸ਼ਹਿਰ ਤਾਂ ਆਪਣੇ ਸਿੱਕਮ ਦੇ ਪੇਲਿੰਗ ਪਿੰਡ ਵਰਗਾ ਸੀ। ਹਨੇਰਾ ਹੁੰਦੇ ਹੀ ਸੌਂ ਜਾਣ ਵਾਲੇ ਤੇ ਭੂਗੋਲ ਵੀ ਅਜਿਹਾ ਹੀ ਸੀ। ਪਹਾੜ, ਘਾਟੀ, ਜੰਗਲ, ਫਿਰ ਪਹਾੜ। ਮੈਂ ਯੂਨੀਵਰਸਿਟੀ ਤੋਂ ਨਿਕਲ ਤਾਂ ਆਈ ਸੀ, ਪਰ ਅੱਗੇ ਕਿਵੇਂ ਜਾਵਾਂਗੀ ਇਹਦਾ ਮੈਨੂੰ ਕੋਈ ਆਈਡੀਆ ਨਹੀਂ ਸੀ। ਗੱਡੀ ਸ਼ਹਿਰ ਆ ਗਈ ਤਾਂ ਜਨਾਬ ਨੇ ਪੁੱਛਿਆ, ਕਿੱਥੇ ਉਤਾਰਾਂ ਤੁਹਾਨੂੰ? ਮੈਂ ਕਿਹਾ, ਜਿੱਥੇ ਮੈਨੂੰ ਕੋਈ ਸਾਧਨ ਮਿਲ ਜਾਏ। ਉਹਨਾਂ ਨੇ ਪੁੱਛਿਆ ਕਿ ਮੈਂ ਕਿੱਥੇ ਜਾ ਰਹੀ ਹਾਂ। ਮੈਂ ਆਪਣੇ ਫੋਨ ਤੇ ਲਿਖਿਆ ਪਤਾ ਦਿਖਾ ਦਿੱਤਾ। ਓਏ, ਮੈਂ ਵੀ ਉਸੇ ਸਾਈਡ ਜਾ ਰਿਹਾ। ਇੱਕਦਮ ਮੈਨੂੰ ਯਕੀਨ ਨਹੀਂ ਹੋਇਆ ਤੇ ਥੋੜੀ ਝਿਜਕ ਵੀ ਹੋਈ। ਜਦੋਂ ਤੱਕ ਪਹਾੜੀ ਤੋਂ ਥੱਲੇ ਉਤਰ ਰਹੇ ਸੀ ਸਭ ਠੀਕ ਸੀ, ਕਿਉਂਕਿ ਰਾਹ ਇੱਕ ਹੀ ਸੀ। ਪਰ ਹੁਣ ਇਹ ਕੋਈ ਵੀ ਰਾਹ ਲੈ ਲਵੇ, ਮੈਨੂੰ ਉਹਦੀ ਜਾਣਕਾਰੀ ਨਹੀਂ ਸੀ। ਇਸ ਤੋਂ ਪਹਿਲਾਂ ਕਿ ਮੈਂ ਅੱਗੇ ਕੁਝ ਕਹਿੰਦੀ, ਜਨਾਬ ਨੇ ਮੇਰਾ ਪਤਾ ਆਪਣੀ ਗੱਡੀ ਦੇ GPS ਵਿੱਚ ਭਰ ਲਿਆ। ਮੈਨੂੰ ਰਾਹਤ ਮਿਲੀ ਕਿ ਹੁਣ ਤਾਂ ਗੱਡੀ ਦੱਸੇਗੀ ਕਿ ਕਿੱਥੇ ਜਾਣਾ ਹੈ। ਇਹ ਵੀ ਸਹੀ, ਅੱਜ ਆਦਮੀ ਤੋਂ ਜ਼ਿਆਦਾ ਗੱਡੀ ਉੱਤੇ ਯਕੀਨ ਕਰਨਾ ਪਿਆ ਮੈਨੂੰ। ਨੀਨਾ ਨਾਮ ਸੀ ਮੇਰੀ ਮੇਜ਼ਬਾਨ ਦਾ। ਆਪਣੇ ਬॉयਫ੍ਰੈਂਡ ਨਾਲ 2 ਕਮਰਿਆਂ ਦੇ ਬਹੁਤ ਸੋਹਣੇ ਘਰ 'ਚ ਰਹਿੰਦੀ ਹੈ। ਮੇਰਾ ਬੈੱਡ ਲੱਗਿਆ ਹੋਇਆ ਸੀ, ਨਾਲ ਹੀ ਇੱਕ ਧੋਤਾ ਹੋਇਆ ਤੌਲੀਆ ਰੱਖਿਆ ਸੀ। ਮੇਰੇ ਮੰਗਣ ਤੇ ਮੈਨੂੰ ਇੱਕ ਲੈਪਟਾਪ ਦੇ ਦਿੱਤਾ ਗਿਆ। ਮੈਨੂੰ ਰਸੋਈ ਦਿਖਾਈ ਗਈ ਤੇ ਕਿਹਾ ਗਿਆ ਕਿ ਮੈਂ ਜਦੋਂ ਚਾਹਾਂ ਚਾਹ ਜਾਂ ਕੌਫੀ ਬਣਾ ਸਕਦੀ ਹਾਂ। ਜੇਕਰ ਮੈਂ ਸਵੇਰੇ ਜਲਦੀ ਉੱਠਦੀ ਹਾਂ ਤਾਂ ਆਪਣਾ ਬ੍ਰੈਕਫਾਸਟ ਖੁਦ ਬਣਾ ਸਕਦੀ ਹਾਂ। ਹੇ ਰੱਬਾ, ਇਹ ਕਿਹੋ ਜਿਹਾ ਰਹਿ ਮੈਂ ਤੇਰਾ। ਕਿੱਥੇ ਮੈਂ ਯੂਨੀਵਰਸਿਟੀ ਹੋਸਟਲ ਦੇ ਪਰਛੱਤੇ ਦੇ ਥੱਲੇ ਸੌਣ ਦੀ ਸੋਚ ਰਹੀ ਸੀ, ਕਿੱਥੇ ਇਸ ਘਰ ਦੇ ਇੱਕ ਵੱਖ ਕਮਰੇ 'ਚ ਲੱਗੇ ਲਗਾਏ ਬਿਸਤਰ ਤੇ ਪਹੁੰਚ ਗਈ, ਤੇ ਨਾਲ ਚਾਹ ਵੀ। ਜ਼ਰੂਰ ਕੁਝ ਚੰਗਾ ਕੀਤਾ ਹੋਏਗਾ ਮੈਂ ਪਿਛਲੇ ਜਨਮ 'ਚ। ਨੀਨਾ ਦੀ ਅੰਗਰੇਜ਼ੀ ਕਾਫੀ ਚੰਗੀ ਸੀ, ਪਰ ਉਹਦਾ ਬॉयਫ੍ਰੈਂਡ ਬਹੁਤ ਮੁਸ਼ਕਿਲ ਨਾਲ ਆਪਣੀ ਗੱਲ ਅੰਗਰੇਜ਼ੀ 'ਚ ਕਹਿ ਪਾਉਂਦਾ ਸੀ। ਸ਼ਾਇਦ ਇਸੇ ਕਰਕੇ ਮੈਨੂੰ ਉਹਦਾ ਨਾਮ ਵੀ ਚੰਗੀ ਤਰ੍ਹਾਂ ਯਾਦ ਨਹੀਂ। ਅਸੀਂ ਕੁਝ ਦੇਰ ਇੱਧਰ ਉੱਧਰ ਦੀਆਂ ਗੱਲਾਂ ਕਰਦੇ ਰਹੇ। ਉਹਨਾਂ ਨੂੰ ਮੇਰੇ ਪੂਰੇ ਸਫ਼ਰ ਦੌਰਾਨ ਇਵੇਂ ਅਣਜਾਣ ਘਰਾਂ 'ਚ ਰੁਕਣ ਤੇ ਹੈਰਾਨੀ ਹੋਈ। ਨੀਨਾ ਨੇ ਪੁੱਛਿਆ ਕਿ ਮੈਨੂੰ ਕਦੀ ਡਰ ਨਹੀਂ ਲੱਗਦਾ, ਕਿ ਮੈਨੂੰ ਕਦੀ ਕੋਈ ਗਲਤ ਵਿਅਕਤੀ ਨਹੀਂ ਮਿਲਿਆ। ਮੈਂ ਕਿਹਾ ਕਿ ਹੁਣ ਤਾਂ ਤੁਹਾਡੇ ਸਾਹਮਣੇ ਸਹੀ ਸਲਾਮਤ ਆ, ਅੱਗੇ ਦਾ ਪਤਾ ਕੱਲ ਲੱਗੇਗਾ। ਉਹ ਦੋਵੇਂ ਸੌਣ ਚਲੇ ਗਏ। ਮੈਂ ਗੈਸ ਸਟੋਵ ਤੇ ਚਾਹ ਰੱਖ ਕੇ ਨਹਾਉਣ ਚਲੀ ਗਈ। ਚੰਗੀ ਤਰ੍ਹਾਂ ਨਹਾ ਕੇ ਆਈ ਤਾਂ ਚਾਹ ਲੈ ਕੇ ਲੈਪਟਾਪ ਨਾਲ ਆਪਣੀ ਪੈਨ ਡਰਾਈਵ 'ਚ ਫੋਟੋ ਡਾਊਨਲੋਡ ਕਰਨ ਬੈਠ ਗਈ। ਪਰ ਮੇਰਾ ਕੈਮਰਾ ਕਿੱਥੇ ਹੈ? ਕੈਮਰਾ ਮੇਰੇ ਕੋਲ ਨਹੀਂ ਸੀ। ਮੈਂ ਹਰ ਜਗ੍ਹਾ ਦੇਖਿਆ, ਬੈਗ ਨੂੰ ਪੂਰਾ ਉਲਟਾ ਪੁਲਟਾ ਕਰਕੇ ਦੇਖਿਆ, ਕੈਮਰਾ ਨਹੀਂ ਸੀ। ਮੇਰਾ ਤਾਂ ਜਿਵੇਂ ਸਾਹ ਘੁੱਟਣ ਲੱਗਿਆ। ਮੇਰੇ ਸਾਰੇ ਦੇ ਸਾਰੇ ਫੋਟੋ, ਸਾਰੇ ਦੇ ਸਾਰੇ ਵੀਡੀਓ ਪੈਰਿਸ, ਬ੍ਰਸਲਜ਼, ਐਮਸਟਰਡਮ, ਬਰਲਿਨ, ਪ੍ਰਾਗ, ਬ੍ਰਾਤਿਸਲਾਵਾ, ਬੁਡਾਪੇਸਟ, ਉੱਥੇ ਮਿਲੇ ਢੇਰ ਸਾਰੇ ਲੋਕਾਂ ਦੇ ਫੋਟੋ, ਮੇਰੇ ਸੈਲਫ ਪੋਰਟਰੇਟਸ, ਸਾਰਾ ਕੁਝ। ਤਾਂ ਹੁਣ ਕੀ? ਸਾਹ ਬਾਰ-ਬਾਰ ਘੁੱਟ ਰਿਹਾ ਸੀ। ਫਿਰ ਤੋਂ ਬੈਗ ਖਾਲੀ ਕਰਕੇ ਦੇਖਿਆ, ਫਿਰ ਦਿਮਾਗ ਨੂੰ ਫਲੈਸ਼ਬੈਕ ਕੀਤਾ। ਗੱਡੀ 'ਚ ਤਾਂ ਨਹੀਂ ਰਹਿ ਗਿਆ? ਬੈਗ ਵਿੱਚ ਸੀ ਤੇ ਬੈਗ ਮੈਂ ਖੋਲ੍ਹਿਆ ਨਹੀਂ। ਫਿਰ ਕਿੱਥੇ? ਨਿਰਾਲਾ ਦੀ ਗੱਡੀ 'ਚ? ਪਰ ਯੂਨੀਵਰਸਿਟੀ ਵਿੱਚ ਤਾਂ ਸ਼ਾਇਦ ਮੇਰੇ ਕੋਲ ਕੈਮਰਾ ਸੀ ਕਿ ਨਹੀਂ ਸੀ। ਹੁਣ ਆਪਣੀ ਯਾਦਦਾਸ਼ਤ ਉੱਤੇ ਵੀ ਰਹਿ ਕੇ ਸ਼ੱਕ ਹੋ ਰਿਹਾ ਸੀ। ਘਟਨਾਵਾਂ ਨੂੰ ਇੱਕ ਹੀ ਤਰਤੀਬ 'ਚ ਰਹਿ ਕੇ ਸੋਚਦੇ ਰਹੋ ਤਾਂ ਉਸੇ ਉੱਪਰ ਯਕੀਨ ਹੋਣ ਲੱਗਦਾ ਹੈ। ਫਿਰ ਜਦੋਂ ਦੂਸਰੀ ਤਰ੍ਹਾਂ ਸੋਚੋ ਕਿ ਉਸ ਉੱਪਰ ਵੀ ਉਨਾ ਹੀ ਯਕੀਨ ਹੋਣ ਲੱਗਦਾ ਹੈ। ਫਿਰ ਦੋਨਾਂ ਤੇ ਹੀ ਸ਼ੱਕ ਹੁੰਦਾ ਹੈ। ਥੋੜੀ ਦੇਰ ਲਈ ਕਿਸੇ ਪਾਗਲ ਦੀ ਤਰ੍ਹਾਂ ਆਪਣੇ ਦਿਮਾਗ 'ਚ ਪਿੱਛੇ ਮੁੜ ਕੇ ਸੋਚਦੀ ਰਹੀ, ਪਰ ਸੋਚਣ ਨਾਲ ਕੈਮਰਾ ਥੋੜ੍ਹਾ ਹੀ ਸਾਹਮਣੇ ਆ ਜਾਂਦਾ। ਉਸੇ ਵਕਤ ਨਿਰਾਲਾ ਨੂੰ ਫੋਨ ਕਰਨ ਦਾ ਖਿਆਲ ਆਇਆ, ਪਰ ਰਾਤ ਬਹੁਤ ਹੋ ਚੁੱਕੀ ਸੀ ਤੇ ਉਹ ਤਾਂ ਬਾਹਰ ਕੈਂਪਿੰਗ ਕਰ ਰਿਹਾ ਸੀ। ਮੈਥੋਂ ਫਿਰ ਵੀ ਨਹੀਂ ਰਿਹਾ ਗਿਆ ਤੇ ਮੈਂ ਫੋਨ ਮਿਲਾ ਲਿਆ। ਚੁੱਕਣਾ ਥੋੜਾ ਸੀ ਉਹਨੇ। ਉਸ ਸਮੇਂ ਫੋਨ ਨਹੀਂ ਚੁੱਕਿਆ। ਹੁਣ ਹੀਲਾ ਦੀ ਯਾਦ ਆਈ, ਪਰ ਉਹਦਾ ਨੰਬਰ ਤਾਂ ਲਿਆ ਹੀ ਨਹੀਂ। ਫੇਸਬੁੱਕ ਤੇ ਭਾਲਦੀ ਹਾਂ, ਪਰ ਪੂਰਾ ਨਾਂ ਪਤਾ ਨਹੀਂ। ਗੂਗਲ ਤੇ ਹੀਲਾ ਤੇ ਜਾਮੀਆ ਤੇ ਇਸਮਬਰੁਕ ਯੂਨੀਵਰਸਿਟੀ ਸਾਰਾ ਲਿਖ ਕੇ ਸਰਚ ਕਰਦੀ ਹਾਂ। ਕਿਸੇ ਤਰ੍ਹਾਂ ਲਿੰਕਡਇਨ ਤੇ ਪੂਰਾ ਨਾਮ ਮਿਲਦਾ ਹੈ। ਹੁਣ ਫੇਸਬੁੱਕ ਤੇ ਭਾਲਦੀ ਹਾਂ, ਇਹ ਰਹੀ, ਪਰ ਫਰੈਂਡ ਰਿਕੁਐਸਟ ਦਾ ਤਾਂ ਆਪਸ਼ਨ ਹੀ ਬੰਦ ਹੈ। ਹੁਣ ਸੁਨੇਹੇ ਲਿਖਦੀ ਹਾਂ, ਪਰ ਉਹ ਵੀ ਅੰਦਰ ਫੋਲਡਰ 'ਚ ਜਾਂਦਾ ਹੈ। ਇਨਬਾਕਸ 'ਚ ਜਾਣ ਦੇ ਪੈਸੇ ਮੰਗਦਾ ਹੈ, ਸ਼ਾਇਦ 1 ਯੂਰੋ। ਮੈਂ ਉਹ ਵੀ ਬੈਂਕ ਟ੍ਰਾਂਸਫਰ ਕਰਦੀ ਹਾਂ ਤਾਂ ਕਿ ਹੀਲਾ ਜਲਦੀ ਤੋਂ ਜਲਦੀ ਮੇਰਾ ਮੈਸੇਜ ਪੜ੍ਹ ਲਏ। ਹੋਰ ਕੀ ਕਰ ਸਕਦੀ ਸੀ? ਕੈਮਰਾ ਤੇ ਫੋਟੋ ਗੁੰਮ ਹੋਣ ਤੋਂ ਜ਼ਿਆਦਾ ਮੈਨੂੰ ਹੁਣ ਆਪਣੇ ਦੁੱਖ ਤੋਂ ਪਰੇਸ਼ਾਨੀ ਹੋ ਰਹੀ ਹੈ। ਮੈਨੂੰ ਪਰੇਸ਼ਾਨੀ ਇਸ ਲਈ ਹੋ ਰਹੀ ਹੈ ਕਿ ਮੈਨੂੰ ਇੰਨਾ ਦੁੱਖ ਕਿਉਂ ਹੋ ਰਿਹਾ। ਇੰਨਾ ਸੁੰਦਰ ਘਰ ਤੇ ਬਿਸਤਰੇ ਦਾ ਸਾਰਾ ਚਾਅ ਜਾਂਦਾ ਰਿਹਾ। ਬਸ ਇਹੀ ਖੁਸ਼ੀ ਸੀ ਮੇਰੀ। ਇੱਕ ਨਿਰਜੀਵ ਕੈਮਰਾ ਤੇ ਉਸ 'ਚ ਪਈਆਂ ਨਿਰਜੀਵ ਤਸਵੀਰਾਂ ਨੇ ਮੇਰੀ ਸਾਰੀ ਖੁਸ਼ੀ ਖੋਹ ਲਈ। ਸਾਡੀਆਂ ਚੀਜ਼ਾਂ ਕੀ ਸਾਡੀ ਖੁਸ਼ੀ ਨਾਲੋਂ ਜ਼ਿਆਦਾ ਜ਼ਰੂਰੀ ਹਨ? ਜੇਕਰ ਨਹੀਂ ਤਾਂ ਸਾਨੂੰ ਚੀਜ਼ਾਂ ਇੰਨੀਆਂ ਦੁਖੀ ਕਿਉਂ ਕਰ ਜਾਂਦੀਆਂ ਹਨ? ਸਾਹ ਤੱਕ ਰੋਕ ਦਿੱਤੇ ਸੀ ਮੇਰੇ ਇਸ ਚੀਜ਼ ਨੇ। ਬਸ ਇਹੀ ਹੈ ਮੇਰੀ ਸਾਧਨਾ,
ਬਸ ਇਹੀ ਹੈ ਮੇਰਾ ਵਿਸ਼ਵਾਸ। ਮੈਂ ਹੌਲੀ-ਹੌਲੀ ਆਪਣੇ ਸਾਹਾਂ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰਨ ਲੱਗੀ। ਇੱਕ ਵੱਡਾ ਲੰਮਾ ਡੂੰਘਾ ਸਾਹ, ਦੂਜਾ ਵੱਡਾ ਲੰਮਾ ਡੂੰਘਾ ਸਾਹ, ਤੀਜਾ ਵੱਡਾ ਲੰਮਾ ਡੂੰਘਾ ਸਾਹ। ਬਸ ਇਹੀ ਹੈ ਜ਼ਿੰਦਗੀ ਜੋ ਨੱਕ ਤੋਂ ਆ ਜਾ ਰਹੀ ਹੈ। ਬਸ ਇਹੀ ਹੈ ਜੋ ਕੀਮਤੀ ਹੈ। ਇਸ ਜ਼ਿੰਦਗੀ ਨੂੰ ਕੁਝ ਤਸਵੀਰਾਂ ਤੇ ਕੈਮਰਾ ਡਾਵਾਂਡੋਲ ਕਰ ਗਏ। ਹੁਣ ਮੈਂ ਮੁਸਕਰਾਉਣ ਲੱਗੀ ਸੀ। ਖੁਦ ਨੂੰ ਕਿਹਾ, ਕੱਲ ਨਵਾਂ ਲੈ ਲੈਣਾ, ਹੁਣ ਥੋੜਾ ਸਾਹ ਲੈ ਲਾ। ਆਖਰ ਤੂੰ ਕਿਵੇਂ ਬੈਕਪੈਕਰ ਕਹਿਲਾਏਂਗੀ ਜਿਹਦੇ ਕੋਲ ਕੈਮਰਾ ਗੁੰਮ ਹੋ ਜਾਣ ਵਾਲੀ ਕਹਾਣੀ ਹੀ ਨਹੀਂ। ਸ਼ੁਕਰ ਮਨਾ ਕਿ ਤੂੰ ਹੈ। ਸੋਚਿਆ ਸਵੇਰੇ ਜ਼ਰੂਰ ਕੁਝ ਚੰਗਾ ਹੋਏਗਾ। ਸਵੇਰੇ ਆਰਾਮ ਨਾਲ ਉੱਠੀ ਤੇ ਨੀਨਾ ਨੂੰ ਆਪਣੇ ਗੁਆਚੇ ਕੈਮਰੇ ਬਾਰੇ ਦੱਸਿਆ। ਹੁਣ ਤਾਂ ਮਿਲਣਾ ਮੁਸ਼ਕਿਲ ਹੈ, ਉਹਨੇ ਕਿਹਾ, ਪਰ ਮੈਨੂੰ ਜ਼ਿਆਦਾ ਪਰੇਸ਼ਾਨ ਨਾ ਦੇਖੋ, ਥੋੜੀ ਪਰੇਸ਼ਾਨ ਹੋ ਜਾਂਦੀ ਹੈ। ਉਹਨੇ ਮੈਨੂੰ ਦੱਸਿਆ ਕਿ ਉਹਦੀ ਇੱਕ ਪਸੰਦੀਦਾ ਜੈਕਟ ਵੀ ਪਰਸੋਂ ਹੀ ਇੱਕ ਮਾਲ 'ਚ ਗੁਆਚ ਗਈ ਤੇ ਵਾਪਸ ਮਿਲਣ ਦੇ ਕੋਈ ਅਸਾਰ ਨਜ਼ਰ ਨਹੀਂ ਆਉਂਦੇ। ਮੈਂ ਉਹਨੂੰ ਕਹਿੰਦੀ ਹਾਂ ਕਿ ਪਤਾ ਨਹੀਂ ਕਿਉਂ ਲੱਗਦਾ ਹੈ ਕਿ ਮੇਰਾ ਕੈਮਰਾ ਮਿਲ ਜਾਏਗਾ। ਉਹ ਹੱਸਦੀ ਹੈ ਤੇ ਕਹਿੰਦੀ ਹੈ, ਕਾਸ਼ ਉਹਦੀ ਜੈਕਟ ਵੀ ਮਿਲ ਜਾਏ। ਮੈਂ ਚਾਹ ਪੀ ਕੇ ਸਿੱਧੀ ਯੂਨੀਵਰਸਿਟੀ ਵੱਲ ਨਿਕਲਦੀ ਹਾਂ। ਅਜੇ ਤੱਕ ਮੇਰੇ ਮੈਸੇਜ ਦਾ ਕੋਈ ਜਵਾਬ ਨਹੀਂ ਆਇਆ ਸੀ। ਮੈਨੂੰ ਜਲਦੀ ਯੂਨੀਵਰਸਿਟੀ ਪਹੁੰਚ ਜਾਣਾ ਚਾਹੀਦਾ ਹੈ। ਕੀ ਪਤਾ ਬਾਹਰ ਗਾਰਡਨ 'ਚ ਜਿੱਥੇ ਬੈਠੇ ਸੀ ਉੱਥੇ ਰੱਖਿਆ ਹੋਵੇ, ਜਾਂ ਬਾਹਰ ਛੱਜੇ ਦੇ ਥੱਲੇ, ਜਾਂ ਅੰਦਰ ਰਿਸੈਪਸ਼ਨ ਵਿੱਚ, ਜਾਂ ਨਿਰਾਲਾ ਦੀ ਕਾਰ 'ਚ। ਮੈਂ ਕੈਮਰਾ ਭਾਲਣ ਜਾ ਰਹੀ ਸੀ, ਪਰ ਹੁਣ ਮੇਰਾ ਸਾਹ ਨਹੀਂ ਰੁਕ ਰਿਹਾ ਸੀ। ਮੈਨੂੰ ਪਤਾ ਸੀ ਕਿ ਮਿਲ ਜਾਏਗਾ, ਜੇ ਨਹੀਂ ਤਾਂ ਮੈਂ ਅੱਜ ਹੀ ਨਵਾਂ ਖਰੀਦਣ ਲਈ ਤਿਆਰ ਸੀ। ਅਜੇ ਲਗਭਗ 5 ਮਿੰਟ ਹੀ ਚੱਲੀ ਸੀ ਕਿ ਫੋਨ ਦੇ ਮੈਸੇਜ ਦੀ ਘੰਟੀ ਵੱਜੀ। ਜਿਵੇਂ ਮੈਨੂੰ ਪਤਾ ਸੀ ਕਿ ਕਿਹਦਾ ਸੀ ਤੇ ਕਿਸ ਬਾਰੇ ਸੀ। Dear Anu, your camera is safe with me. You can collect it when you come back tonight. Hila. ਬੱਲੇ, ਮੈਂ ਗਲੀ 'ਚ ਨੱਚਣ ਲੱਗੀ। ਹੁਣ ਮੈਂ ਵਾਪਸ ਘਰ ਦੇ ਵੱਲ ਮੁੜ ਜਾਂਦੀ ਹਾਂ। ਹੁਣ ਕੀ ਜਲਦੀ ਹੈ, ਆਰਾਮ ਨਾਲ ਲੈ ਲਵਾਂਗੀ। ਨੀਨਾ ਨੂੰ ਛੁੱਟੀ ਸੀ ਤੇ ਉਹਨੇ ਮੈਨੂੰ ਆਪਣੀ ਮਾਂ ਦੇ ਘਰ ਚੱਲਣ ਦਾ ਸੱਦਾ ਦਿੱਤਾ। ਉਹਦੀ ਮਾਂ ਇਕੱਲੀ ਇੱਕ ਪਹਾੜੀ ਉੱਪਰ ਰਹਿੰਦੀ ਹੈ ਤੇ ਨੀਨਾ ਛੁੱਟੀ 'ਚ ਉਹਨੂੰ ਮਿਲਣ ਜਾਂਦੀ ਹੈ। ਕਿਉਂ ਨਹੀਂ, ਚਲੋ, ਮੈਂ ਕਿਹਾ। ਉਹਨੇ ਦੱਸਿਆ ਕਿ ਉਹਨੇ ਆਪਣੀ ਮਾਂ ਨੂੰ ਮੇਰੇ ਬਾਰੇ ਦੱਸਿਆ, ਪਰ ਉਹ ਇਸ ਤਰ੍ਹਾਂ ਇੱਕ ਅਜਨਬੀ ਨੂੰ ਘਰ 'ਚ ਰੁਕਣ ਦੇ ਖਿਆਲ ਨਾਲ ਖੁਸ਼ ਨਹੀਂ ਹੈ। ਲੱਗਦਾ ਹੈ ਉਹਨਾਂ ਵਿੱਚ ਬਹਿਸ ਵੀ ਹੋਈ ਹੈ। ਉਹ ਕਹਿੰਦੀ ਹੈ ਪੁਰਾਣੇ ਲੋਕ ਇੱਕ ਦੂਜੇ ਉੱਪਰ ਜ਼ਿਆਦਾ ਵਿਸ਼ਵਾਸ ਕਰਦੇ ਸਨ। ਕਹਿੰਦੇ ਤਾਂ ਇਹੀ ਨੇ ਨਾ, ਪਰ ਮੇਰੀ ਮਾਂ ਉਲਟੀ ਹੈ। ਮੈਂ ਸੋਚਦੀ ਹਾਂ ਕਿ ਕੀ ਸੱਚਮੁੱਚ ਪੁਰਾਣੇ ਜ਼ਮਾਨੇ ਦੇ ਲੋਕ ਇੱਕ ਦੂਜੇ ਉੱਪਰ ਜ਼ਿਆਦਾ ਵਿਸ਼ਵਾਸ ਕਰਦੇ ਸਨ। ਵਿਸ਼ਵਾਸ ਕਰਦੇ ਹੋਣਗੇ, ਪਰ ਮੈਨੂੰ ਪਤਾ ਨਹੀਂ। ਪੁਰਾਣੇ ਲੋਕ ਆਪਣੇ ਇੱਕ ਘੁੱਟੇ ਹੋਏ ਲੱਗਦੇ ਨੇ, ਆਪਣੇ ਵਿੱਚ ਘੁੱਟੇ ਹੋਏ ਲੱਗਦੇ ਨੇ। ਉਹ ਦੂਜਿਆਂ ਦੁਆਰਾ ਜੱਜ ਕੀਤੇ ਜਾਣ ਤੋਂ ਡਰਦੇ ਹਨ। ਆਪਣਾ ਦੁੱਖ ਆਪਣੇ ਅੰਦਰ ਰੱਖਦੇ ਹਨ। ਪਰਿਵਾਰ ਦੀ ਗੱਲ ਪਰਿਵਾਰ 'ਚ ਰਹੇ, ਇਸ ਗੱਲ ਤੇ ਯਕੀਨ ਰੱਖਦੇ ਹਨ। ਅਸੀਂ ਨਵੇਂ ਲੋਕ, ਸੌਰੀ ਵਿੱਚ ਦੇ ਲੋਕ, ਕਿਉਂਕਿ ਨਵੇਂ ਲੋਕ ਤਾਂ ਹੁਣ ਕੋਈ ਹੋਰ ਨੇ। ਆਪਾਂ ਤਾਂ ਸਾਰੇ ਕਹਿ ਦਿੰਦੇ ਹਾਂ, ਫੇਸਬੁੱਕ ਤੇ ਲਿਖ ਦਿੰਦੇ ਹਾਂ। ਮੈਂ ਤਾਂ ਜਦੋਂ ਤੱਕ ਆਪਣੀਆਂ ਪਰੇਸ਼ਾਨੀਆਂ ਦਾ ਢੋਲ ਨਾ ਵਜਾ ਲਵਾਂ, ਚੈਨ ਨਹੀਂ ਮਿਲਦਾ। ਫਿਰ ਜੋ ਹਮਦਰਦੀਆਂ ਮਿਲਦੀਆਂ ਹਨ, ਉਹਨਾਂ ਬਾਰੇ ਇਹ ਕਿਉਂ ਸੋਚਣਾ ਕਿ ਉਹ ਅਸਲੀ ਨੇ ਜਾਂ ਨਕਲੀ। ਤੁਹਾਨੂੰ ਤਾਂ ਮਿਲ ਗਈ ਨਾ, ਤਾਂ ਲੈ ਲਓ। ਮੈਨੂੰ ਆਪਣੇ ਦੁੱਖ ਚੀਕਾਂ ਮਾਰ ਕੇ ਕਹਿ ਦੇਣ ਤੇ ਹੀ ਸ਼ਾਂਤੀ ਮਿਲਦੀ ਹੈ। ਮੇਰੇ ਦੁੱਖ ਮੈਨੂੰ ਮੇਰੀਆਂ ਗਲਤੀਆਂ ਦਾ ਨਤੀਜਾ ਨਹੀਂ ਲੱਗਦੇ, ਤੇ ਜੇ ਹੋਣ ਤਾਂ ਵੀ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੀ ਹਾਂ। ਇਹ ਨਹੀਂ ਕਿ ਦੂਜੇ ਕੀ ਕਹਿਣਗੇ। ਕਦੇ ਕਦੇ ਦੂਜਿਆਂ ਦੀ ਪਰਵਾਹ ਹੁੰਦੀ ਹੈ, ਪਰ ਹੁਣ ਹੌਲੀ ਹੌਲੀ ਘਟ ਰਹੀ ਹੈ। ਮੈਂ ਇਹਦੀ ਵੀ ਪਰਵਾਹ ਨਹੀਂ ਕਰਦੀ ਕਿ ਸਾਹਮਣੇ ਵਾਲਾ ਸੱਚੀ ਮੁੱਚੀ ਮੇਰੇ ਦੁੱਖ ਨਾਲ ਦੁਖੀ ਹੈ ਕਿ ਨਹੀਂ। ਕਿਉਂ ਹੋਵੇ ਕੋਈ ਤੁਹਾਡੇ ਦੁੱਖ 'ਚ ਦੁਖੀ? ਤੁਹਾਡੀ ਖੁਸ਼ੀ 'ਚ ਖੁਸ਼। ਤੁਹਾਡੀ ਖੁਸ਼ੀ ਤੁਹਾਡੇ ਅੰਦਰੋਂ ਹੀ ਨਿਕਲੇਗੀ ਤੇ ਦੁੱਖ ਵੀ ਤੁਹਾਡੇ ਅੰਦਰੋਂ ਹੀ ਨਿਕਲੇਗਾ। ਲੋਕ ਕਹਿੰਦੇ ਨੇ ਕਿ ਸੱਚੇ ਦੋਸਤ ਉਹੀ ਹੁੰਦੇ ਨੇ ਜੋ ਤੁਹਾਡੇ ਦੁੱਖ 'ਚ ਦੁਖੀ ਹੁੰਦੇ ਹੋਣ। ਮੈਨੂੰ ਨਹੀਂ ਲੱਗਦਾ। ਕਿਸੇ ਦੀ ਨੌਕਰੀ ਛੁੱਟ ਜਾਏ, ਕਿਸੇ ਦਾ ਪੈਰ ਟੁੱਟ ਜਾਏ, ਉਸ 'ਚ ਦੁੱਖ ਦਿਖਾਉਣਾ ਕਿੱਥੇ ਮੁਸ਼ਕਿਲ ਹੈ। ਅਸਲ ਗੱਲ ਤਾਂ ਉਦੋਂ ਹੈ ਜਦੋਂ ਕੋਈ ਤੁਹਾਡੀ ਖੁਸ਼ੀ 'ਚ ਸ਼ਾਮਲ ਹੋਵੇ। ਤੁਹਾਡੀ ਲਾਟਰੀ ਲੱਗ ਜਾਏ, ਪ੍ਰਮੋਸ਼ਨ ਹੋ ਜਾਏ, ਤੁਹਾਡੇ ਦੋਸਤ ਖੁਸ਼ ਹੋ ਜਾਣ। ਨਹੀਂ, ਮੈਂ ਨਹੀਂ ਹੋ ਸਕਦੀ। ਕੋਈ ਨਵਾਂ ਬੰਗਲਾ ਬਣਾ ਲੇ, ਮੈਨੂੰ ਫਰਕ ਨਹੀਂ ਪੈਂਦਾ, ਪਰ ਕੋਈ ਮੈਥੋਂ ਜ਼ਿਆਦਾ ਘੁੰਮ ਲਵੇ, ਮੈਂ ਚਾਹ ਕੇ ਵੀ ਇਸ ਲਈ ਖੁਸ਼ ਨਹੀਂ ਹੋ ਸਕਦੀ। ਜਲਨ ਮੇਰੇ ਮਨ ਦਾ ਸਭ ਤੋਂ ਪ੍ਰਭਾਵੀ ਭਾਵ ਹੈ। ਜਿਹੜੇ ਕੰਮ ਨੂੰ ਮੈਂ ਕਰਨਾ ਚਾਹਾਂ, ਕੋਈ ਹੋਰ ਉਹਨੂੰ ਮੇਰੇ ਤੋਂ ਪਹਿਲਾਂ ਕਰ ਲਏ, ਚੰਗਾ ਕਰ ਲਏ, ਤਾਂ ਮੈਂ ਖੁਸ਼ ਨਹੀਂ ਹੋ ਸਕਦੀ। ਪਤਾ ਨਹੀਂ ਸਹੀ ਹੈ ਜਾਂ ਗਲਤ, ਤੇ ਕੌਣ ਕਰੇਗਾ ਸਹੀ ਗਲਤ ਦਾ ਫੈਸਲਾ। ਪਰ ਕਈ ਵਾਰ ਆਪਣੀ ਖੁਸ਼ੀ ਤੇ ਆਪਣੇ ਦੁੱਖ ਦੂਜਿਆਂ ਨਾਲ ਵੀ ਜੁੜ ਜਾਂਦੇ ਹਨ। ਜਿਵੇਂ ਕੋਈ ਕਦੇ ਕਦੇ ਇੰਨਾ ਮਹੱਤਵਪੂਰਨ ਬਣ ਜਾਂਦਾ ਹੈ ਕਿ ਉਹ ਖੁਸ਼ ਤਾਂ ਤੁਸੀਂ ਖੁਸ਼, ਤੇ ਜੇ ਉਹ ਦੁਖੀ ਤਾਂ ਤੁਸੀਂ ਦੁਖੀ। ਉਹ ਅੱਜ ਹੱਸ ਕੇ ਬੋਲ ਪਿਆ ਤਾਂ ਤੁਸੀਂ 7ਵੇਂ ਅਸਮਾਨ ਤੇ, ਅੱਜ ਉਹਨੇ ਹੱਸ ਕੇ ਗੱਲ ਨਾ ਕੀਤੀ ਤਾਂ ਉਦਾਸ। ਅੱਜ ਤੋਂ 6.5 ਸਾਲ ਪਹਿਲਾਂ ਜਦੋਂ ਮੈਂ ਪੂਨੇ 'ਚ ਰਹਿ ਰਹੀ ਸੀ, ਉਦੋਂ ਅਖਿਲ ਵੀ ਮੇਰੇ ਲਈ ਮੇਰਾ ਸੁੱਖ ਤੇ ਦੁੱਖ ਬਣ ਗਿਆ ਸੀ।
ਪਤਾ ਨਹੀਂ ਅਖਿਲ ਦਾ ਨਾਮ ਇੰਨੀ ਦੇਰ ਤੋਂ ਕਿਉਂ ਆਇਆ ਜ਼ਿਕਰ 'ਚ। ਮੈਂ ਤਾਂ ਸ਼ੁਰੂਆਤ ਹੀ ਉਹ ਤੋਂ ਕਰਨਾ ਚਾਹੁੰਦੀ ਸੀ। ਉਸੇ ਤੋਂ ਤਾਂ ਸ਼ੁਰੂਆਤ ਹੋਈ ਸੀ, ਇਕੱਲੇ ਬੈਗ ਟੰਗ ਕੇ ਮੇਰੇ ਬਾਹਰ ਨਿਕਲ ਜਾਣ ਦੀ। ਜਦੋਂ ਉਹਦਾ ਮੂਡ ਮੇਰਾ ਮੂਡ ਬਣਨ ਲੱਗ ਗਿਆ ਸੀ, ਉਦੋਂ ਦੀ ਗੱਲ ਹੈ। ਇੱਕ ਦਿਨ ਮੈਂ ਬਹੁਤ ਖੁਸ਼ ਸੀ। ਦਫ਼ਤਰ ਤੋਂ ਆਉਂਦੇ ਅਖਿਲ ਨੂੰ ਫੋਨ ਕੀਤਾ। ਉਹਦਾ ਦਿਨ ਸ਼ਾਇਦ ਚੰਗਾ ਨਹੀਂ ਬੀਤਿਆ ਸੀ ਤਾਂ ਉਹ ਖਿਜਿਆ ਹੋਇਆ ਸੀ। ਨਤੀਜਾ ਇਹ ਹੋਇਆ ਕਿ ਮੇਰਾ ਚੰਗਾ ਮੂਡ ਇੱਕਦਮ ਫੁੱਸ ਹੋ ਗਿਆ। ਉਸ ਦਿਨ ਮੈਨੂੰ ਪਹਿਲੀ ਵਾਰ ਪਤਾ ਲੱਗਾ ਕਿ ਮੇਰੀ ਖੁਸ਼ੀ ਮੇਰੀ ਹੈ ਜਾਂ ਕਿਸੇ ਹੋਰ ਦੀ। ਉਸ ਇੱਕ ਇਨਸਾਨ ਤੇ ਇੰਨਾ ਨਿਰਭਰ ਹੋ ਜਾਣਾ ਕਿ ਖੁਦ ਦੀ ਕੋਈ ਭਾਵਨਾ ਹੀ ਨਾ ਰਹੇ। ਉਹਦੇ ਦਿੱਤੇ ਫੁੱਲਾਂ ਦੇ ਗੁਲਦਸਤੇ ਦੀ ਬਸ ਉਡੀਕ ਰਹੇ ਤੇ ਅੰਦਰ ਹੀ ਅੰਦਰ ਤੁਸੀਂ ਮੰਨਦੇ ਰਹੋ ਕਿ ਕਾਸ਼ ਅੱਜ ਉਹਦਾ ਮੂਡ ਚੰਗਾ ਹੋਵੇ। ਮੇਰੀਆਂ ਖੁਸ਼ੀਆਂ ਕਿਸੇ ਇਨਸਾਨ ਉੱਤੇ ਇੰਨੀਆਂ ਨਿਰਭਰ ਹੋ ਗਈਆਂ ਸਨ ਕਿ ਮੈਂ ਨਾ ਚਾਹੁੰਦੀ ਹੋਈ ਵੀ ਡਰਨ ਲੱਗੀ ਸੀ। ਮੈਂ ਆਪਣੀ ਖੁਸ਼ੀ ਦੇ ਨਾਲ ਨਾਲ ਉਹਦੀ ਖੁਸ਼ੀ ਦੀ ਵੀ ਉਡੀਕ ਕਰਨ ਲੱਗੀ ਤੇ ਅਜਿਹਾ ਨਹੀਂ ਕਿ ਮੈਂ ਦੁਖੀ ਸੀ, ਪਰ ਉਹ ਦੁੱਖ ਵੀ ਜੋ ਸੀ ਉਹ ਵੀ ਉਸ ਉੱਪਰ ਨਿਰਭਰ ਸੀ। ਉਹ ਵੀ ਮੇਰਾ ਨਹੀਂ ਸੀ। ਮੇਰੀ ਖੁਸ਼ੀ ਤੇ ਮੇਰਾ ਦੁੱਖ ਦੋਵੇਂ ਜਿਵੇਂ ਉਧਾਰ ਦੇ ਸਨ। ਉਹ ਪਤਾ ਨਹੀਂ ਡੂੰਘਾ ਪਿਆਰ ਸੀ ਜਾਂ ਪੱਕੀ ਆਦਤ, ਪਰ ਉਹ ਹੁਣ ਮੇਰੀ ਬਰਦਾਸ਼ਤ ਤੋਂ ਬਾਹਰ ਹੋਣ ਲੱਗੀ ਸੀ। ਮੈਂ ਦਫ਼ਤਰ ਤੋਂ ਅਸਤੀਫਾ ਦਿੱਤਾ ਤੇ 25,000 ਦੀ ਬੈਂਕ ਬੱਚਤ ਦੇ ਨਾਲ ਆਪਣਾ ਬੈਗ ਮੋਢੇ ਤੇ ਟੰਗ ਤੇ ਬਿਨਾਂ ਕਿਸੇ ਰਿਜ਼ਰਵੇਸ਼ਨ ਦੇ ਨਿਕਲ ਆਈ। ਬੱਸ ਲੈ ਕੇ ਅਹਿਮਦਾਬਾਦ ਪਹੁੰਚੀ ਤੇ ਉੱਥੋਂ ਟ੍ਰੇਨ ਤੇ ਜੈਸਲਮੇਰ। ਮੈਂ ਇਕੱਲੀ 1 ਮਹੀਨੇ ਤੱਕ ਰਾਜਸਥਾਨ ਘੁੰਮਦੀ ਰਹੀ। ਮੈਂ ਉੱਥੋਂ ਇਕੱਲੀ ਘੁਮੱਕੜ ਨਹੀਂ ਸੀ, ਆਪਣੇ ਵਰਗੇ ਪਤਾ ਨਹੀਂ ਕਿੰਨੇ ਹੋਰ ਇਕੱਲੇ ਘੁੰਮਦੇ ਮੁੰਡੇ ਕੁੜੀਆਂ ਨਾਲ ਮੈਂ ਉੱਥੇ ਮਿਲੀ। ਪਰ ਭਾਰਤ ਵਿੱਚ ਹੁੰਦੇ ਵੀ ਮੈਨੂੰ ਇੱਕ ਵੀ ਭਾਰਤੀ ਬੈਕਪੈਕਰ ਉੱਥੇ ਨਹੀਂ ਮਿਲਿਆ ਸੀ। ਜੋ ਵੀ ਸਾਨੂੰ ਸਾਰੇ ਦੇ ਸਾਰੇ ਇਕੱਲੇ ਫਿਰਦੇ ਫਰੰਗੀ। ਘਰ ਖਰੀਦਣ ਦੇ ਆਈਡੀਏ ਨੂੰ ਛੱਡ ਕੇ ਦੁਨੀਆ ਘੁੰਮਣ ਨਿਕਲੀ ਬ੍ਰਾਜ਼ੀਲ ਦੀ ਇੱਕ ਡਾਕਟਰ, ਰੇਗਿਸਤਾਨ ਦੇ ਪਿਆਰ 'ਚ ਪਾਗਲ ਇੱਕ ਜਰਮਨ ਕੁੜੀ, ਦੁਨੀਆ ਭਰ 'ਚ ਸਾਈਕਲ ਚਲਾਉਂਦਾ ਇੱਕ ਅਧਖੜ ਜੋੜਾ, ਮੈਟਲ ਦੀ ਜੁਐਲਰੀ ਬਣਾਉਂਦਾ ਵੇਚਦਾ ਇੱਕ ਬ੍ਰਾਜ਼ੀਲੀਅਨ ਹਿੱਪੀ, ਲੰਬੀ ਅਨਪੇਡ ਛੁੱਟੀ ਲੈ ਕੇ ਘੁੰਮਦਾ ਇੱਕ ਅਮਰੀਕਨ ਪ੍ਰਾਇਮਰੀ ਟੀਚਰ। ਜੀਵਨ ਦੇ ਹਰ ਪੜਾਵ 'ਚੋਂ ਨਿਕਲੇ ਲੋਕ। ਮੈਂ ਇਕੱਲੀ ਸੀ ਤੇ ਆਪਣੇ ਆਪ ਦੇ ਨਾਲ ਸੀ। ਮੈਂ ਆਪਣਾ ਰਾਹ ਭਾਲਿਆ, ਆਪਣੇ ਰਹਿਣ ਦੇ ਟਿਕਾਣੇ ਭਾਲੇ, ਆਪਣੀ ਮੰਜ਼ਲਾਂ, ਆਪਣੇ ਸਾਥੀ, ਆਪਣੀ ਤਨਹਾਈ, ਆਪਣੀ ਖੁਸ਼ੀ, ਆਪਣੇ ਗਮ ਵੀ, ਸਭ ਕੁਝ ਭਾਲਿਆ। ਜੈਸਲਮੇਰ ਤੋਂ ਕੁਲਧਰਾ ਪਿੰਡ ਤੱਕ ਸਾਈਕਲ ਚਲਾਉਂਦੇ ਸਮੇਂ ਜਿਵੇਂ ਮੇਰਾ ਦਿਲ ਨੱਚ ਰਿਹਾ ਸੀ। ਮੈਂ ਰੇਤ ਦੇ ਟਿੱਬਿਆਂ ਉੱਪਰ ਬਣੇ ਰੋਡ ਉੱਪਰ ਸਾਈਕਲ ਚਲਾ ਰਹੀ ਸੀ, ਕੱਲੀ, ਇੱਕਦਮ ਕੱਲੀ, ਤੇ ਖੁਸ਼ ਸੀ। ਉਹ ਖੁਸ਼ੀ ਕਿਸੇ ਹੋਰ ਤੇ ਨਿਰਭਰ ਨਹੀਂ ਸੀ, ਉਹ ਬਸ ਮੇਰੀ ਸੀ। ਖੁਸ਼ੀ ਹੁਣ ਮੈਨੂੰ ਆਪਣੇ ਅੰਦਰ ਮਿਲ ਗਈ ਸੀ। ਮੈਂ ਪੂਰਾ 1 ਸਾਲ ਵੀ ਘੁੰਮ ਸਕਦੀ ਸੀ ਤੇ ਪੂਰੀ ਉਮਰ ਵੀ। ਵਾਪਸ ਮੁੜ ਕੇ ਮੈਂ ਆਪਣੇ ਤੋਂ ਖੁਸ਼ ਤੇ ਇੱਕ ਦਲੇਰ ਕੁੜੀ ਸੀ। ਮੈਂ ਖੁਦ 'ਚ ਖੁਸ਼ ਸੀ ਤੇ ਜਦੋਂ ਤੁਸੀਂ ਆਪਣੀ ਖੁਸ਼ੀ ਖੁਦ ਵਿੱਚ ਭਾਲ ਲੈਂਦੇ ਹੋ ਤਾਂ ਦੂਜੇ ਤੇ ਬੋਝ ਨਹੀਂ, ਉਹਦੇ ਸਾਥੀ ਹੁੰਦੇ ਹੋ। ਦੂਜਾ ਵੀ ਖੁਸ਼ ਤੇ ਦੁੱਖ ਦਾ ਕਾਰਨ ਨਾ ਹੋ ਕੇ ਉਹ ਤੁਹਾਡੇ ਰਾਹ ਦਾ ਇੱਕ ਹਮਸਫਰ ਹੁੰਦਾ ਹੈ। ਤੁਸੀਂ ਇੱਕ ਦੂਜੇ ਦੇ ਲਈ ਬਿਕਰਮ ਤੇ ਬੇਤਾਲ ਨਹੀਂ ਹੁੰਦੇ। ਇੱਕ ਦੂਜੇ ਤੋਂ ਖੁਸ਼ੀ ਨਿਚੋੜਨ ਦੇ ਲਈ ਨਾਲ ਨਹੀਂ ਹੁੰਦੇ। ਇੱਕ ਦੂਜੇ ਦੀ ਖੁਸ਼ੀ ਸਾਂਝੀ ਕਰਨ ਵਧਾਉਣ ਦੇ ਲਈ ਨਾਲ ਹੁੰਦੇ ਹੋ। ਦੋਨਾਂ ਨੂੰ ਆਪਣੀ ਆਪਣੀ ਖੁਸ਼ੀ ਨਾਲ ਨੱਕੋ ਨੱਕ ਭਰੇ ਰਹਿਣਾ ਹੁੰਦਾ ਹੈ। ਉਦੋਂ ਹੀ ਪਿਆਰ ਰਹਿੰਦਾ ਹੈ, ਨਹੀਂ ਤਾਂ ਉਹ ਸਿਰਫ ਜ਼ਰੂਰਤ ਹੁੰਦੀ ਹੈ। ਅੱਜ 6 ਸਾਲ ਬਾਅਦ ਵੀ ਅਖਿਲ ਤੇ ਮੈਂ ਨਾਲ ਹੀ ਹਾਂ, ਸ਼ਾਇਦ ਇਸੇ ਲਈ ਕਿ ਅਸੀਂ ਦੋਨੋਂ ਆਪਣੀਆਂ ਆਪਣੀਆਂ ਖੁਸ਼ੀਆਂ ਭਾਲਣਾ ਸਿੱਖ ਗਏ ਹਾਂ। ਹਾਂ, ਤੇ ਮੈਂ ਕਹਿ ਰਹੀ ਸੀ ਕਿ ਨੀਨਾ ਦੀ ਮਾਂ ਉਹ ਤੋਂ ਖੁਸ਼ ਨਹੀਂ ਸੀ, ਪਰ ਨੀਨਾ ਨੂੰ ਉਸ ਤੋਂ ਜ਼ਿਆਦਾ ਫਰਕ ਪੈਂਦਾ ਦਿਖਾਈ ਨਹੀਂ ਦਿੰਦਾ। ਤਾਂ ਹੀ ਉਹ ਅੱਡ ਅੱਡ ਰਹਿੰਦੀਆਂ ਸਨ। ਵਿਚਾਰ ਨਾ ਮਿਲ ਰਹੇ ਹੋਣ ਤਾਂ ਸਿਰਫ ਕਿਰਾਇਆ ਵੰਡਣ ਜਾਂ ਬਚਾਉਣ ਦੇ ਲਈ ਨਾਲ ਨਹੀਂ ਰਹਿਣਾ ਚਾਹੀਦਾ। ਉਹਦੀ ਮਾਂ ਨੇ ਤਾਂ ਸਾਨੂੰ ਬੁਲਾਉਣ ਤੋਂ ਇਨਕਾਰ ਕਰ ਦਿੱਤਾ, ਪਰ ਨੀਨਾ ਮੈਨੂੰ ਪੂਰਾ ਦਿਨ ਸ਼ਹਿਰ ਵਿਖਾਉਂਦੀ ਰਹੀ। ਉਹ ਮੈਨੂੰ ਆਪਣੇ ਪਸੰਦੀਦਾ ਕੈਫੇ 'ਚ ਲੈ ਕੇ ਗਈ। ਉਹ 30 ਸਾਲਾਂ ਤੋਂ ਇਸ ਸ਼ਹਿਰ 'ਚ ਹੈ ਤਾਂ ਇਹਦੀ ਗਲੀ ਤੋਂ ਵਾਕਫ ਹੈ। ਕਦੇ ਕਦੇ ਮੈਨੂੰ ਸਾੜਾ ਹੁੰਦਾ ਹੈ ਅਜਿਹੇ ਲੋਕਾਂ ਤੋਂ। ਮੈਂ ਸ਼ਹਿਰ ਬਦਲਦੀ ਰਹਿੰਦੀ ਹਾਂ, ਸ਼ਾਇਦ ਇਸ ਲਈ ਇੰਨੀ ਜਾਣ ਪਛਾਣ ਨਹੀਂ ਰਹਿੰਦੀ। ਜਦੋਂ ਤੱਕ ਕੁਝ ਹੁੰਦੀ ਹੈ ਦੂਜੇ ਸ਼ਹਿਰ ਚਲੀ ਜਾਂਦੀ ਹਾਂ। ਨੀਨਾ ਨੂੰ ਅਜਿਹਾ ਨਹੀਂ ਲੱਗਦਾ। ਉਹ ਵੱਖ-ਵੱਖ ਸ਼ਹਿਰਾਂ 'ਚ ਜਾਣਾ ਚਾਹੁੰਦੀ ਹੈ, ਉਹ ਵੀ ਠੀਕ ਹੈ। ਜਦੋਂ ਮੈਂ 10 ਸਾਲ ਪੂਨੇ 'ਚ ਰਹੀ ਤਾਂ ਉੱਥੇ ਜਾਣ ਤੋਂ ਇਲਾਵਾ ਹੋਰ ਕੁਝ ਨਹੀਂ ਸੋਚਦੀ ਸੀ ਕਿਤੇ ਵੀ, ਬਸ ਉੱਥੋਂ ਦੂਰ। ਸਾਰਿਆਂ ਦਾ ਆਪਣਾ ਆਪਣਾ ਸੁਭਾਅ ਹੁੰਦਾ, ਮੇਰਾ ਤਾਂ ਬਦਲਦਾ ਰਹਿੰਦਾ। ਸ਼ਾਮ ਨੂੰ ਮੈਂ ਯੂਨੀਵਰਸਿਟੀ ਜਾ ਕੇ ਆਪਣਾ ਕੈਮਰਾ ਲੈ ਆਈ ਤੇ ਘਰ ਜਾਂਦੇ ਸਮੇਂ ਇੰਡੀਅਨ ਡਿਨਰ ਬਣਾਉਣ ਦਾ ਸਮਾਨ ਵੀ। ਕਈ ਮਸਾਲੇ ਨੀਨਾ ਦੇ ਘਰ 'ਚ ਸੀ ਤੇ ਕੁਝ ਮੈਨੂੰ ਬਾਹਰ ਮਿਲ ਗਏ। ਡਿਨਰ ਅਸੀਂ ਦੋਨਾਂ ਨੇ ਮਿਲ ਕੇ ਬਣਾਇਆ ਤੇ ਉਹਦਾ ਬॉयਫ੍ਰੈਂਡ ਜਨਾਬ ਬਾਲਕਨੀ 'ਚ ਮੈਗਜ਼ੀਨ ਪੜ੍ਹਦਾ ਰਿਹਾ। ਭਾਰਤੀ ਘਰਾਂ 'ਚ ਤਾਂ ਇਹ ਗੱਲ ਆਮ ਦਿਖਦੀ ਹੈ। ਲੰਡਨ ਵਿੱਚ ਵੀ ਕਿਸੇ ਭਾਰਤੀ ਘਰ 'ਚ ਜਾਓ, ਰਸੋਈ 'ਚ ਕੰਮ ਕਰਦੀਆਂ ਔਰਤਾਂ ਹੀ ਮਿਲਣਗੀਆਂ, ਚਾਹੇ ਨੌਕਰੀ ਕਰਨ
ਮੀਆਂ ਬੀਵੀ ਦੋਨੋਂ ਹੀ ਜਾਂਦੇ ਹੋਣ। ਇੱਥੇ ਨੀਨਾ ਦੇ ਜਨਾਬ ਜਦੋਂ ਬਾਲਕਨੀ 'ਚ ਬੈਠੇ ਤਾਂ ਮੈਨੂੰ ਥੋੜ੍ਹਾ ਅਜੀਬ ਲੱਗਿਆ। ਸੋਚਿਆ ਕਿ ਸ਼ਾਇਦ ਇਹਨਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ, ਇਸ ਲਈ ਇਕੱਲੇ ਉੱਥੇ ਬੈਠੇ ਹੋਏ ਹਨ। ਪਰ ਖਾਣੇ ਤੋਂ ਬਾਅਦ ਜਦੋਂ ਜਨਾਬ ਨੇ ਸਾਰੇ ਬਰਤਨ ਆਪ ਹੀ ਸਾਫ਼ ਕਰ ਦਿੱਤੇ ਤਾਂ ਮਨ ਕੁਝ ਹਲਕਾ ਹੋਇਆ। ਰਾਤ ਵਿੱਚ ਮੈਂ ਇੱਥੋਂ ਸਵਿਟਜ਼ਰਲੈਂਡ ਜਾਣ ਦੇ ਸਾਧਨ ਭਾਲਦੀ ਹਾਂ, ਪਰ ਉਸ ਸਮੇਂ ਕੋਈ ਲਿਫਟ ਨਹੀਂ ਹੈ, ਬੱਸ ਵੀ ਨਹੀਂ ਹੈ। ਅਗਲਾ ਸਭ ਤੋਂ ਸਸਤਾ ਸਾਧਨ ਹੈ ਟ੍ਰੇਨ, ਪਰ ਉਹਦਾ ਵੀ ਟਿਕਟ ਇੱਥੇ 100 ਯੂਰੋ ਦਾ ਹੈ। ਮੇਰੇ ਕੋਲ ਕੋਈ ਹੋਰ ਰਾਹ ਨਹੀਂ ਹੈ। ਸੁਣਿਆ ਸਵਿਟਜ਼ਰਲੈਂਡ ਵਿੱਚ ਟ੍ਰੇਨ ਦਾ ਰਾਹ ਬਹੁਤ ਸੁੰਦਰ ਹੈ। ਮੈਂ ਆਪਣੇ ਇਸ ਸਫ਼ਰ ਦੀ ਪਹਿਲੀ ਸਭ ਤੋਂ ਮਹਿੰਗੀ ਟਿਕਟ ਕਟਾ ਕੇ ਸੌਂ ਜਾਂਦੀ ਹਾਂ। 11ਵਾਂ ਭਾਗ ਹੈ ਬਰਨ, ਇਨਸਾਨੀਅਤ ਦਾ ਉਹ ਟਿਕਾਣਾ। ਸਵਿਟਜ਼ਰਲੈਂਡ ਦੇ ਬਰਨ ਸ਼ਹਿਰ ਦੇ ਲਈ ਮੈਂ ਟਿਕਟ ਕਟਾ ਲਈ ਸੀ। ਉੱਥੇ ਰਹਿਣ ਦਾ ਇੰਤਜ਼ਾਮ ਪਹਿਲਾਂ ਤੋਂ ਹੀ ਸੀ। ਹੁਣ ਸਿਰਫ ਟਿਕਟ ਦਾ ਪ੍ਰਿੰਟ ਆਊਟ ਲੈਣਾ ਹੀ ਬਾਕੀ ਸੀ। ਸਵੇਰੇ 11 ਵਜੇ ਦੀ ਟ੍ਰੇਨ ਸੀ ਤਾਂ ਮੈਨੂੰ ਲੱਗਿਆ ਕਿ ਉਸ ਤੋਂ ਪਹਿਲਾਂ ਤਾਂ ਪ੍ਰਿੰਟ ਆਊਟ ਲੈ ਹੀ ਲਵਾਂਗੀ। ਇੱਥੇ ਜ਼ਿਆਦਾਤਰ ਘਰਾਂ 'ਚ ਪ੍ਰਿੰਟਰ ਹਨ ਤੇ ਫੋਟੋਸਟੇਟ ਤੇ ਪ੍ਰਿੰਟਿੰਗ ਦੀ ਦੁਕਾਨ ਆਮ ਤੌਰ 'ਤੇ ਨਹੀਂ ਦਿਸਦੀ। ਹਾਲਾਂਕਿ ਹੁਣ ਜਦੋਂ ਨੀਨਾ ਦਾ ਪ੍ਰਿੰਟਰ ਖਰਾਬ ਪਿਆ ਤਾਂ ਮੇਰੇ ਕੋਲ ਹੋਰ ਕੋਈ ਰਾਹ ਵੀ ਨਹੀਂ ਸੀ। ਸਵੇਰੇ ਸਵੇਰੇ ਬਾਹਰ ਨਿਕਲੀ ਤਾਂ ਸਾਹਮਣੇ ਇੱਕ ਫੋਟੋ ਸਟੂਡੀਓ ਦੇਖਿਆ। ਲੱਗਿਆ ਇੱਥੇ ਪ੍ਰਿੰਟ ਮਿਲ ਜਾਣਾ ਚਾਹੀਦਾ, ਪਰ ਬਾਹਰ ਨੋਟਿਸ ਲੱਗਿਆ ਸੀ ਕਿ ਕਿਸੇ ਪਰਿਵਾਰਕ ਕਾਰਨ ਦੇ ਕਰਕੇ ਅੱਜ ਇਹ ਬੰਦ ਹੈ। 20-25 ਮਿੰਟ ਤੱਕ ਦੁਕਾਨ ਘੁੰਮਦੀ ਰਹੀ, ਪਰ ਕਿਤੋਂ ਵੀ ਪ੍ਰਿੰਟਰ ਨਹੀਂ ਮਿਲਿਆ। ਫਿਰ 1-2 ਲੋਕਾਂ ਤੋਂ ਇਹ ਵੀ ਪੁੱਛ ਲਿਆ ਕਿ ਉਹ ਆਪਣੇ ਘਰ ਦਾ ਪ੍ਰਿੰਟਰ ਇਸਤੇਮਾਲ ਕਰਨ ਲਈ ਦੇ ਸਕਦੇ ਹਨ, ਪਰ ਉੱਥੇ ਵੀ ਕੋਈ ਗੱਲ ਨਾ ਬਣੀ। ਮੈਂ ਘਰ ਆ ਗਈ। ਟਿਕਟ ਇੰਨਾ ਮਹਿੰਗਾ ਸੀ, ਪ੍ਰਿੰਟ ਨਾ ਮਿਲਣ ਤੇ ਬੇਕਾਰ ਹੋ ਜਾਏਗਾ ਤਾਂ ਬਹੁਤ ਬੁਰਾ ਹੋਏਗਾ। ਨੀਨਾ ਮੇਰੀ ਪਰੇਸ਼ਾਨੀ ਸਮਝ ਮੈਨੂੰ ਦੱਸਦੀ ਹੈ ਕਿ ਇੱਥੇ ਟਿਕਟ ਕੁਝ ਟਾਈਮ ਤੱਕ ਵੈਲਿਡ ਰਹਿੰਦਾ ਹੈ। ਹੁਣ ਵਾਲੀ ਨਹੀਂ ਤਾਂ ਸ਼ਾਮ ਵਾਲੀ ਟ੍ਰੇਨ ਲੈ ਲੈਣਾ। ਇਹ ਜਾਣ ਕੇ ਮੇਰੇ ਮਨ ਨੂੰ ਥੋੜ੍ਹੀ ਸ਼ਾਂਤੀ ਮਿਲੀ। ਮੈਂ ਫਿਰ ਵੀ ਨਾਸ਼ਤਾ ਕਰਕੇ ਫਟਾਫਟ ਚੱਲ ਪਈ। ਕਿਤੇ ਸਟੇਸ਼ਨ ਦੇ ਆਸੇ-ਪਾਸੇ ਜਾਂ ਉਹਦੇ ਅੰਦਰ ਹੀ ਪ੍ਰਿੰਟ ਲੈਣ ਦਾ ਕੋਈ ਇੰਤਜ਼ਾਮ ਹੋਵੇ। ਸਟੇਸ਼ਨ ਪਹੁੰਚੀ ਤਾਂ ਜਿਸ ਟ੍ਰੇਨ ਦੇ ਲਈ ਮੇਰੀ ਟਿਕਟ ਸੀ ਉਹਦਾ ਦਫ਼ਤਰ ਇੱਕਦਮ ਸਾਹਮਣੇ ਹੀ ਸੀ। ਮੈਂ ਅੰਦਰ ਗਈ। ਉੱਥੇ ਬੈਠੇ ਸੱਜਣ ਨੂੰ ਆਪਣੇ ਫੋਨ ਉੱਤੇ ਜਿਵੇਂ ਮੈਂ ਟਿਕਟ ਦਿਖਾਇਆ, ਉਹਨੇ ਬਿਨਾਂ ਕੁਝ ਕਹੇ ਜਾਂ ਪੁੱਛੇ ਮੈਨੂੰ ਮੇਰੇ ਟਿਕਟ ਦਾ ਪ੍ਰਿੰਟ ਆਊਟ ਸੌਂਪ ਦਿੱਤਾ। ਆ ਲਓ, ਇੰਨੀ ਕੁ ਗੱਲ ਦੀ ਇੰਨੀ ਸਾਰੀ ਪਰੇਸ਼ਾਨੀ ਸਵੇਰ ਤੋਂ। ਕਈ ਵਾਰ ਬਹੁਤ ਵੱਡੀ ਦਿਸਣ ਵਾਲੀ ਮੁਸੀਬਤ ਸਭ ਤੋਂ ਛੋਟੀ ਹੁੰਦੀ ਹੈ। ਮੈਂ ਰਾਹ ਦੇ ਲਈ ਪਾਣੀ, ਫਲ ਆਦਿ ਸਟੇਸ਼ਨ ਤੋਂ ਹੀ ਖਰੀਦ ਲੈਂਦੀ ਹਾਂ। ਅੰਦਰ ਖਾਣਾ ਪੀਣਾ ਪਤਾ ਨਹੀਂ ਕਿੰਨਾ ਕੁ ਮਹਿੰਗਾ ਹੋਏਗਾ। ਡਬਲ ਡੈਕਰ ਟ੍ਰੇਨ ਬਹੁਤ ਸ਼ਾਨਦਾਰ ਹੈ। ਅੰਦਰ ਵਧੀਆ ਕੁਰਸੀਆਂ ਦੇ ਸਾਹਮਣੇ ਟੇਬਲ ਲੱਗੇ ਹੋਏ ਹਨ। ਭੀੜ ਬਿਲਕੁਲ ਵੀ ਨਹੀਂ ਹੈ। ਮੈਂ ਅੰਦਰ ਸਵਾਰ ਹੋ ਕੇ ਇੱਕ ਵਧੀਆ ਖਿੜਕੀ ਵਾਲੀ ਸੀਟ ਉੱਤੇ ਬੈਠ ਜਾਂਦੀ ਹਾਂ। ਸਵਿਟਜ਼ਰਲੈਂਡ ਆਖਰੀ ਸ਼ਹਿਰ ਹੈ, ਇਹ ਸੋਚ ਕੇ ਥੋੜ੍ਹੀ ਸ਼ਾਂਤੀ ਜਿਹੀ ਹੈ। ਅੱਗੇ ਕੋਈ ਹੋਰ ਮੇਜ਼ਬਾਨ ਨਹੀਂ ਲੱਭਣਾ। ਹੁਣ ਲਿਫਟ ਮਿਲ ਜਾਏ ਬਰਨ ਤੋਂ ਪੈਰਿਸ ਲਈ। ਫਿਰ ਇੱਕ ਦਿਨ ਸੁਮਨ ਦੇ ਕੋਲ ਠਹਿਰ ਕੇ ਘਰ ਦਾ ਬਣਿਆ ਖਾਣਾ ਖਾਵਾਂਗੀ, ਢੇਰ ਸਾਰੀਆਂ ਗੱਲਾਂ ਕਰਾਂਗੀ, ਚਾਹ ਪੀਵਾਂਗੀ ਤੇ ਸੌਵਾਂਗੀ। ਹੁਣ ਬਰਨ ਦੀ ਫੇਰੀ ਸ਼ਾਇਦ ਆਉਣ ਜਾਣ ਦੀ ਹੈ। ਚਲੋ ਇਹੀ ਸਹੀ, ਸਵਿਟਜ਼ਰਲੈਂਡ ਘੁੰਮੀ ਕਹਿਣ ਨੂੰ ਇਹ ਤਾਂ ਹੋ ਜਾਏਗਾ, ਹੋਰ ਕੀ। ਮੈਂ ਆਪਣਾ ਖਾਣ ਪੀਣ ਵਾਲਾ ਝੋਲਾ ਖੋਲ੍ਹਣ ਹੀ ਲੱਗੀ ਸੀ ਕਿ ਟਿਕਟ ਚੈੱਕਰ ਆ ਜਾਂਦਾ ਹੈ। ਇੱਕ ਤਾਂ ਇਹ ਅਜੀਬ ਗੱਲ ਹੈ, ਟ੍ਰੇਨ 'ਚ ਬੈਠਣ ਵੇਲੇ ਭੁੱਖ ਲੱਗਦੀ ਹੈ। ਖੈਰ ਮੈਂ ਟਿਕਟ ਦਿਖਾਉਂਦੀ ਹਾਂ ਤਾਂ ਮੈਨੂੰ ਉੱਠਣ ਨੂੰ ਕਹਿੰਦਾ ਹੈ। ਉਹ ਕਹਿੰਦਾ ਹੈ ਕਿ ਫਸਟ ਕਲਾਸ ਦਾ ਡੱਬਾ ਹੈ। ਆ ਲਓ। ਇਸੇ ਕਰਕੇ ਭੀੜ ਬਿਲਕੁਲ ਨਹੀਂ ਹੈ। ਮੈਂ ਆਪਣਾ ਬੈਗ ਲਮਕਾ ਟ੍ਰੇਨ ਦੇ ਅੰਦਰ ਨੌਨ ਫਸਟ ਕਲਾਸ ਡੱਬਿਆਂ ਵੱਲ ਵੱਧਦੀ ਹਾਂ। ਇੱਥੇ ਤਾਂ ਕੋਈ ਸੀਟ ਖਾਲੀ ਨਹੀਂ ਹੈ। ਫਸਟ ਕਲਾਸ 'ਚ ਕੋਈ ਬੈਠਣ ਵਾਲਾ ਹੀ ਨਹੀਂ ਹੈ ਤੇ ਇੱਥੇ ਕੋਈ ਸੀਟ ਵੀ ਨਹੀਂ ਹੈ। ਟਿਕਟ ਚੈੱਕਰ ਨੇ ਕੋਈ ਵਧੀਆ ਗੱਲ ਨਹੀਂ ਕੀਤੀ। ਖਾਲੀ ਥਾਂ ਤੋਂ ਉਠਾ ਕੇ ਭੀੜ 'ਚ ਭੇਜ ਦਿੱਤਾ। ਬਹੁਤ ਲੱਭਣ ਦੇ ਬਾਅਦ ਇੱਕ 12-13 ਸਾਲ ਦੀ ਬੱਚੀ ਦੇ ਸਾਹਮਣੇ ਵਾਲੀ ਸੀਟ ਮਿਲੀ। ਉਹ ਵੀ ਆਪਣੇ ਪਰਿਵਾਰ ਦੇ ਕੋਲ ਸੀਟ ਨਾ ਮਿਲਣ ਦੇ ਕਾਰਨ ਦੂਰ ਬੈਠੀ ਸੀ, ਜਾਂ ਉਹਦਾ ਇਕੱਲੀ ਬੈਠਣ ਦਾ ਸ਼ੌਕ ਸੀ, ਪਤਾ ਨਹੀਂ। ਖੈਰ ਜੋ ਵੀ ਹੋਵੇ, ਇੱਥੇ ਟੇਬਲ ਟੂਬਲ ਨਹੀਂ ਸੀ। ਰਾਹ ਦੇ ਦ੍ਰਿਸ਼ ਪਹਿਲਗਾਮ ਤੇ ਗੁਲਮਰਗ ਦੇ ਨਾਲ ਕਾਫੀ ਮਿਲਦੇ ਜੁਲਦੇ ਦਿਖ ਰਹੇ ਸੀ। ਸੋਹਣੀਆਂ ਨੀਲੀਆਂ ਝੀਲਾਂ ਤੇ ਉਹਨਾਂ ਦੇ ਦੁਆਲੇ ਹਰੇ ਪਹਾੜ, ਵਿਚਕਾਰ 1-2 ਕਿਸਮਤ ਵਾਲਿਆਂ ਦੇ ਘਰ। ਪਤਾ ਨਹੀਂ ਕਿਹੋ ਜਿਹੇ ਲੋਕ ਹੋਣਗੇ ਜਿਹੜੇ ਇੱਥੇ ਰਹਿੰਦੇ ਹਨ। ਝੀਲ ਦੇ ਕਿਨਾਰੇ, ਪਹਾੜਾਂ ਦੇ ਵਿਚਕਾਰ। ਕੀ ਇਹ ਵੀ ਦੇਸ਼ ਵਿਦੇਸ਼ ਘੁੰਮਣ ਜਾਂਦੇ ਹੋਣਗੇ? ਇਸ ਸਵਰਗ ਤੋਂ ਦੂਰ 20 ਦਿਨ ਕਿਸ ਤਰ੍ਹਾਂ ਬਿਤਾਉਂਦੇ ਹੋਣਗੇ? ਜਾਂ ਦੂਜੇ ਪਾਸੇ ਦੀ ਘਾਹ ਜ਼ਿਆਦਾ ਹਰੀ ਵਾਲੀ ਗੱਲ ਇੱਥੇ ਵੀ ਲਾਗੂ ਹੁੰਦੀ ਹੋਏਗੀ। ਖੈਰ ਇੱਥੋਂ ਵਾਲੀ ਘਾਹ ਹੈ ਤਾਂ ਬੇਸ਼ੱਕ ਜ਼ਿਆਦਾ ਹਰੀ। ਮੇਰੀ ਟ੍ਰੇਨ ਜ਼ਿਊਰਿਖ ਹੁੰਦੇ ਹੋਏ ਬਰਨ ਲਗਭਗ 4 ਵਜੇ ਸ਼ਾਮੀ ਪਹੁੰਚ ਗਈ। ਰਾਜ਼ ਦੀ ਗੱਲ ਦੱਸਾਂ, ਬਰਨ ਸਵਿਟਜ਼ਰਲੈਂਡ ਦੀ ਰਾਜਧਾਨੀ ਹੈ। ਇਹ ਮੈਨੂੰ ਪਤਾ ਨਹੀਂ ਸੀ। ਸ਼ਨੀਵਾਰ ਦਾ ਦਿਨ ਸੀ। ਮੇਰੇ ਮੇਜ਼ਬਾਨ ਨੇ ਮੈਨੂੰ 7-8 ਵਜੇ ਆਪਣੇ ਘਰ ਬੁਲਾਇਆ ਸੀ। ਮੇਰੇ ਕੋਲ 4 ਘੰਟੇ ਸੀ ਤਾਂ ਮੈਂ ਸੋਚਿਆ ਕਿ ਬਾਹਰ ਕਿਸੇ ਕੈਫੇ 'ਚ ਬੈਠ ਕੇ ਟਾਈਮ ਪਾਸ ਕਰ ਲੈਂਦੇ ਹਾਂ।
ਸ਼ਹਿਰ 'ਚ ਘੁੰਮਣ ਨੂੰ ਹੁਣ ਇੰਨਾ ਮਨ ਨਹੀਂ ਸੀ। ਸਵਿਟਜ਼ਰਲੈਂਡ ਇੱਕਦਮ ਸਵਿਟਜ਼ਰਲੈਂਡ ਵਰਗਾ ਸੀ, ਬਾਕੀ ਯੂਰਪ ਤੋਂ ਬਿਲਕੁਲ ਅਲੱਗ। ਚੌੜੀਆਂ ਸੜਕਾਂ ਉੱਤੇ ਭੱਜਦੀਆਂ ਨਵੀਆਂ ਨਕੋਟ ਟਰਾਮਾਂ, ਉੱਪਰ ਬਿਜਲੀ ਦੀਆਂ ਤਾਰਾਂ, ਸਟਾਰਬਕਸ, ਕੋਂਸਟਾ, ਮੈਕਡੋਨਲਡ ਚੇਨਸ, ਹਰ ਥਾਂ ਫ੍ਰੀ ਵਾਈਫਾਈ ਤੇ ਬੇਹੱਦ ਮਹਿੰਗਾਈ। ਉਂਝ ਤਾਂ ਮੈਨੂੰ ਸਟਾਰਬਕਸ ਦੀ ਕੌਫੀ 'ਚ ਕੈਮੀਕਲ ਮਿਲੇ ਹੋਣ ਦਾ ਸ਼ੱਕ ਹੁੰਦਾ ਹੈ, ਪਰ ਪਾਣੀ ਤੇ ਬਾਥਰੂਮ ਦੀ ਫ੍ਰੀ ਸਰਵਿਸ ਪਾਉਣ ਦੇ ਲਈ ਮਜਬੂਰੀ 'ਚ ਇੱਥੇ ਜਾ ਵੀ ਸਕਦੀ ਹਾਂ। ਪਰ ਇਹ ਕੀ, ਜਿੱਥੇ ਬਾਕੀ ਯੂਰਪ 'ਚ ਕੌਫੀ 3 ਯੂਰੋ ਦੀ ਸੀ, ਇੱਥੇ 6 ਯੂਰੋ ਦੀ। ਇਹ ਠੀਕ ਹੈ ਕਿ ਸਵਿਟਜ਼ਰਲੈਂਡ ਦੀ ਕਰੰਸੀ ਸਵਿਸ ਫਰੈਂਕ ਹੈ, ਪਰ ਯੂਰੋ ਵੀ ਚੱਲ ਜਾਂਦਾ ਹੈ। ਫਰੈਂਕ ਤੇ ਯੂਰੋ ਦਾ ਰੇਟ ਉਂਝ ਵੀ ਬਰਾਬਰ ਹੀ ਰਹਿੰਦਾ ਹੈ। 6 ਯੂਰੋ ਦੀ ਕੌਫੀ ਤਾਂ ਨਹੀਂ ਪੀਤੀ ਜਾ ਸਕਦੀ ਆਪਣੇ ਤੋਂ, ਉਹ ਵੀ ਸਟਾਰਬਕਸ ਵਿੱਚੋਂ। ਕੋਈ ਵਧੀਆ ਲੋਕਲ ਕੈਫੇ ਕੂਫੇ ਹੋਵੇ ਤਾਂ ਇਨਸਾਨ ਫਿਰ ਵੀ ਸੋਚ ਲਵੇ। ਕੈਮੀਕਲ ਨਾਲ ਭਰੇ ਕੱਪ ਦੇ ਲਈ ਤਾਂ 6 ਯੂਰੋ ਨਹੀਂ ਦਿੱਤੇ ਜਾ ਸਕਦੇ। ਖੈਰ, ਮੈਂ ਪਾਣੀ ਪੀ ਕੇ ਚੱਲ ਪਈ। ਪਹਿਲਾਂ ਸੋਚਿਆ ਸਟੇਸ਼ਨ ਉੱਪਰ ਲੌਕਰ ਰੂਮ ਲੱਭਾਂ, ਫਿਰ ਥੋੜਾ ਇੱਧਰ ਉੱਧਰ ਘੁੰਮਾਂਗੀ, ਉਸ ਤੋਂ ਬਾਅਦ ਬੱਸ ਲੈ ਕੇ ਮੇਜ਼ਬਾਨ ਦੇ ਘਰ। ਪਰ ਪਤਾ ਨਹੀਂ ਕਿਉਂ ਲੱਗਿਆ ਵਾਪਸ ਸਟੇਸ਼ਨ ਜਾਣ ਦਾ ਮਨ ਨਹੀਂ ਹੈ ਤੇ ਸ਼ਹਿਰ ਵੇਖਣ ਦਾ ਵੀ ਨਹੀਂ ਹੈ। ਦਰਅਸਲ ਹੁਣ ਭੀੜ ਵਿੱਚ ਜਾਣ ਦਾ ਮਨ ਨਹੀਂ ਸੀ। ਮੇਰਾ ਫੋਨ ਤਾਂ ਮਰ ਚੁੱਕਿਆ ਸੀ, ਪਰ ਮੈਨੂੰ ਇਹ ਪਤਾ ਸੀ ਕਿ ਇੱਥੋਂ ਘਰ ਲਗਭਗ 7.5 ਕਿਲੋਮੀਟਰ ਹੈ। ਮੈਂ ਸੋਚਿਆ ਕਿਉਂ ਨਾ ਪੈਦਲ ਚੱਲਿਆ ਜਾਵੇ, ਗਲੀਆਂ ਵੀ ਦਿਸ ਜਾਣਗੀਆਂ ਤੇ ਘਰ ਵੀ ਪਹੁੰਚ ਜਾਵਾਂਗੀ। ਟਾਈਮ ਵੀ ਹੈ ਤੇ ਵੇਲ ਵੀ। ਮੈਂ ਕੁਝ ਸਮਾਂ ਅੰਦਾਜ਼ੇ ਨਾਲ ਚੱਲੀ, ਫਿਰ ਇੱਕ ਔਰਤ ਤੋਂ ਰਾਹ ਪੁੱਛਿਆ ਤਾਂ ਉਹਨੇ ਦੱਸਿਆ ਕਿ ਗਲਤ ਰਾਹ ਤੇ ਚੱਲ ਰਹੀ ਹਾਂ ਤੇ ਵਾਪਸ ਮੋੜ ਦਿੱਤਾ। ਭਾਸ਼ਾ ਦੀ ਦਿੱਕਤ ਨਹੀਂ ਹੈ ਇੱਥੇ, 4 ਭਾਸ਼ਾਵਾਂ ਵਰਤੀਆਂ ਜਾਂਦੀਆਂ ਹਨ। ਜਰਮਨੀ ਨਾਲ ਲੱਗਣ ਵਾਲੇ ਹਿੱਸੇ ਦੇ ਲੋਕ ਜਰਮਨ ਬੋਲਦੇ ਹਨ, ਫਰਾਂਸ ਦੇ ਨਾਲ ਲੱਗਣ ਵਾਲੇ ਫ੍ਰੈਂਚ, ਇਟਲੀ ਦੇ ਨਾਲ ਲੱਗਣ ਵਾਲੇ ਇਟਾਲੀਅਨ ਤੇ ਸਵਿਟਜ਼ਰਲੈਂਡ ਦਾ 1% ਐਥਨਿਕ ਆਬਾਦੀ ਦੀ ਭਾਸ਼ਾ ਹੈ ਰੋਮਾਂਸ। ਜਿਸ ਦੇਸ਼ 'ਚ ਇੰਨੀਆਂ ਭਾਸ਼ਾਵਾਂ ਇਕੱਠੀਆਂ ਹੋਣ, ਉੱਥੇ ਇਹਨਾਂ ਸਭ ਦੇ ਵਿਚਕਾਰ ਸੰਪਰਕ ਕਾਇਮ ਕਰਨ ਦੇ ਲਈ ਆ ਹੀ ਜਾਂਦੀ ਹੈ ਅੰਗਰੇਜ਼ੀ। ਇਹ ਵੀ ਕਿੰਨੀ ਅਜੀਬ ਗੱਲ ਹੈ ਕਿ ਅੰਗਰੇਜ਼ੀ ਲੋਕ ਕਿਤੇ ਵੀ ਚਲੇ ਜਾਣ, ਦੁਨੀਆ ਦੇ ਕਿਸੇ ਵੀ ਖੂੰਜੇ 'ਚ, ਉੱਥੇ ਵੀ ਲੋਕਾਂ ਤੋਂ ਅੰਗਰੇਜ਼ੀ ਸਮਝਣ ਤੇ ਬੋਲਣ ਦੀ ਉਮੀਦ ਰੱਖਦੇ ਹਨ। ਸੋਚਦੀ ਹਾਂ ਅਸੀਂ ਵੀ ਕਦੇ ਹੋਨੋਲੁਲੂ ਜਾਈਏ ਤੇ ਉੱਥੋਂ ਦੇ ਲੋਕਾਂ ਤੋਂ ਹਿੰਦੀ ਜਾਣਨ ਦੀ ਉਮੀਦ ਕਰੀਏ। ਉਂਝ ਚੀਨੀ ਲੋਕਾਂ ਨੇ ਕਾਫੀ ਬਦਲਿਆ ਇਹਨਾਂ ਹਾਲਾਤਾਂ ਨੂੰ। ਕੋਈ ਅੰਗਰੇਜ਼ ਜਦੋਂ ਚੀਨ ਜਾਂਦਾ ਤਾਂ ਚੀਨੀ ਲੋਕਾਂ ਨੂੰ ਮਿਲਣ ਦੀ ਸੋਚਦਾ ਹੈ ਤਾਂ ਚਾਈਨੀਜ਼ ਮੈਂਡਰਿਨ ਸਿੱਖ ਕੇ ਮਿਲਣਾ ਚਾਹੁੰਦਾ ਹੈ। ਲੰਡਨ ਵਿੱਚ ਥਾਂ ਬੱਚਿਆਂ ਨੂੰ ਮੈਂਡਰਿਨ ਸਿੱਖਦੇ ਦੇਖਿਆ ਜਾ ਸਕਦਾ ਹੈ। ਹਿੰਦੀ ਤਾਂ ਖੈਰ ਆਪਣੇ ਹੀ ਬੱਚੇ ਨਹੀਂ ਸਿੱਖਦੇ, ਹੋਰ ਨੂੰ ਕੀ ਕਹੀਏ। ਪਹਿਲੀ ਵਾਰ ਹਿੰਦੀ ਦੀ ਕਮੀ ਮੈਨੂੰ ਉਦੋਂ ਲੱਗੀ ਸੀ ਜਦੋਂ ਰਾਜਸਥਾਨ 'ਚ ਮੇਰੇ ਨਾਲ ਘੁੰਮਦੀਆਂ ਮੇਰੀਆਂ ਬ੍ਰਾਜ਼ੀਲੀਅਨ ਤੇ ਜਰਮਨ ਦੋਸਤ ਫਟਾਫਟ ਆਪਣੀ ਭਾਸ਼ਾ 'ਚ ਵੀਡੀਓ ਬਣਾ ਲੈਂਦੀਆਂ ਸੀ। ਜਿਸ ਤਰ੍ਹਾਂ ਰਾਹ 'ਚ ਚੱਲ ਰਹੇ ਹੋ, ਕੁਝ ਸਾਹਮਣੇ ਦਿਲਚਸਪ ਦਿਖੇ ਤਾਂ ਕੈਮਰਾ ਲੈ ਕੇ ਆਪਣੀ ਭਾਸ਼ਾ 'ਚ ਰਿਕਾਰਡਿੰਗ ਚਾਲੂ। ਮੈਂ ਇਸ ਤਰ੍ਹਾਂ ਕਦੇ ਨਹੀਂ ਕਰ ਸਕਦੀ ਸੀ। ਮੈਨੂੰ ਪਹਿਲਾਂ ਦਿਮਾਗ 'ਚ ਸਕ੍ਰਿਪਟ ਸੋਚਣੀ ਪੈਂਦੀ, ਸ਼ਬਦ ਲੱਭਣੇ ਪੈਂਦੇ, ਵਾਕ ਜਚਾਉਣੇ ਪੈਂਦੇ। ਉਦੋਂ ਤੱਕ ਉਹ ਦਿਲਚਸਪ ਚੀਜ਼ ਪਿੱਛੇ ਰਹਿ ਜਾਂਦੀ ਜਾਂ ਅੱਗੇ ਲੰਘ ਜਾਂਦੀ। ਮੈਂ ਸੁਣਿਆ ਸੀ ਬਲੌਗ ਤਾਂ ਅੰਗਰੇਜ਼ੀ 'ਚ ਹੀ ਲਿਖੇ ਜਾਂਦੇ ਹਨ, ਵੀਡੀਓ ਤਾਂ ਅੰਗਰੇਜ਼ੀ ਵਿੱਚ ਫਟਾਫਟ ਬੋਲ ਕੇ ਬਣਾਈਆਂ ਜਾਂਦੀਆਂ ਹਨ। ਮੈਂ ਆਪਣੇ ਦੇਸ਼ 'ਚ ਸਿਰਫ ਅੰਗਰੇਜ਼ੀ ਟਰੈਵਲ ਸ਼ੋਅ ਵੇਖੇ ਹਨ। ਭਾਰਤ ਦੇਸ਼ 'ਚ ਘੁੰਮਣ ਵਾਲੀਆਂ ਭਾਰਤੀ ਕੁੜੀਆਂ ਵਧੀਆ ਅੰਗਰੇਜ਼ੀ 'ਚ ਗੱਲ ਕਰਦੀਆਂ ਹਨ ਤੇ ਇਹੀ ਕੂਲ ਸਮਝਿਆ ਜਾਂਦਾ ਹੈ। ਫਿਰ ਵੀ ਮੈਨੂੰ ਅੰਗਰੇਜ਼ੀ 'ਚ ਬੋਲਣਾ ਤਾਂ ਠੀਕ, ਪਰ ਨਾਲ ਵੀਡੀਓ ਬਣਾਉਣਾ, ਨਾਲ ਹੀ ਸੋਚਣਾ ਵੀ ਬੇਹੱਦ ਔਖਾ ਲੱਗਦਾ। ਇੱਧਰ ਹਿੰਦੀ ਵਿੱਚ ਤਾਂ 12ਵੀਂ ਜਮਾਤ ਬਾਅਦ ਕਦੀ ਲਿਖਿਆ ਜਾਂ ਬੋਲਿਆ ਵੀ ਨਹੀਂ ਸੀ। ਮੈਂ ਆਪਣਾ ਬਲੌਗ ਅੰਗਰੇਜ਼ੀ 'ਚ ਲਿਖਦੀ ਹਾਂ। ਪਹਿਲਾਂ ਲਿਖਦੀ, ਫਿਰ ਕਈ ਦਿਨਾਂ ਤੱਕ ਐਡਿਟ ਕਰਦੀ, ਆਪਣੀ ਸਹੇਲੀ ਅਨੁਪ੍ਰਿਆ ਤੋਂ ਗ੍ਰਾਮਰ ਚੈੱਕ ਕਰਵਾਉਂਦੀ, ਫਿਰ ਡਰਦੇ ਪੋਸਟ ਕਰਦੀ। ਪਰ ਉਹਨਾਂ ਕੁੜੀਆਂ ਨੂੰ ਦੇਖ ਕੇ ਲੱਗਿਆ ਕਿ ਆਪਣੀ ਭਾਸ਼ਾ ਬੋਲਣਾ ਕਿੰਨਾ ਸੌਖਾ ਹੈ ਤੇ ਉਹ ਤਾਂ ਬਿਨਾਂ ਸ਼ਰਮ ਤੇ ਝਿਜਕ ਦੇ ਫਟਾਫਟ ਫੇਸਬੁੱਕ ਉੱਪਰ ਪੋਸਟ ਵੀ ਕਰ ਦਿੰਦੀਆਂ। ਉਹਨਾਂ ਦਾ ਤਾਂ ਫੇਸਬੁੱਕ ਅਕਾਊਂਟ ਵੀ ਉਹਨਾਂ ਦੀ ਆਪਣੀ ਭਾਸ਼ਾ 'ਚ ਹੈ, ਉਹਨਾਂ ਦਾ ਫੋਨ ਵੀ ਉਹਨਾਂ ਦੀ ਭਾਸ਼ਾ 'ਚ ਹੈ, ਉਹ ਮੇਲ ਵੀ ਆਪਣੀ ਭਾਸ਼ਾ 'ਚ ਲਿਖਦੀਆਂ ਹਨ। ਹੱਦ ਹੈ। ਪਰ ਮੈਨੂੰ ਹਿੰਦੀ ਆਉਂਦੀ ਵੀ ਸਹੀ ਕਿੱਥੋਂ ਸੀ। ਹਿੰਦੀ ਦੇ ਤਾਂ ਕਿੰਨੇ ਸਾਰੇ ਸ਼ਬਦ ਭੁੱਲ ਹੀ ਗਈ ਸੀ। ਫਿਰ ਮੇਰੀ ਭਾਸ਼ਾ ਕੀ ਸੀ, ਕੀ ਹੈ, ਕਿ ਮੇਰੀ ਕੋਈ ਭਾਸ਼ਾ ਨਹੀਂ? ਮੈਨੂੰ ਉਸ ਵਕਤ ਇੰਨਾ ਠੱਗਿਆ ਜਿਹਾ ਮਹਿਸੂਸ ਹੋਇਆ ਕਿ ਮੈਂ ਨਿਰਣਾ ਕੀਤਾ ਕਿ ਹੁਣ ਅੰਗਰੇਜ਼ੀ ਸਿੱਖਣ ਦੀ ਉਮਰ ਤਾਂ ਨਹੀਂ ਹੈ। ਹਿੰਦੀ ਵਧੀਆ ਬੋਲਣਾ ਸਿੱਖਾਂਗੀ, ਫਿਰ ਚਾਹੇ ਲੋਕ ਕੂਲ ਕਹਿਣ ਜਾਂ ਫੂਲ, ਆਪਣੀ ਗੱਲ ਹਿੰਦੀ 'ਚ ਕਹਾਂਗੀ, ਹਿੰਦੀ ਲਿਖਾਂਗੀ। ਜਿਸ ਭਾਸ਼ਾ 'ਚ ਸੋਚਦੀ ਹਾਂ ਉਸੇ ਭਾਸ਼ਾ 'ਚ ਲਿਖਾਂਗੀ। ਉਦੋਂ ਤੋਂ ਸਫ਼ਰ ਇੰਨਾ ਸੌਖਾ ਹੋ ਗਿਆ ਕਿ ਕੀ ਕਹਿਣੇ। ਮੈਂ ਆਪਣੀ ਗੱਲ ਹਿੰਦੀ 'ਚ ਬਿਨਾਂ ਐਡਿਟ ਕੀਤੇ ਜਾਂ ਬਿਨਾਂ ਗ੍ਰਾਮਰ ਦੀ ਪਰਵਾਹ ਕੀਤੇ ਲਿਖ ਦਿੰਦੀ ਹਾਂ। ਦਿਮਾਗ ਤੋਂ ਜਿਸ ਤਰ੍ਹਾਂ ਇੱਕ ਬੋਝ ਜਿਹਾ ਉਤਰ ਗਿਆ। ਉਦੋਂ ਮੈਂ ਠਾਣ ਲਿਆ ਕਿ ਮੈਂ ਆਪਣੇ ਬੱਚਿਆਂ ਨੂੰ ਕਿਸੇ ਇੱਕ ਭਾਸ਼ਾ ਵਿੱਚ ਤਾਂ ਮਾਹਰ ਬਣਾਵਾਂਗੀ, ਚਾਹੇ ਉਹ ਜਾਪਾਨੀ ਕਿਉਂ ਨਾ ਹੋਵੇ, ਪਰ ਇੱਕ ਭਾਸ਼ਾ ਜਿਸ 'ਚੋਂ ਲਿਖਣਾ, ਪੜ੍ਹਨਾ, ਬੋਲਣਾ, ਸੋਚਣਾ, ਕਹਿਣਾ, ਸੁਪਨੇ ਦੇਖਣਾ
ਸਭ ਕੁਝ ਕਰ ਸਕਣ, ਬਿਨਾਂ ਕਿਸੇ ਝਿਜਕ ਦੇ, ਬਿਨਾਂ ਕੂਲ ਫੂਲ ਦੀ ਪਰਵਾਹ ਕੀਤੇ ਆਪਣੇ ਆਪ ਨੂੰ ਪੇਸ਼ ਕਰ ਸਕਣ। ਹੁਣ ਮੈਂ ਉਸ ਨੇਕ ਔਰਤ ਦੇ ਦੱਸੇ ਰਾਹ ਤੇ ਅੱਗੇ ਵਧਣ ਲੱਗੀ। ਉਂਝ ਮੈਂ ਆਪਣੀ ਡਾਇਰੀ 'ਚ ਰਾਹ 'ਚ ਆਉਣ ਵਾਲੀਆਂ ਸੜਕਾਂ ਦੇ ਨਾਮ ਨੋਟ ਕਰ ਲਏ ਸਨ, ਤਾਂ ਇੱਕਦਮ ਗੁਆਚਣ ਦੇ ਮੌਕੇ ਘੱਟ ਸਨ। ਰਾਹ ਲਗਭਗ ਖਾਲੀ ਸੀ, 2-4 ਗੱਡੀਆਂ ਹੀ ਸੜਕ ਤੇ ਸਨ। ਮੇਰੇ ਰਾਹ ਉੱਤੇ ਟਰਾਮ ਵੀ ਨਹੀਂ ਸੀ ਤੇ ਚੱਲਣ ਵਾਲੇ ਲੋਕ ਤਾਂ ਹੈ ਹੀ ਨਹੀਂ ਸੀ। ਰਾਹ 'ਚ ਥਾਂ-ਥਾਂ ਕੰਧਾਂ ਉੱਤੇ ਕਲਾਕ੍ਰਿਤੀਆਂ ਬਣੀਆਂ ਸਨ। ਇੱਥੇ ਦੀਆਂ ਕਲਾਕ੍ਰਿਤੀਆਂ ਥੋੜ੍ਹੀਆਂ ਵੱਖਰੀਆਂ ਸਨ। ਇੱਥੇ ਹਿੰਸਾ ਵਾਲੀਆਂ ਕਲਾਕ੍ਰਿਤੀਆਂ ਨਹੀਂ ਸੀ। ਇੱਥੇ ਕਲਾਕ੍ਰਿਤੀਆਂ 'ਚ ਓਮ ਬਣਿਆ ਸੀ, ਇੱਕ ਨਹੀਂ ਕਈ ਥਾਵਾਂ ਤੇ। ਧਿਆਨ ਕਰਦੀਆਂ ਮੂਰਤੀਆਂ ਸੀ, ਫੁੱਲ ਬਣੇ ਸੀ, ਜੰਗਲ ਬਣੇ ਸੀ, ਓਮ ਸ਼ਾਂਤੀ ਸ਼ਾਂਤੀ ਲਿਖਿਆ ਹੋਇਆ ਸੀ। ਮੈਂ ਸੋਚਣ ਲੱਗੀ, ਸੱਚਮੁੱਚ ਆਰਥਿਕ ਸੰਤੁਸ਼ਟੀ ਦੇ ਬਾਅਦ ਹੀ ਅਧਿਆਤਮਕ ਸੰਤੁਸ਼ਟੀ ਦੀ ਤਲਬ ਹੁੰਦੀ ਹੈ। ਸਵਿਟਜ਼ਰਲੈਂਡ ਦੁਨੀਆ ਦੇ ਸਭ ਤੋਂ ਜ਼ਿਆਦਾ ਅਮੀਰ ਦੇਸ਼ਾਂ 'ਚੋਂ ਹੈ। ਇੱਥੋਂ ਦੇ ਲੋਕਾਂ ਦੀ ਪ੍ਰਤੀ ਵਿਅਕਤੀ ਆਮਦਨ ਦੁਨੀਆ 'ਚ 8ਵੇਂ ਨੰਬਰ ਤੇ ਹੈ। 2015 'ਚ ਹੋਏ ਇੱਕ ਸਰਵੇ ਦੇ ਮੁਤਾਬਕ ਇੱਥੋਂ ਦੇ ਲੋਕ ਦੁਨੀਆ 'ਚ ਸਭ ਤੋਂ ਜ਼ਿਆਦਾ ਖੁਸ਼ ਹਨ। ਪਤਾ ਨਹੀਂ ਕਿਸ ਤਰ੍ਹਾਂ ਹੁੰਦੇ ਹਨ ਇਹ ਸਰਵੇ। ਮੇਰੇ ਕੋਲ ਤਾਂ ਅੱਜ ਤੱਕ ਕੋਈ ਮੇਰਾ ਦੁੱਖ ਸੁੱਖ ਜਾਣਨ ਨਹੀਂ ਆਇਆ। ਕੀ ਅਜਿਹਾ ਸਿਰਫ ਸ਼ਹਿਰ ਦਾ ਇੱਕ ਖੂੰਜਾ ਸੀ? ਕਈ ਵਾਰ ਅਸੀਂ ਸ਼ਹਿਰ ਦਾ ਇੱਕ ਖੂੰਜਾ ਦੇਖਦੇ ਹਾਂ ਤੇ ਆਪਣੀ ਗੱਲ ਘੜ ਲੈਂਦੇ ਹਾਂ। ਉਸੇ ਸ਼ਹਿਰ ਦਾ ਦੂਜਾ ਖੂੰਜਾ ਕੁਝ ਹੋਰ ਹੀ ਕਹਿ ਰਿਹਾ ਹੁੰਦਾ ਹੈ। ਫਿਲਹਾਲ ਮੇਰੇ ਖੂੰਜੇ 'ਚ ਸੜਕਾਂ ਤੇ ਘੁੰਮਦੀਆਂ ਬਿੱਲੀਆਂ ਸਨ, ਘਰਾਂ 'ਚ ਸੇਬ ਦੇ ਰੁੱਖ ਸਨ, ਖੁੱਲ੍ਹੀਆਂ ਸੜਕਾਂ ਸਨ, ਕੰਧਾਂ ਉੱਪਰ ਬਣਿਆ ਓਮ ਸੀ ਤੇ ਸੀ ਸ਼ਾਂਤੀ ਸ਼ਾਂਤੀ। ਮੈਨੂੰ ਚੱਲਦੇ ਹੋਏ 1-1.5 ਘੰਟਾ ਹੋ ਗਿਆ ਸੀ। ਹੁਣ ਤੱਕ ਮੇਰੇ ਮੇਜ਼ਬਾਨ ਦੇ ਘਰ ਵਾਲੀ ਸੜਕ ਨਹੀਂ ਆਈ ਸੀ। ਮੈਂ ਜਾਣਾ ਸੀ ਸਚਵਾਜਰਨਬਰਗ ਸਟਰਾਸ। ਮੈਂ ਹੁਣ ਚੱਲ ਰਹੀ ਸੀ ਕੇਨਿਜ਼ਸ ਸਟਰਾਸ ਉੱਤੇ। ਸਟਰਾਸ ਜ਼ਰੂਰ ਸਟਰੀਟ ਤੋਂ ਨਿਕਲਿਆ ਹੋਏਗਾ। ਮੈਂ ਹੁਣ ਲਿਖਤਾ ਰਹੀ ਹਾਂ ਸਪੈਲਿੰਗ ਵੇਖ ਕੇ, ਪਰ ਮੈਂ ਇਹਨਾਂ ਨੂੰ ਬੋਲ ਨਹੀਂ ਸਕਦੀ, ਤਾਂ ਮੈਂ ਲਿਖਿਆ ਹੋਇਆ ਦਿਖਾ ਕੇ ਰਾਹ ਪੁੱਛਦੀ ਹਾਂ। ਹੁਣ ਤੱਕ ਤਾਂ ਸਹੀ ਰਾਹ ਤੇ ਚੱਲ ਰਹੀ ਹਾਂ, ਪਰ ਭੁੱਖ ਜ਼ੋਰ ਦੀ ਲੱਗ ਆਈ ਹੈ। ਇੱਥੇ ਘਰ ਇੱਕਦਮ ਖੁੱਲ੍ਹੇ ਵਿੱਚ ਬਣੇ ਹੋਏ ਹਨ। ਵਿਚਕਾਰ ਪਾਰਕ ਪੂਰਕ ਹਨ, ਸਾਈਕਲ ਚਲਾਉਣ ਦੇ ਗਰਾਊਂਡ ਹਨ। ਇੱਕ ਸੁਪਰ ਮਾਰਕੀਟ ਜਿਹਾ ਕੁਝ ਦਿਖਾਈ ਦਿੰਦਾ। ਮੈਨੂੰ ਭੁੱਖ ਲੱਗੀ ਹੈ। ਉਦੋਂ ਹੀ ਮਸਾਲਿਆਂ ਨਾਲ ਕੁਝ ਤਲਣ ਦੀ ਮਹਿਕ ਆਉਂਦੀ ਹੈ। ਸ਼ਾਇਦ ਆਪਣੇ ਵੱਲ ਦਾ ਕੁਝ ਹੈ। ਅੰਦਰ ਜਾ ਕੇ ਪਤਾ ਲੱਗਦਾ ਹੈ ਕਿ ਇਹ ਇੱਕ ਤੁਰਕੀ ਦੁਕਾਨ ਹੈ। ਅੰਦਰ ਔਰਤਾਂ ਤੇ ਪੁਰਸ਼ ਦੋਨੋਂ ਹਨ। ਸ਼ਾਇਦ ਇਹ ਇੱਕ ਹੀ ਪਰਿਵਾਰ ਹੈ। ਕੁਝ ਅਧਖੜ ਉਮਰ ਦੀਆਂ ਔਰਤਾਂ ਨੇ ਸਿਰ ਉੱਪਰ ਹਿਜਾਬ ਪਹਿਨੇ ਆ। ਜਵਾਨ ਕੁੜੀਆਂ ਕੁੜਤੇ 'ਚ ਹਨ। ਪੁਰਸ਼ਾਂ ਨੇ ਪੱਛਮੀ ਸਟਾਈਲ ਦੇ ਕੱਪੜੇ ਪਾ ਰੱਖੇ ਹੈ। ਸਹੂਲਤ ਦੇ ਅਨੁਸਾਰ ਸਭ ਤੋਂ ਪਹਿਲਾਂ ਆਦਮੀ ਢਲਦਾ ਹੈ, ਸੰਸਕ੍ਰਿਤੀ ਦਾ ਬੋਝ ਔਰਤਾਂ ਨੂੰ ਚੁਕਾ ਕੇ। ਫਿਰ ਹੌਲੀ ਹੌਲੀ ਔਰਤਾਂ ਵੀ ਬਦਲਦੀਆਂ, ਲੜ ਝਗੜ ਕੇ। ਤੁਸੀਂ ਕਦੇ ਧਿਆਨ ਦਿੱਤਾ ਕਿ ਪੁਰਸ਼ ਨੂੰ ਆਪਣੀ ਸਹੂਲਤ ਦੇ ਅਨੁਸਾਰ ਢਲਣ ਦੇ ਲਈ ਕਿਸੇ ਦੇ ਨਾਲ ਲੜਨਾ ਨਹੀਂ ਪੈਂਦਾ। ਉਹ ਜਿਸ ਤਰ੍ਹਾਂ ਚਾਹੇ ਬਦਲ ਜਾਂਦਾ ਹੈ, ਕਿਉਂਕਿ ਉਹਦੇ ਉੱਪਰ ਸੰਸਕ੍ਰਿਤੀ ਨੂੰ ਢੋਣ ਦਾ ਭਾਰ ਨਹੀਂ ਹੁੰਦਾ। ਉਹਨੂੰ ਆਪਣੇ ਸ਼ਾਰਟਸ ਜਾਂ ਟੀ-ਸ਼ਰਟਸ ਨੂੰ ਜਸਟੀਫਾਈ ਨਹੀਂ ਕਰਨਾ ਪੈਂਦਾ। ਪਰ ਇੱਕ ਔਰਤ ਨੂੰ ਪਰਦੇ 'ਚੋਂ ਨਿਕਲਣ ਦੇ ਲਈ ਪਤਾ ਨਹੀਂ ਕਿੰਨੇ ਕੁ ਝੰਡੇ ਚੁੱਕਣੇ ਪੈਂਦੇ ਆ। ਉਸ ਨਾਲ ਲੜਦੀ ਹੈ ਜੋ ਖੁਦ ਚਾਹੇ ਜਦੋਂ ਮਰਜ਼ੀ ਬਦਲ ਜਾਏ, ਪਰ ਫਿਰ ਵੀ ਕਲਚਰਡ ਰਹਿਣਾ ਚਾਹੁੰਦਾ ਹੈ। ਖੁਦ ਜਦੋਂ ਚਾਹੇ ਦਾੜੀ ਮੁੱਛ ਕਟਵਾ ਲਏ, ਲੁੰਗੀ ਬੰਨ੍ਹ ਲਏ ਜਾਂ ਪਤਲੂਨ ਪਾ ਲਏ, ਉਹਨੂੰ ਝੰਡੇ ਨਹੀਂ ਚੁੱਕਣੇ ਪੈਂਦੇ ਆਪਣੀ ਸਹੂਲਤ ਅਨੁਸਾਰ ਬਦਲਣ ਦੇ ਲਈ। ਇੱਕ ਵੱਡਾ ਸਾਰਾ ਸੁਪਰ ਮਾਰਕੀਟ ਸੀ, ਜਿਸ ਵਿੱਚ ਇੱਕ ਪਾਸੇ ਤੁਰਕੀ ਸਮਾਨ ਸੀ, ਦੂਜੇ ਪਾਸੇ ਤਾਜ਼ੇ ਖਾਣੇ ਦੇ ਸਟਾਲ। ਅਜਿਹੇ ਸ਼ਹਿਰਾਂ 'ਚ ਜਿੱਥੇ ਬਾਹਰ ਦੇ ਦੇਸ਼ਾਂ ਤੋਂ ਬਹੁਤ ਸਾਰੇ ਲੋਕ ਆ ਕੇ ਵਸ ਗਏ ਹਨ, ਉੱਥੇ ਅਜਿਹੀਆਂ ਦੁਕਾਨਾਂ ਆਮ ਹੁੰਦੀਆਂ। ਲੰਡਨ ਵਿੱਚ ਵੀ ਚਾਈਨੀਜ਼, ਭਾਰਤੀ, ਵੀਅਤਨਾਮੀ ਆਦਿ ਦੇਸ਼ਾਂ ਦੇ ਸੁਪਰ ਮਾਰਕੀਟ ਆਮ ਤੌਰ ਤੇ ਦੇਖਣ ਨੂੰ ਮਿਲ ਜਾਂਦੇ ਹਨ। ਜ਼ਿਆਦਾਤਰ ਇਹ ਅਜਿਹੀਆਂ ਥਾਵਾਂ ਤੇ ਹੁੰਦੇ ਹਨ ਜਿੱਥੇ ਉਸ ਦੇਸ਼ ਦੇ ਲੋਕ ਜ਼ਿਆਦਾ ਗਿਣਤੀ 'ਚ ਰਹਿੰਦੇ ਹਨ। ਜਿਵੇਂ ਲੰਡਨ ਦੇ ਈਸਟ ਹੈਮ, ਵੈਂਬਲੀ ਤੇ ਸਾਊਥ ਹਾਲ ਇਲਾਕਿਆਂ 'ਚ ਬਹੁਤ ਸਾਰੀਆਂ ਅਜਿਹੀਆਂ ਦੁਕਾਨਾਂ ਹਨ। ਉੱਥੇ ਗੁੜ, ਸ਼ੱਕਰ, ਵੇਸਣ, ਆਟਾ, ਦਾਲਾਂ, ਪਾਪੜ, ਅਚਾਰ, ਹਲਦੀ, ਕੜੀ ਪੱਤਾ, ਭਿੰਡੀ, ਕਰੇਲਾ ਆਦਿ ਭਾਰਤੀ ਚੀਜ਼ਾਂ ਸੌਖੀਆਂ ਮਿਲ ਜਾਂਦੀਆਂ ਹਨ, ਜੋ ਕਿਸੇ ਹੋਰ ਆਮ ਦੁਕਾਨ ਤੋਂ ਮਿਲਣੀਆਂ ਮੁਸ਼ਕਿਲ ਹੁੰਦੀਆਂ ਹਨ। ਇਸ ਦੁਕਾਨ 'ਚ ਖਾਣ ਵਾਲੀ ਥਾਂ ਉੱਪਰ 2-3 ਮੇਜ਼ ਕੁਰਸੀਆਂ ਰੱਖੀਆਂ ਸੀ ਤੇ ਕੁਝ ਗੱਦੀਆਂ ਹੇਠਾਂ ਵਿਛਾਈਆਂ ਸੀ। ਗੱਦੀਆਂ ਉੱਪਰ ਵਧੀਆ ਸਾਫ਼ ਸਫੈਦ ਕੱਪੜਾ ਵਿਛਿਆ ਸੀ ਤੇ ਵਿਚਕਾਰ ਘੱਟ ਉਚਾਈ ਵਾਲਾ ਇੱਕ ਮੇਜ਼ ਸੀ। ਇਹ ਸ਼ਾਇਦ ਇਸ ਪਰਿਵਾਰ ਦੇ ਖਾਣਾ ਖਾਣ ਦਾ ਸੀ। ਲੱਗਦਾ ਸੀ ਇਹ ਲੋਕ ਹੁਣੇ ਖਾਣਾ ਖਾ ਕੇ ਉੱਠੇ ਹਨ। ਖਾਣੇ ਦੀ ਖੁਸ਼ਬੂ ਤਾਂ ਸੀ, ਪਰ ਖਾਣਾ ਨਹੀਂ ਸੀ। ਬਸ 2-4 ਨਾਨ ਦਿਖਦੇ ਸੀ। ਖੁਸ਼ਬੂ ਨਾਲ ਹੋਰ ਵੀ ਭੁੱਖ ਲੱਗ ਗਈ। ਮੈਨੂੰ ਤੇ ਨਾਨ ਹੀ ਮਿਲ ਜਾਣ ਤਾਂ ਵੀ ਕੰਮ ਚੱਲ ਜਾਏ। ਮੈਂ ਕੁਝ ਖਾਣ ਨੂੰ ਮੰਗਦੀ ਹਾਂ ਤੇ ਇੱਕ ਔਰਤ ਮੈਨੂੰ ਫਾਲਾਫੇਲ ਤੇ ਮਿਰਚ ਦੀ ਚਟਨੀ ਇੱਕ ਨਾਨ ਵਿੱਚ ਲਪੇਟ ਕੇ ਦਿੰਦੀ ਹੈ। ਉਹਨਾਂ ਨੂੰ ਜ਼ਰੂਰ ਲੱਗਿਆ ਹੋਏਗਾ ਕਿ ਮੈਂ ਉਹਨਾਂ ਦੇ ਵੱਲ ਦੀ ਹਾਂ, ਤਾਂ ਹੀ ਇੰਨਾ ਤਿੱਖਾ ਬਣਾ ਕੇ ਦਿੱਤਾ। ਉਹਨਾਂ ਨੂੰ ਕੀ ਪਤਾ ਸੀ ਕਿ ਇੱਕ ਭਾਰਤੀ ਕੁੜੀ ਇੰਝ ਡੋਲਦੀ ਹੋਈ ਉਹਨਾਂ ਦੀ ਦੁਕਾਨ 'ਚ ਆ ਟਪਕੇਗੀ।
ਇੱਕ ਅਧਖੜ ਔਰਤ ਮੈਨੂੰ ਤੁਰਕੀ 'ਚ ਕੁਝ ਦੱਸਣ ਦੀ ਕੋਸ਼ਿਸ਼ ਕਰਦੀ ਹੈ। ਜਦੋਂ ਮੈਂ ਆਪਣੀ ਤੁਰਕੀ ਨਾ ਆਉਣ 'ਤੇ ਮਾਫ਼ੀ ਮੰਗਦੀ ਹਾਂ ਤਾਂ ਉਹ ਟੁੱਟੀ ਫੁੱਟੀ ਅੰਗਰੇਜ਼ੀ 'ਚ ਗੱਲ ਕਰਨ ਦੀ ਕੋਸ਼ਿਸ਼ ਕਰਦੀ ਹੈ। ਉਹਦੀ ਕੋਸ਼ਿਸ਼ ਸੁਣ ਕੇ ਜਵਾਨ ਮੁੰਡੇ ਕੁੜੀਆਂ ਹੱਸਦੇ ਹੋਏ ਤੁਰਕੀ 'ਚ ਉਹਨੂੰ ਮਖੌਲ ਕਰਦੇ ਆ। ਉਹ ਵੀ ਹੱਸਦੀ ਹੈ ਤੇ ਆਪਣੀ ਕੋਸ਼ਿਸ਼ ਜਾਰੀ ਰੱਖਦੀ ਹੈ। ਅੱਜ ਸ਼ਨੀਵਾਰ ਦੇ ਕਾਰਨ ਉਹਨਾਂ ਨੇ ਦੁਕਾਨ ਜਲਦੀ ਬੰਦ ਕਰਨੀ ਹੈ। ਉਹ ਮੈਨੂੰ ਥੋੜ੍ਹਾ ਜਲਦੀ ਕਰਨ ਨੂੰ ਕਹਿੰਦੀ ਹੈ। ਕਹਿੰਦੀ ਤਾਂ ਉਹ ਤੁਰਕੀ 'ਚ ਹੈ, ਪਰ ਮੈਂ ਸਮਝ ਜਾਂਦੀ ਹਾਂ ਉਹ ਜਲਦੀ 'ਚ ਹੈ। ਫਿਰ ਵੀ ਜਲਦੀ ਮੈਨੂੰ ਤੁਰਕੀ ਕੌਫੀ ਬਣਾ ਕੇ ਦਿੰਦੀ ਹੈ। ਉਹ ਇੰਨੀ ਕੌੜੀ ਹੈ ਕਿ ਮੈਂ ਉਹਦਾ ਮਨ ਰੱਖਣ ਦੇ ਲਈ ਇੱਕ ਘੁੱਟ ਵਿੱਚ ਸਾਰੀ ਦੀ ਸਾਰੀ ਕੌਫੀ ਲੰਘਾ ਜਾਂਦੀ ਹਾਂ। ਚਲਦੇ ਮੈਂ ਰਾਹ ਪੁੱਛਦੀ ਹਾਂ ਤਾਂ ਇੱਕ ਮਰਦ ਸਾਹਮਣੇ ਆਉਂਦੇ ਹੋਏ ਮੈਨੂੰ ਅੱਗੇ ਤੋਂ ਖੱਬੇ ਮੁੜਨ ਨੂੰ ਕਹਿੰਦਾ ਹੈ। ਅੱਗੇ 15-20 ਮਿੰਟ ਦੂਰ ਮੇਰੀ ਮੰਜ਼ਿਲ ਹੈ। 15-20 ਮਿੰਟ ਹੋ ਗਏ ਹਨ। ਮੇਰਾ ਬੈਗ ਇੰਨਾ ਭਾਰੀ ਹੋ ਗਿਆ ਕਿ ਕੀ ਦੱਸਾਂ। ਸਭ ਦੇਸ਼ਾਂ ਦੇ ਸੋਵੇਨੀਅਰ ਭਰੇ ਹਨ। 20 ਕਿਲੋ ਦੇ ਤਾਂ ਉਹੀ ਹੋਣਗੇ, ਪਰ ਮੇਰੇ ਟਿਕਾਣੇ ਦਾ ਕੋਈ ਅਤਾ ਪਤਾ ਨਹੀਂ ਹੈ। ਸੜਕ ਤਾਂ ਉਹੀ ਹੈ, ਪਰ ਨੰਬਰ ਕਿਉਂ ਨਹੀਂ ਦਿਸ ਰਿਹਾ। ਹੁਣ ਪੈਰ ਜਵਾਬ ਦੇਣ ਲੱਗੇ ਹਨ। ਮੈਂ ਥੱਕ ਕੇ ਇੱਕ ਦੁਕਾਨ ਅੰਦਰ ਜਾ ਕੇ ਰਾਹ ਪੁੱਛਦੀ ਹਾਂ ਤੇ ਆਹ ਲਓ, ਮੈਂ 20 ਮਿੰਟ ਤੋਂ ਗਲਤ ਰਾਹ ਤੇ ਚੱਲ ਰਹੀ ਹਾਂ। ਖੱਬੇ ਨਹੀਂ ਸੱਜੇ ਮੁੜਨਾ ਸੀ। ਇੰਨੀਆਂ ਗਾਲਾਂ ਮੂੰਹ ਚੋਂ ਨਿਕਲੀਆਂ ਕਿ ਕੀ ਦੱਸਾਂ। ਮਤਲਬ ਹੁਣ 20 ਮਿੰਟ ਵਾਪਸ ਉਸੇ ਦੁਕਾਨ ਤੱਕ ਜਾਣ ਤੇ ਫਿਰ 20 ਮਿੰਟ ਉੱਥੇ ਅੱਗੇ ਦੂਜੀ ਦਿਸ਼ਾ ਵਿੱਚ। ਕਿਉਂ ਦੱਸਦੇ ਹਨ ਲੋਕ ਰਾਹ, ਜਦੋਂ ਪਤਾ ਨਹੀਂ ਹੁੰਦਾ। ਉਹਨਾਂ ਨੂੰ ਮੇਰੇ ਮੋਢੇ ਤੇ ਲਮਕਿਆ ਭਾਰੀ ਬੈਗ ਨਹੀਂ ਦਿਸਿਆ। ਇੱਕ ਵਾਰ ਤਾਂ ਮਨ ਕੀਤਾ ਬੱਸ ਲੈ ਲਵਾਂ, ਪਰ ਮੈਂ ਵੀ ਤਾਂ ਇੰਨੀ ਅੜੀਅਲ, ਸੋਚਿਆ ਇੰਨੀ ਦੂਰ ਤਾਂ ਆਈ ਗਈ ਹਾਂ, ਹੁਣ ਬੱਸ ਲੈਣ ਦਾ ਕੀ ਫਾਇਦਾ। ਵੈਸੇ ਪਤਾ ਵੀ ਕਿੱਥੇ ਸੀ ਕਿ ਕਿਹੜੀ ਬੱਸ ਲੈਣੀ ਹੈ। ਮੈਂ ਕਿਸੇ ਤਰ੍ਹਾਂ ਆਪਣੇ ਆਪ ਨੂੰ ਧੱਕਾ ਲਗਾ ਕੇ ਚੱਲਦੀ ਹਾਂ। ਬਸ ਇਹੀ ਆਖਰੀ ਸ਼ਹਿਰ, ਬਸ ਇੱਕ ਵਾਰ ਟਿਕਾਣੇ ਤੇ ਪਹੁੰਚ ਜਾਵਾਂ, ਫਿਰ ਕੱਲ ਪੂਰਾ ਦਿਨ ਕਿਤੇ ਨਹੀਂ ਜਾਣਾ, ਬਸ ਸੌਣਾ ਤੇ ਚਾਹ ਪੀਣੀ, ਬਸ ਥੋੜ੍ਹੀ ਦੂਰ ਹੋਰ। ਮੈਂ ਵਿਚਕਾਰ ਰੁਕ ਕੇ ਲਗਭਗ 50 ਮਿੰਟ ਹੋਰ ਚੱਲੀ। ਉਹਦੇ ਬਾਅਦ ਆਖਿਰ ਮੈਨੂੰ ਆਪਣੇ ਮੇਜ਼ਬਾਨ ਦੇ ਘਰ ਦਾ ਨੰਬਰ ਦਿਖਾਈ ਪੈ ਹੀ ਗਿਆ। ਜਿਸ ਤਰ੍ਹਾਂ ਆਪਣੇ ਇੱਥੇ ਸਰਕਾਰੀ ਕੁਆਟਰ ਵਾਲੇ ਘਰ ਹੁੰਦੇ ਹਨ, ਇੱਕਦਮ ਉਵੇਂ ਇੱਕ ਬਿਲਡਿੰਗ 'ਚ ਤਿੰਨ ਫਲੈਟ। ਮੇਰੇ ਮੇਜ਼ਬਾਨ ਦੇ ਘਰ ਦੇ ਦਰਵਾਜ਼ੇ ਤੇ ਲਿਖਿਆ ਸੀ, ਕਮ ਐਜ਼ ਯੂ ਆਰ, ਜਿਵੇਂ ਹੋ ਉਵੇਂ ਆਓ। ਮੈਂ ਪੜ੍ਹਦੀ ਹਾਂ। ਮੇਰੀ ਮੇਜ਼ਬਾਨ ਮੈਨੂਅਲ ਨੇ ਦਰਵਾਜ਼ਾ ਖੋਲ੍ਹਿਆ ਤਾਂ ਮੈਂ ਕਿਹਾ ਕਿ ਬਹੁਤ ਥੱਕੀ ਹੋਈ ਆਈ ਹਾਂ। ਫਲੈਟ 'ਚ 3 ਬੈਡਰੂਮ ਸੀ, ਇੱਕ ਹਾਲ। ਮੈਨੂਅਲ 24-25 ਸਾਲ ਦੇ ਲਗਭਗ ਹੋਏਗਾ। ਉਹਦਾ ਹਮ ਉਮਰ ਫਲੈਟਮੇਟ ਜੋਸ਼ੂਆ ਸੀ। ਇਹਨਾਂ ਦੋਵਾਂ ਦੇ ਇਲਾਵਾ ਇੱਕ ਹੋਰ ਫਲੈਟਮੇਟ ਸੀ ਜੋ ਛੁੱਟੀ ਗਿਆ ਸੀ। ਦਰਅਸਲ ਉਸੇ ਦਾ ਕਮਰਾ ਮੈਨੂੰ ਦਿੱਤਾ ਗਿਆ ਸੀ। ਜਿਸ ਹਿਸਾਬ ਦਾ ਘਰ ਸੀ, ਉਸ ਤੋਂ ਇਹ ਨਹੀਂ ਲੱਗਦਾ ਸੀ ਕਿ ਕਿਸੇ ਵਿਦਿਆਰਥੀ ਦਾ ਘਰ ਹੋਏਗਾ। ਸਾਰੀਆਂ ਸੁੱਖ ਸੁਵਿਧਾਵਾਂ ਨਾਲ ਲੈਸ ਚੰਗਾ ਭਲਾ ਘਰ ਸੀ। ਰਸੋਈ 'ਚ ਸਾਰੇ ਤਰ੍ਹਾਂ ਦੇ ਮਸਾਲੇ, ਦਾਲ, ਚਾਵਲ, ਇੱਥੋਂ ਤੱਕ ਕਿ ਰਾਜਮਾ ਤੱਕ ਸੀ। ਮੈਨੂਅਲ ਦੱਸਦਾ ਹੈ ਕਿ ਉਹ 3 ਮਹੀਨੇ ਇੰਡੀਆ ਘੁੰਮ ਕੇ ਆਇਆ। ਤੁਸੀਂ ਸੋਚ ਸਕਦੇ ਹੋ ਇੰਡੀਆ 'ਚ ਉਹ ਕਿੱਥੇ ਘੁੰਮਿਆ? ਨਹੀਂ, ਕੋਸ਼ਿਸ਼ ਵੀ ਨਾ ਕਰਿਓ। ਉਹ ਮਾਰਚ ਤੋਂ ਜੂਨ ਤੱਕ ਗਰਮੀਆਂ 'ਚ ਭਾਰਤ 'ਚ ਰਿਹਾ ਤੇ ਰੁਕਿਆ ਸਹਾਰਨਪੁਰ 'ਚ, ਫਤਿਹਪੁਰ ਸੀਕਰੀ 'ਚ, ਹਰਿਆਣਾ, ਰਾਜਸਥਾਨ, ਯੂਪੀ ਤੇ ਹਿਮਾਚਲ ਪ੍ਰਦੇਸ਼ ਦੇ ਹੋਰ ਵੀ ਛੋਟੇ ਪਿੰਡਾਂ 'ਚ। ਮੇਰਾ ਤਾਂ ਦਿਮਾਗ ਹੀ ਜਿਵੇਂ ਸੁੰਨ ਹੋ ਗਿਆ ਸੁਣ ਕੇ। ਉਹ ਗੋਰਾ ਚਿੱਟਾ 24 ਸਾਲ ਦਾ ਸਵਿਸ ਮੁੰਡਾ ਸਹਾਰਨਪੁਰ 'ਚ ਕੀ ਕਰ ਰਿਹਾ ਸੀ? ਅਜਿਹੇ ਪਿੰਡਾਂ 'ਚ ਜਿੱਥੇ ਹੋਟਲ ਵੀ ਨਹੀਂ ਹੈ। ਕੀ ਖਾ ਰਿਹਾ ਸੀ ਉੱਥੇ? ਕੀ ਪਹਿਨ ਰਿਹਾ ਸੀ? ਕੀ ਕਰ ਰਿਹਾ ਸੀ ਉੱਥੇ? ਮਨ ਦੇ ਸਵਾਲਾਂ ਨੂੰ ਕੁਝ ਦੇਰ ਕਿਨਾਰੇ ਕਰਕੇ ਮੈਂ ਚਾਹ ਚੜਾ ਦਿੱਤੀ। ਮੈਨੂਅਲ ਅਦਰਕ ਵਾਲੀ ਚਾਹ ਨਾਲ ਚੰਗੀ ਤਰ੍ਹਾਂ ਜਾਣੂ ਸੀ। ਜੋਸ਼ੂਆ ਵੀ ਆ ਗਿਆ ਸੀ ਤਾਂ ਮੈਂ 3 ਕੱਪ ਬਣਾ ਲਈ। ਚਾਹ ਲੈ ਕੇ ਅਸੀਂ ਛੋਟੀ ਜਿਹੀ ਬਾਲਕਨੀ 'ਚ ਬੈਠ ਗਏ। ਜੋਸ਼ੂਆ ਮੈਡੀਕਲ ਦੀ ਪੜ੍ਹਾਈ ਕਰ ਰਿਹਾ ਸੀ ਤੇ ਮੈਨੂਅਲ ਫਿਜ਼ੀਓਥੈਰੇਪੀ ਦੀ। ਖਰਚ ਕੱਢਣ ਲਈ ਰੋਜ਼ ਰਾਤ 8 ਵਜੇ ਤੋਂ 11 ਵਜੇ ਤੱਕ ਪੀਜ਼ਾ ਡਿਲੀਵਰੀ ਕਰਦਾ ਹੈ। ਇੱਥੋਂ ਦੀ ਘੱਟੋ ਘੱਟ ਮਜ਼ਦੂਰੀ ਲੰਡਨ ਤੋਂ ਦੁੱਗਣੀ ਹੈ, ਤਾਂ ਹੀ ਕੌਫੀ ਦਾ ਭਾਅ ਵੀ ਦੁੱਗਣਾ ਸੀ। ਜੋਸ਼ੂਆ ਇੰਟਰਨਸ਼ਿਪ ਕਰਕੇ ਆਪਣਾ ਖਰਚਾ ਕੱਢਦਾ ਹੈ। ਜੋਸ਼ੂਆ ਦੇ ਮਾਤਾ ਪਿਤਾ ਵੀ ਇਸੇ ਸੜਕ ਦੇ ਦੂਜੇ ਪਾਸੇ ਰਹਿੰਦੇ ਹੈ। ਇਹ ਸਾਫ਼ ਗੱਲ ਹੈ ਕਿ ਇੱਕ ਉਮਰ ਤੋਂ ਬਾਅਦ ਇੱਥੇ ਲੋਕ ਆਪਣੇ ਮਾਂ-ਬਾਪ ਦੇ ਨਾਲ ਨਹੀਂ ਰਹਿੰਦੇ, ਆਪਣਾ ਆਲਣਾ ਆਪ ਬਣਾ ਲੈਂਦੇ ਹੈ। ਇਸ ਲਈ ਕੰਮ ਲੱਭਣ ਦੀ ਵੀ ਜਲਦੀ ਰਹਿੰਦੀ ਹੈ। ਜ਼ਿਆਦਾਤਰ ਲੋਕ ਸਕੂਲ ਤੋਂ ਬਾਅਦ 1-2 ਸਾਲ ਦਾ ਗੈਪ ਈਅਰ ਲੈ ਕੇ ਨੌਕਰੀ ਕਰਦੇ ਵੱਖ ਰਹਿਣ ਲਈ ਪੈਸੇ ਜੋੜਦੇ ਆ। ਸਿੱਧਾ ਕਾਲਜ ਜ਼ਿਆਦਾਤਰ ਉਹੀ ਲੋਕ ਜਾਂਦੇ ਆ ਜਿਨ੍ਹਾਂ ਨੂੰ ਫੁੱਲ ਸਕਾਲਰਸ਼ਿਪ ਮਿਲਿਆ ਹੋਵੇ। ਉਹ ਇੰਟਰਨਸ਼ਿਪ ਜਾਂ ਪਾਰਟ ਟਾਈਮ ਕੰਮ ਕਰਕੇ ਬਿੱਲ ਭਰਨ ਦਾ ਖਰਚਾ ਕੱਢਦੇ ਹਨ। ਮਾਂ ਪਿਓ ਦੇ ਅਮੀਰ ਜਾਂ ਗਰੀਬ ਹੋਣ ਦਾ ਇਸ ਨਾਲ ਕੋਈ ਸਬੰਧ ਨਹੀਂ ਹੈ। ਜੋਸ਼ੂਆ ਹਰ ਐਤਵਾਰ ਨੂੰ ਆਪਣੇ ਮਾਂ ਪਿਓ ਨੂੰ ਮਿਲਣ ਤੇ ਉਹਨਾਂ ਨਾਲ ਡਿਨਰ ਕਰਨ ਚਲਾ ਜਾਂਦਾ ਹੈ। ਉਹਦੀ ਭੈਣ ਵੀ ਨੇੜੇ ਹੀ ਰਹਿੰਦੀ ਹੈ, ਉਹ ਵੀ ਆ ਜਾਂਦੀ ਹੈ ਤਾਂ ਫੈਮਿਲੀ ਡਿਨਰ ਹੋ ਜਾਂਦਾ ਹੈ। ਮੈਨੂਅਲ ਦਾ ਕਮਰਾ ਕੁਰਾਨ ਦੇ ਵੱਖ-ਵੱਖ ਅਨੁਵਾਦਾਂ ਨਾਲ ਭਰਿਆ ਪਿਆ ਹੈ। ਗੀਤਾ ਦੇ ਵੀ 2 ਛੋਟੇ ਐਡੀਸ਼ਨ ਦਿਸਦੇ ਹਨ। ਬਾਈਬਲ ਵੀ ਰੱਖਿਆ ਹੈ। ਕਮਰੇ ਦੇ ਪਰਦਿਆਂ ਉੱਤੇ ਗੀਤਾ ਸਾਰ ਲਿਖਿਆ ਹੈ। ਇਹ ਕੀ ਚੱਕਰ ਹੈ?
ਮੈਨੂਅਲ ਮੇਰੇ ਨਾਲ ਧਰਮ ਦੀਆਂ ਗੱਲਾਂ ਕਰਨ ਲਈ ਉਤਸੁਕ ਹੈ। ਉਹ ਧਰਮ ਤੇ ਮੇਰੀ ਸਲਾਹ ਜਾਣਨਾ ਚਾਹੁੰਦਾ ਹੈ। ਵੈਸੇ ਤਾਂ ਮੈਂ ਸਪਸ਼ਟ ਰਹਿੰਦੀ ਹਾਂ ਧਰਮ ਨੂੰ ਲੈ ਕੇ, ਤੇ ਕਾਫੀ ਹੱਦ ਤੱਕ ਮੇਰੀ ਸਪਸ਼ਟ ਰਾਏ ਹੈ ਉਹਦੇ ਬਾਰੇ 'ਚ, ਪਰ ਉਹਦੇ ਘਰ ਦਾ ਮਾਹੌਲ ਵੇਖ ਕੇ ਮੈਨੂੰ ਥੋੜੇ ਸਬਰ ਦੀ ਲੋੜ ਲੱਗੀ। ਮੈਂ ਆਪਣਾ ਮੈਨੂਅਲ ਤੇ ਜੋਸ਼ੂਆ ਵਿਚਕਾਰ ਹੋਈ ਗੱਲਬਾਤ ਇੱਥੇ ਲਿਖ ਰਹੀ ਹਾਂ। ਮੈਂ ਧਰਮ 'ਚ ਤੇਰੀ ਕੋਈ ਕਾਫੀ ਦਿਲਚਸਪੀ ਦਿਸਦੀ ਹੈ। ਇੰਨੀਆਂ ਕਿਤਾਬਾਂ ਸਾਰੀਆਂ ਪੜ੍ਹ ਲਈਆਂ ਜਾਂ ਬਸ ਇਕੱਠੀਆਂ ਕਰਨ ਦਾ ਸ਼ੌਕ ਹੈ? ਮੈਨੂਅਲ, ਕੀ ਤੂੰ ਧਰਮ ਨੂੰ ਨਹੀਂ ਮੰਨਦੀ? ਮੈਨੂੰ ਧਰਮ 'ਚ ਯਕੀਨ ਨਹੀਂ। ਹੁੰਦੇ ਹੋਣਗੇ ਚੰਗੇ, ਪਰ ਜਿੰਨੀ ਲੁੱਟ ਮਾਰ ਧਰਮ ਦੇ ਨਾਂ ਤੇ ਮੱਚੀ ਹੈ, ਉਸ ਤੋਂ ਤਾਂ ਕੋਈ ਨਾ ਕੋਈ ਵੱਡੀ ਗੜਬੜ ਦਿਸਦੀ ਹੈ ਧਰਮ 'ਚ। ਮੈਨੂਅਲ, ਪਰ ਜ਼ਰੂਰੀ ਨਹੀਂ ਕਿ ਹਰ ਧਾਰਮਿਕ ਬੰਦਾ ਬੁਰਾ ਹੋਵੇ ਜਾਂ ਕੱਟੜ ਹੋਵੇ। ਬਿਲਕੁਲ ਜ਼ਰੂਰੀ ਨਹੀਂ। ਮੈਨੂਅਲ, ਧਰਮ ਨੂੰ ਚੰਗੀ ਤਰ੍ਹਾਂ ਸਮਝਣ ਦੀ ਲੋੜ ਹੈ। ਲੋਕਾਂ ਨੇ ਆਪਣੇ ਅਨੁਸਾਰ ਇਹਦੇ ਗਲਤ ਅਰਥ ਕੱਢੇ ਹਨ ਆਪਣੇ ਫਾਇਦੇ ਲਈ। ਜੇਕਰ ਬਿਨਾਂ ਸਮਝੇ ਕੰਮ ਚੱਲਦਾ ਹੋਵੇ ਤਾਂ ਕੀ ਬੁਰਾਈ ਹੈ? ਜੇਕਰ ਕਿਸੇ ਚੀਜ਼ ਦੇ ਇੰਨੇ ਭਿਆਨਕ ਅਰਥ ਨਿਕਲ ਸਕਦੇ ਹਨ ਤਾਂ ਪੜ੍ਹਨ ਦਾ ਰਿਸਕ ਲਿਆ ਹੀ ਕਿਉਂ ਜਾਏ? ਜਿਸ ਤਰ੍ਹਾਂ ਨਾਲ ਔਰਤਾਂ ਨੂੰ ਦਬਾਉਣ 'ਚ ਧਰਮ ਦਾ ਯੋਗਦਾਨ ਹੈ, ਉਹ ਤਾਂ ਭਿਆਨਕ ਹੈ। ਇਸਲਾਮ ਨੂੰ ਹੀ ਲੈ ਲਓ, ਕਿਵੇਂ ਔਰਤਾਂ ਨੂੰ ਧਰਮ ਦੇ ਨਾਮ ਤੇ ਕਾਲੇ ਕੱਪੜੇ 'ਚ ਢੱਕ ਦਿੱਤਾ ਹੈ, ਤੇ ਇਹ ਧਰਮ ਹੀ ਹੋ ਸਕਦਾ ਹੈ ਜਿਹਨੂੰ ਲੋਕ ਕਿਸੇ ਵੀ ਰੂਪ 'ਚ ਅਪਣਾ ਲੈਂਦੇ ਹਨ। ਕੋਈ ਹੋਰ ਵਜ੍ਹਾ ਹੁੰਦੀ ਤਾਂ ਔਰਤਾਂ ਲੜਦੀਆਂ, ਪਰ ਧਰਮ ਦੇ ਨਾਂ ਤੇ ਖੁਸ਼ੀ-ਖੁਸ਼ੀ ਸਹਾਰ ਜਾਂਦੀਆਂ ਨੇ। ਇਵੇਂ ਹੀ ਹਿੰਦੂ ਧਰਮ 'ਚ ਸਤੀ ਪ੍ਰਥਾ ਵੀ ਕਦੇ ਰਹੀ ਹੈ, ਹੁਣ ਵੀ ਬਾਲ ਵਿਆਹ ਵਰਗੀਆਂ ਬੁਰਾਈਆਂ ਹਨ। ਪਤੀ ਪਰਮੇਸ਼ਰ ਦੀ ਰੱਖਿਆ ਦੇ ਲਈ ਵਰਤ ਤਾਂ ਕਿੰਨੇ ਹੀ ਰੱਖਣੇ ਪੈਂਦੇ ਹਨ, ਭਾਵੇਂ ਖੁਦ ਦੇ ਸਰੀਰ 'ਚ ਖੂਨ ਦੀ ਬੂੰਦ ਵੀ ਨਾ ਹੋਵੇ। ਮੈਨੂਅਲ, ਮੈਂ ਮੁਸਲਮਾਨ ਹਾਂ ਤੇ ਮੈਂ ਕੱਟੜ ਨਹੀਂ। ਮੈਨੂੰ ਵੀ ਔਰਤਾਂ ਦੇ ਹਾਲਾਤਾਂ ਤੇ ਦੁੱਖ ਹੁੰਦਾ ਹੈ। ਮੈਂ ਜ਼ਬਰਦਸਤੀ ਕੁਝ ਵੀ ਥੋਪਣ 'ਚ ਯਕੀਨ ਨਹੀਂ ਕਰਦਾ। ਕੁਰਾਨ ਨੂੰ ਗਲਤ ਸਮਝਿਆ ਗਿਆ। ਹੁਣ ਮੈਂ ਥੋੜਾ ਸਾਵਧਾਨ ਹੋ ਗਈ। ਮੈਨੂੰ ਨਹੀਂ ਪਤਾ ਸੀ ਕਿ ਉਹ ਮੁਸਲਮਾਨ ਹੈ। ਹਾਲਾਂਕਿ ਮੈਂ ਆਪਣੇ ਮੁਸਲਮਾਨ ਦੋਸਤਾਂ ਦੇ ਸਾਹਮਣੇ ਵੀ ਇਹ ਤਰਕ ਰੱਖਦੀ ਹਾਂ, ਪਰ ਉਹ ਮੇਰਾ ਦੋਸਤ ਨਹੀਂ ਸੀ। ਮੈਂ ਉਹਦੇ ਨਾਂ ਵਿੱਚ ਮੁਸਲਮਾਨ ਹੋਣ ਦੇ ਸਬੂਤ ਲੱਭਣ ਲੱਗੀ। ਥੋੜਾ ਸਹਿਜ ਹੋਣ ਦੀ ਕੋਸ਼ਿਸ਼ ਕਰਦੀ ਹਾਂ। ਮੈਂ ਕੁਰਾਨ ਨਹੀਂ ਪੜ੍ਹੀ, ਕਹਿਣ ਨੂੰ ਤਾਂ ਗੀਤਾ ਵੀ ਨਹੀਂ ਪੜ੍ਹੀ, ਪਰ ਜਿਨ੍ਹਾਂ ਕਿਤਾਬਾਂ ਤੋਂ ਇੰਨਾ ਜਸਟੀਫਾਈ ਕਰਨਾ ਪਵੇ, ਉਹਨਾਂ 'ਚ ਕੁਛ ਨਾ ਕੁਛ ਗੜਬੜ ਤਾਂ ਜ਼ਰੂਰ ਹੈ। ਮੈਂ ਧਰਮ ਨੂੰ ਨਹੀਂ ਮੰਨਦੀ, ਇਹਦਾ ਮਤਲਬ ਇਹ ਨਹੀਂ ਕਿ ਮੈਂ ਇਨਸਾਨੀਅਤ ਨੂੰ ਨਹੀਂ ਮੰਨਦੀ। ਕੋਈ ਕਿਸੇ ਨੂੰ ਮਾਰੇ ਕੱਟੇ ਨਾ, ਧਰਮ ਦੇ ਨਾਮ ਤੇ ਸਾੜੇ ਨਾ, ਦੂਜੇ ਇਨਸਾਨ ਦੀ ਇਨਸਾਨ ਦੇ ਨਾਤੇ ਇੱਜ਼ਤ ਕਰੇ, ਧਰਮ ਦੇ ਨਾਤੇ ਨਹੀਂ, ਤਾਂ ਕਿ ਇਹ ਜ਼ਿਆਦਾ ਸਹੀ ਨਹੀਂ? ਤੈਨੂੰ ਨਹੀਂ ਲੱਗਦਾ ਕਿ ਕੋਈ ਵੀ ਧਰਮ ਜੋੜਨ ਤੋਂ ਜ਼ਿਆਦਾ ਤੋੜਦਾ ਹੈ? ਮੈਨੂਅਲ, ਤੂੰ ਇਨਸਾਨੀਅਤ ਦੀ ਗੱਲ ਕਰਦੀ ਹੈ। ਇਸਲਾਮ ਵੀ ਤਾਂ ਇਹੀ ਕਹਿੰਦਾ, ਜਿਹੜਾ ਸਾਰੇ ਇਨਸਾਨਾਂ ਦੀ ਇੱਜ਼ਤ ਕਰੇ, ਖੁਦਾ ਦੇ ਸਾਰੇ ਬੰਦਿਆਂ ਨੂੰ ਪਿਆਰ ਕਰੇ। ਕੁਰਾਨ ਦੇ ਅਨੁਸਾਰ ਉਹੀ ਮੁਸਲਮਾਨ ਹੈ। ਤੂੰ ਵੀ ਮੁਸਲਮਾਨ ਹੈ। ਇਸ ਗੱਲ ਨੂੰ ਮੰਨਣ ਵਾਲੇ ਸਾਰੇ ਮੁਸਲਮਾਨ ਹਨ। ਨਾਮ ਮਹੱਤਵਪੂਰਨ ਨਹੀਂ ਹੈ, ਸੰਦੇਸ਼ ਮਹੱਤਵਪੂਰਨ ਹੈ। ਹਿੰਦੂ ਧਰਮ ਦੇ ਲੋਕਾਂ ਤੋਂ ਵੀ ਮੈਂ ਕੁਝ ਇਸੇ ਤਰ੍ਹਾਂ ਦੀ ਗੱਲ ਸੁਣੀ ਹੈ। ਉਹ ਵੀ ਕਹਿੰਦੇ ਹੈ ਕਿ ਸਾਰੇ ਹਿੰਦੂ ਹਨ। ਬਿਨਾਂ ਕਿਸੇ ਧਰਮ ਦਾ ਨਾਮ ਲਏ ਕੰਮ ਨਹੀਂ ਚੱਲ ਸਕਦਾ। ਕਿ ਤੂੰ ਚੰਗਾ ਇਨਸਾਨ ਹੈ ਜਾਂ ਧਰਮ ਨੇ ਤੈਨੂੰ ਚੰਗਾ ਬਣਾਇਆ? ਮੈਂ ਮੰਨਦੀ ਹਾਂ, ਚੰਗਾ ਇਨਸਾਨ ਬਿਨਾਂ ਧਰਮ ਦੇ ਵੀ ਚੰਗਾ ਹੈ ਤੇ ਬੁਰਾ ਧਰਮ ਦੇ ਬਾਵਜੂਦ ਵੀ ਬੁਰਾ ਹੈ। ਕੀ ਤੂੰ ਹਿੰਦੂ ਹੈ? ਪਤਾ ਨਹੀਂ। ਤੇਰੇ ਮਾਤਾ ਪਿਤਾ? ਸ਼ਾਇਦ। ਤੇਰੇ? ਮੇਰੇ ਮਾਤਾ ਪਿਤਾ ਪਹਿਲਾਂ ਕਾਫੀ ਲਿਬਰਲ ਸਨ, ਪਰ ਹੁਣ ਮੇਰੇ ਪਿਤਾ ਕਾਫੀ ਕੱਟੜ ਹੋ ਗਏ ਹਨ। ਉਹ ਇੱਕ ਪ੍ਰੋਟੈਸਟੈਂਟ ਈਸਾਈ ਹਨ। ਮੈਂ ਅਜੇ 9 ਮਹੀਨੇ ਪਹਿਲਾਂ ਇਸਲਾਮ ਅਪਣਾਇਆ। ਕਿਵੇਂ ਅਪਣਾਇਆ? ਮੈਨੂੰ ਚਰਚ ਦੀਆਂ ਗੱਲਾਂ ਨਹੀਂ ਜੱਚਦੀਆਂ, ਸਭ ਦਿਖਾਵਾ ਲੱਗਦਾ ਸੀ। ਬਾਈਬਲ ਦਾ ਡੋਗਮਾ ਮੈਨੂੰ ਜਚਿਆ ਨਹੀਂ। ਇੱਕ ਦਿਨ ਮੇਰੇ ਬੌਸ ਦੇ ਭਰਾ ਨੇ ਮੈਨੂੰ ਕੁਰਾਨ ਦੀ ਕਾਪੀ ਦਿੱਤੀ। ਮੈਂ ਹੌਲੀ ਹੌਲੀ ਉਹਨੂੰ ਪੜ੍ਹਨਾ ਸ਼ੁਰੂ ਕੀਤਾ। ਮੈਂ ਇੰਡੀਆ ਗਿਆ ਤਾਂ ਸਾਰੇ ਧਰਮਾਂ ਬਾਰੇ ਜਾਣਨ ਹੀ ਗਿਆ ਸੀ। ਕੁਰਾਨ ਆਪਣੇ ਨਾਲ ਲੈ ਕੇ ਗਿਆ ਸੀ। ਮੈਂ ਬਨਾਰਸ 'ਚ ਧਾਰਮਿਕ ਹਿੰਦੂਆਂ ਦੇ ਘਰ ਤੇ ਫਤਿਹਪੁਰ ਸੀਕਰੀ 'ਚ ਸਲਾਫੀ ਮੁਸਲਮਾਨਾਂ ਦੇ ਘਰ 'ਚ ਰੁਕਿਆ। ਫਿਰ ਮੈਂ ਨਵੰਬਰ 'ਚ ਇਸਲਾਮ ਕਬੂਲ ਕਰ ਲਿਆ। ਇਹ ਸ਼ਾਂਤੀ ਤੇ ਪਿਆਰ ਦਾ ਧਰਮ ਹੈ। ਮੈਂ ਬਹੁਤ ਕੱਟੜ ਮੁਸਲਮਾਨਾਂ ਦੇ ਨਾਲ ਸੀ। ਸੁੰਨੀ ਬਣਨ ਦੇ 4 ਮਹੀਨੇ ਬਾਅਦ ਮੈਨੂੰ ਪਤਾ ਲੱਗਿਆ ਕਿ ਕੁਰਾਨ ਹੀ ਅਸਲੀ ਹੈ ਤੇ ਸਭ ਸੈਕੰਡਰੀ ਲਿਖਤਾਂ ਜੋ ਹਨ ਉਹਨਾਂ ਦੀ ਕੋਈ ਪ੍ਰਮਾਣਿਕਤਾ ਨਹੀਂ ਹੈ। ਸੁਨਾ ਮੁਹੰਮਦ ਦੇ ਬਾਅਦ ਹੋਏ ਇਮਾਮਾਂ ਦੀ ਗੱਲ ਕਰਦੇ ਹਨ। ਉਹ ਕਦੇ-ਕਦੇ ਕੁਰਾਨ ਨੂੰ ਕੰਟਰਾਡਿਕਟ ਕਰਦੇ ਹਨ। ਉਦੋਂ ਮੈਂ ਉਹਨਾਂ ਦਾ ਸਾਥ ਛੱਡ ਦਿੱਤਾ। ਮੈਂ ਮੁਸਲਮਾਨ ਨਹੀਂ, ਸਬਮਿਟਰ ਹਾਂ। ਮੈਂ ਕੁਰਾਨ ਨੂੰ ਇਲਹਾਮ ਮੰਨਦਾ, ਜਿਵੇਂ ਰਸ਼ਦ ਖਲੀਫਾ ਕਹਿੰਦੇ ਹਨ। ਕੁਝ ਦਿਨਾਂ ਤੋਂ ਮੈਨੂੰ ਕਨਵਰਜ਼ਨ ਸ਼ਬਦ ਅਟਪਟਾ ਲੱਗਣ ਲੱਗਿਆ। ਮੈਂ ਤਾਂ ਉਹੀ ਹਾਂ, ਮੈਂ ਬਦਲਿਆ ਨਹੀਂ ਹਾਂ। ਤੇਰੇ ਘਰ ਵਾਲੇ, ਦੋਸਤਾਂ ਤੇ ਨੇੜੇ ਤੇੜੇ ਦੇ ਲੋਕਾਂ ਦਾ ਕੀ ਰਿਐਕਸ਼ਨ ਸੀ? ਮੈਨੂਅਲ, ਪਾਪਾ ਸ਼ੁਰੂ 'ਚ ਥੋੜੇ ਨਿਰਾਸ਼ ਹੋਏ, ਪਰ ਹੁਣ ਠੀਕ ਹਨ। ਮੇਰੇ ਤੇ ਉਹਨਾਂ ਦੇ ਚੰਗੇ ਸਬੰਧ ਹਨ। ਮੇਰੀ ਮਾਂ ਕਾਫੀ ਹੱਦ ਤੱਕ ਮੇਰੇ ਵਰਗੀ ਹੈ। ਉਹਨਾਂ ਦਾ ਬॉयਫ੍ਰੈਂਡ
ਤਾਂ ਧਿਆਨ ਕਰਦਾ ਹੈ, ਭਗਵਤ ਗੀਤਾ ਤੇ ਵੇਦ ਵੀ ਜਾਣਦਾ ਹੈ। ਇਹ ਜਾਣਕਾਰੀ ਵੀ ਮੇਰੇ ਲਈ ਨਵੀਂ ਸੀ। ਉਹਦੇ ਮਾਤਾ ਪਿਤਾ ਅਲੱਗ ਹੋ ਚੁੱਕੇ ਹਨ ਤੇ ਉਹ ਆਪਣੀ ਮਾਂ ਦੇ ਬॉयਫ੍ਰੈਂਡ ਤੋਂ ਪ੍ਰਭਾਵਿਤ ਵੀ ਹੈ। ਅਤੇ ਦੋਸਤ, ਮੇਰੇ ਦੋਸਤ ਕੱਟੜ ਈਸਾਈ ਹਨ, ਮੁਸਲਮਾਨ ਵੀ, ਨਾਸਤਿਕ ਵੀ, ਸ਼ੰਕਾਵਾਦੀ ਵੀ। ਸਾਡੇ ਕਾਫੀ ਗਰਮਾ ਗਰਮ ਬਹਿਸ ਹੁੰਦੀ ਸੀ, ਪਰ ਜ਼ਿਆਦਾ ਗੁੱਸੇ ਮੈਂ ਹੀ ਹੁੰਦਾ ਸੀ, ਮੇਰੇ ਦੋਸਤ ਨਹੀਂ। ਜੋਸ਼ੂਆ, ਜਿਹੜਾ ਹੁਣ ਤੱਕ ਸਿਰਫ ਸਾਡੀਆਂ ਗੱਲਾਂ ਸੁਣ ਰਿਹਾ ਸੀ। ਮੈਨੂਅਲ ਮੇਰਾ ਦੋਸਤ ਹੈ, ਇੱਕ ਮੁਸਲਮਾਨ ਹੈ, ਇੱਕ ਬੇਹੱਦ ਨੇਕ ਇਨਸਾਨ। ਮੁਸਲਮਾਨ ਸੁਣ ਕੇ ਹੀ ਕਿਸੇ ਨੂੰ ਗਲਤ ਠਹਿਰਾ ਦੇਣਾ ਤਾਂ ਗਲਤ ਹੈ ਨਾ। ਮੈਂ ਧਰਮ ਨਹੀਂ ਜਾਣਦਾ, ਪਰ ਉਹਦੀ ਇੱਜ਼ਤ ਤਾਂ ਕਰ ਸਕਦਾ। ਮੈਂ ਜਿਹੜੀ ਚੀਜ਼ ਹਜ਼ਾਰਾਂ ਲੱਖਾਂ ਲੋਕਾਂ ਦੇ ਕਤਲੇਆਮ ਦੀ ਜ਼ਿੰਮੇਵਾਰ ਹੋਵੇ, ਔਰਤਾਂ ਨੂੰ ਪੱਥਰਾਂ ਨਾਲ ਮਾਰਨ ਸਾੜਨ ਦੀ ਜ਼ਿੰਮੇਵਾਰ ਹੋਵੇ, ਮੈਂ ਉਸ ਚੀਜ਼ ਦੀ ਇੱਜ਼ਤ ਨਹੀਂ ਕਰ ਸਕਦੀ। ਮੈਂ ਕਿਸੇ ਵੀ ਧਰਮ ਦੀ ਇੱਜ਼ਤ ਨਹੀਂ ਕਰ ਸਕਦੀ। ਕੋਈ ਇੱਕ ਫਾਇਦਾ ਦੱਸੋ ਧਰਮ ਦਾ, ਬਸ ਇੱਕ ਜੋ ਸਿਰਫ ਧਰਮ ਨੇ ਕੀਤਾ ਤੇ ਉਹਦੇ ਬਿਨਾਂ ਉਹ ਸੰਭਵ ਨਾ ਹੁੰਦਾ। ਮੈਨੂਅਲ, ਚਰਚ ਦੇ ਨਾਮ ਤੇ ਲੋਕ ਦਾਨ ਕਰਦੇ ਨੇ, ਉਹ ਗਰੀਬਾਂ ਵਿੱਚ ਜਾਂਦਾ ਹੈ। ਲੋਕ ਧਰਮ ਦੇ ਨਾਮ ਤੇ ਬਿਮਾਰਾਂ ਦੀ ਸੇਵਾ ਕਰਦੇ ਨੇ, ਤੁਸੀਂ ਨਾਮ ਤੇ ਨਾ ਜਾਓ, ਸੁਣਿਆ ਦੇਖੋ। ਮੈਂ ਮਨ ਹੀ ਮਨ ਸੋਚਦੀ ਹਾਂ, ਗਰੀਬ ਆਖਿਰ ਹੈ ਹੀ ਕਿਉਂ? ਲੋਕ ਬਿਜ਼ਨਸ ਤੇ ਰਾਜਨੀਤੀ 'ਚ ਲੁੱਟ ਖਸੁੱਟ ਕਰਦੇ ਨੇ, ਫਿਰ ਚਰਚ ਜਾ ਕੇ ਦਾਨ ਕਰ ਦਿੰਦੇ ਨੇ, ਆਪਣਾ ਪੱਲਾ ਝਾੜ ਲੈਂਦੇ ਨੇ। ਜੇਕਰ ਧਰਮ ਸੱਚ ਵਿੱਚ ਗਰੀਬੀ ਮਿਟਾਉਣਾ ਚਾਹੁੰਦਾ ਹੈ ਤਾਂ ਸੋਨੇ ਚਾਂਦੀ ਦੇ ਮੰਦਰਾਂ ਦੀ ਥਾਂ ਲੋਕਾਂ ਦੇ ਰਹਿਣ ਲਈ ਘਰ ਕਿਉਂ ਨਹੀਂ ਬਣਾਉਂਦਾ? ਧਰਮ ਨੂੰ ਕਿਸੇ ਨੇ ਚੰਗਿਆਈ ਕਰਨ ਲਈ ਬਣਾਇਆ ਹੋਊ, ਜਾਂ ਲੋਕਾਂ ਨੂੰ ਡਰਾਉਣ ਲਈ, ਜਾਂ ਡਰ ਕੇ ਲੋਕਾਂ ਨੇ ਖੁਦ ਹੀ ਇਹਨੂੰ ਬਣਾ ਲਿਆ ਸੀ। ਮੈਂ ਕੀ ਸੁਣਿਆ ਹੈ ਬਾਈਬਲ ਦਾ? ਮੈਨੂਅਲ, ਖੁਦਾ ਨੂੰ ਪੂਰੇ ਦਿਲ ਤੇ ਦਿਮਾਗ ਨਾਲ, ਆਤਮਾ ਨਾਲ ਪਿਆਰ ਕਰੋ, ਆਪਣੇ ਗੁਆਂਢੀ ਨਾਲ ਆਪਣੇ ਵਰਗਾ ਪਿਆਰ ਕਰੋ। ਮੈਂ, ਕੌਣ ਹੈ ਖੁਦਾ? ਬਿਨਾਂ ਜਾਣੇ ਕਿਵੇਂ ਪਿਆਰ ਕਰਾਂ? ਤੇ ਗੁਆਂਢੀ ਦੇ ਜਲਨ ਹੁੰਦੀ ਹੋਵੇ ਤਾਂ, ਨਫ਼ਰਤ ਹੁੰਦੀ ਹੋਵੇ ਤਾਂ ਜ਼ਬਰਦਸਤੀ ਕਿਵੇਂ ਪਿਆਰ ਕਰਾਂ? ਮੈਨੂਅਲ, ਖੁਦਾ ਦੀਆਂ ਬਣਾਈਆਂ ਚੀਜ਼ਾਂ ਨਾਲ ਪਿਆਰ ਕਰੋ। ਗੁਆਂਢੀ ਨਹੀਂ ਚੰਗਾ ਲੱਗਦਾ ਤਾਂ ਉਹਨੂੰ ਇਕੱਲਾ ਛੱਡ ਦਿਓ। ਮੈਂ, ਇੰਨੀ ਛੋਟੀ ਉਮਰ 'ਚ ਤੇਰੀ ਧਰਮ 'ਚ ਇੰਨੀ ਦਿਲਚਸਪੀ ਕਿਵੇਂ ਹੋ ਗਈ? ਮੈਨੂਅਲ, ਪਤਾ ਨਹੀਂ, ਪਰ ਮੈਂ ਕੁਝ ਸ਼ੁਰੂ ਤੋਂ ਹੀ ਇਹੋ ਜਿਹਾ ਸੀ। ਮੈਨੂੰ ਕੌਣ ਹਾਂ ਜਾਣਨ 'ਚ ਦਿਲਚਸਪੀ ਸੀ। ਮੇਰਾ ਤੇ ਦੁਨੀਆ ਦਾ ਕੀ ਸੰਬੰਧ ਹੈ, ਮੈਂ ਇਹ ਜਾਣਨਾ ਸੀ, ਤੇ ਧਰਮ ਕੋਲ ਕੁਝ ਜਵਾਬ ਸਨ। ਕੀ ਤੂੰ ਕਿਸੇ ਵਿੱਚ ਵੀ ਯਕੀਨ ਨਹੀਂ ਕਰਦੀ? ਮੈਂ, ਬਿਲਕੁਲ ਕਰਦੀ ਹਾਂ, ਅਸੀਂ ਐਵੇਂ ਹੀ ਥੋੜ੍ਹੀ ਹਾਂ। ਮੈਂ ਆਪਣੇ ਹੋਣ ਤੇ ਯਕੀਨ ਕਰਦੀ ਹਾਂ, ਮੈਂ ਤੇਰੇ ਹੋਣ ਤੇ ਯਕੀਨ ਕਰਦੀ ਹਾਂ। ਮੈਂ ਜਿਸ ਤੇ ਯਕੀਨ ਕਰਦੀ ਹਾਂ ਉਹਦਾ ਸ਼ਾਇਦ ਕੋਈ ਨਾਮ ਨਹੀਂ ਹੈ, ਪਰ ਕੁਛ ਤਾਂ ਹੈ ਜੋ ਵੱਡੀਆਂ ਵੱਡੀਆਂ ਚੱਟਾਨਾਂ ਦੇ ਥੱਲੇ ਛੁਪੇ ਫੁੱਲ ਤੋਂ ਵੀ ਲੈ ਕੇ ਸੂਰਜ ਮੰਡਲ ਤੱਕ ਦਾ ਧਿਆਨ ਰੱਖਦਾ ਹੈ। ਮੈਂ ਉਸ ਉੱਤੇ ਯਕੀਨ ਕਰਦੀ ਹਾਂ। ਮੈਂ ਆਪਣੇ ਅੰਦਰ ਬੈਠੇ ਸੁੱਖ, ਦੁੱਖ, ਗੁੱਸੇ, ਜਲਨ, ਨਫ਼ਰਤ, ਪਿਆਰ, ਵਾਸਨਾ, ਲਾਲਚ, ਦਇਆ, ਇਮਾਨਦਾਰੀ, ਬੇਈਮਾਨੀ ਤੇ ਯਕੀਨ ਕਰਦੀ ਹਾਂ। ਮੈਂ ਸਭ ਹਾਂ, ਇਹ ਤੇ ਯਕੀਨ ਕਰਦੀ ਹਾਂ। ਮੇਰੇ ਕਰਮ ਮੇਰੇ ਨੇ, ਨਤੀਜਾ ਮੇਰਾ ਨਹੀਂ ਹੈ, ਇਸ ਤੇ ਯਕੀਨ ਕਰਦੀ ਹਾਂ। ਮੈਂ ਸਿਰਫ ਮੈਂ ਹੀ ਨਹੀਂ, ਵੱਡੇ ਬ੍ਰਹਿਮੰਡ ਦਾ ਇੱਕ ਹਿੱਸਾ ਵੀ ਹਾਂ, ਇਸ ਤੇ ਯਕੀਨ ਕਰਦੀ ਹਾਂ। ਮੈਨੂੰ ਕੁਝ ਪਤਾ ਹੈ ਤੇ ਬਹੁਤ ਕੁਝ ਨਹੀਂ ਪਤਾ, ਇਸ ਤੇ ਯਕੀਨ ਕਰਦੀ ਹਾਂ। ਮੈਂ ਬਹੁਤ ਯਕੀਨ ਕਰਦੀ ਹਾਂ। ਪਤਾ ਨਹੀਂ ਕੀ ਕਾਰਨ ਹੈ, ਸੈਕਸ ਤੇ ਧਰਮ ਦੋ ਹੀ ਇਹੋ ਜਿਹੀਆਂ ਚੀਜ਼ਾਂ ਨੇ ਜਿਨ੍ਹਾਂ ਤੇ ਮੈਂ ਪੂਰਾ ਦਿਨ ਗੱਲ ਕਰ ਸਕਦੀ ਹਾਂ। one that I love and one that I hate। ਸਵੇਰੇ ਜੋਸ਼ੂਆ ਨੇ ਸ਼ਹਿਰ ਦੇ ਕੁਝ ਨਕਸ਼ੇ ਕੱਢ ਰੱਖੇ ਸੀ। ਉਹ ਮੈਨੂੰ ਸ਼ਹਿਰ ਦੀਆਂ ਦੇਖਣਯੋਗ ਖਾਸ ਥਾਵਾਂ ਦੇ ਬਾਰੇ ਦੱਸਦਾ ਹੈ। ਉਹ ਕਹਿੰਦਾ ਸਵਿਟਜ਼ਰਲੈਂਡ ਸ਼ਹਿਰਾਂ ਵਿੱਚ ਨਹੀਂ, ਪਹਾੜਾਂ ਤੇ ਹੈ। ਪਰ ਮੈਂ ਉਹ ਸਵਿਟਜ਼ਰਲੈਂਡ ਨਹੀਂ ਵੇਖਣਾ ਸੀ। ਮੈਨੂੰ ਤਾਂ ਇਹੀ ਸ਼ਹਿਰ ਵਾਲੇ ਸਵਿਟਜ਼ਰਲੈਂਡ 'ਚ ਦਿਲਚਸਪੀ ਸੀ। ਮੈਨੂਅਲ ਮੇਰੇ ਲਈ ਇੱਕ ਸੈਂਡਵਿਚ ਬਣਾ ਦਿੰਦਾ ਹੈ। ਉਹ ਦੱਸਦਾ ਹੈ ਕਿ ਸ਼ਹਿਰ ਬਹੁਤ ਮਹਿੰਗਾ ਹੈ। ਪਾਣੀ ਵੀ ਨਾਲ ਲੈ ਕੇ ਜਾਵਾਂ ਤਾਂ ਚੰਗਾ ਰਹੇਗਾ। ਉਹਦੀਆਂ ਗੱਲਾਂ 'ਚ ਇਹੋ ਜਿਹਾ ਆਪਣਾਪਨ ਸੀ, ਉਹਦੇ ਕੰਮਾਂ 'ਚ ਇਹੋ ਜਿਹੀ ਨੇਕੀ ਸੀ, ਉਹਦੇ ਹਾਵ ਭਾਵਾਂ 'ਚ ਇਹੋ ਜਿਹੀ ਇੱਜ਼ਤ ਅਫਜ਼ਾਈ ਸੀ। ਮੇਰੇ ਕੋਲ ਉਹਦਾ ਧੰਨਵਾਦ ਕਰਨ ਲਈ ਸ਼ਬਦ ਨਹੀਂ ਸਨ। ਇਹੋ ਜਿਹੇ ਧਾਰਮਿਕ ਲੋਕਾਂ ਤੋਂ ਮੈਨੂੰ ਕੋਈ ਸ਼ਿਕਾਇਤ ਨਹੀਂ ਹੈ। ਦੋ ਜਵਾਨ ਅਣਜਾਣ ਮੁੰਡਿਆਂ ਦੇ ਘਰ 'ਚ ਮੈਂ ਇਸ ਤਰ੍ਹਾਂ ਮਹਿਸੂਸ ਕਰ ਰਹੀ ਸੀ ਜਿਵੇਂ ਮੈਂ ਕਦੇ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਵੀ ਨਹੀਂ ਕੀਤਾ। ਉਹ ਮੇਰੇ ਦੋਸਤ, ਭਾਈ, ਗਾਈਡ, ਮੇਜ਼ਬਾਨ ਸਭ ਬਣ ਗਏ। ਜਿਹਨੂੰ ਦੁਨੀਆ ਸੰਸਕ੍ਰਿਤੀ ਜਾਂ ਸੱਭਿਆਚਾਰ ਕਹਿੰਦੀ ਹੈ, ਜੇਕਰ ਇਹੋ ਜਿਹਾ ਹੋਵੇ ਤਾਂ ਮੈਂ ਉਹਨੂੰ ਸਿਰ ਤੇ ਰੱਖ ਕੇ ਨੱਚਾਂ। ਜੇਕਰ ਕੋਈ ਧਰਮ ਇਨਸਾਨ ਨੂੰ ਇਹੋ ਜਿਹਾ ਬਣਾਉਂਦਾ ਹੋਵੇ ਤਾਂ ਮੈਂ ਉਹਨੂੰ ਪਲਕਾਂ ਤੇ ਬਿਠਾਵਾਂ, ਸਭ ਨੂੰ ਬਦਲਣ ਵਾਲੀ ਮਿਸ਼ਨਰੀ ਬਣ ਜਾਵਾਂ। ਮੈਂ ਸ਼ਹਿਰ ਵੱਲ ਨੱਚਦੀ ਹੋਈ ਵੱਧ ਰਹੀ ਸੀ, ਜਿਵੇਂ ਮੈਨੂੰ ਇਸ ਸ਼ਹਿਰ ਵਿੱਚ ਉਹ ਚੀਜ਼ ਜ਼ਰੂਰ ਮਿਲ ਜਾਏਗੀ ਜਿਹਦੀ ਮੈਨੂੰ ਤਲਾਸ਼ ਹੈ। ਉਹ ਚੀਜ਼ ਜੋ ਮੈਨੂੰ ਇੱਕਦਮ ਅਣਜਾਣ ਸ਼ਹਿਰ 'ਚ ਆਜ਼ਾਦੀ ਦਾ ਇਹੋ ਜਿਹਾ ਅਹਿਸਾਸ ਦਿਵਾ ਰਹੀ ਹੈ। ਮੈਂ ਇੱਕਦਮ ਨਵੇਂ ਸ਼ਹਿਰ 'ਚ ਇੱਕਦਮ ਉੱਪਰੇ ਲੋਕਾਂ ਦੇ ਨਾਲ ਰੁਕ ਕੇ ਅਣਜਾਣ ਸੜਕਾਂ ਤੇ ਦੇਰ ਸਵੇਰ ਰਾਹੇ ਕੁਰਾਏ ਚੱਲਦੇ, ਭਟਕਦੇ, ਨੱਚਦੇ, ਗਾਉਂਦੇ, ਸੌਂਦੇ, ਜਾਗਦੇ ਇੱਕਦਮ ਸੁਰੱਖਿਅਤ ਤੇ ਨਿਸ਼ਚਿਤ ਮਹਿਸੂਸ ਕਰ ਰਹੀ ਹਾਂ।
ਉਹ ਚੀਜ਼ ਮੈਨੂੰ ਇੱਥੇ ਜ਼ਰੂਰ ਮਿਲੂਗੀ ਜਿਹਨੂੰ ਮੈਂ ਦਿੱਲੀ ਤੇ ਰੋਹਤਕ ਦੀਆਂ ਗਲੀਆਂ 'ਚ ਛੱਡ ਦੇਣਾ ਚਾਹੁੰਦੀ ਹਾਂ, ਜਿੱਥੇ ਮੈਂ ਪੈਦਾ ਹੋਈ, ਪਲੀ ਵਧੀ, ਪੜ੍ਹੀ ਲਿਖੀ, ਜਿੱਥੇ ਮੈਂ ਸਾਰੇ ਲੋਕਾਂ ਨੂੰ ਜਾਣਦੀ ਹਾਂ, ਜਿੱਥੋਂ ਦੇ ਕਾਇਦੇ, ਕਾਨੂੰਨ, ਭਾਸ਼ਾ, ਢੰਗ ਪਹਿਚਾਣਦੀ ਹਾਂ। ਪਰ ਇਸ ਉਮਰ ਤੱਕ ਉੱਥੇ ਇਸ ਤਰ੍ਹਾਂ ਨਿਸ਼ਚਿੰਤ, ਬੇਫਿਕਰ, ਬੇਪਰਵਾਹ ਨਹੀਂ ਘੁੰਮ ਫਿਰ ਸਕੀ। ਮੈਂ ਉਸ ਚੀਜ਼ ਤੋਂ ਬਿਨਾਂ ਵਾਪਸ ਨਹੀਂ ਜਾਵਾਂਗੀ। ਮੈਂ ਇਸ ਆਦਮੀ ਨੂੰ ਆਪਣੇ ਖੇਤਾਂ, ਆਪਣੇ ਪਿੰਡਾਂ, ਆਪਣੇ ਸ਼ਹਿਰਾਂ 'ਚ ਮਹਿਸੂਸ ਕਰਨਾ ਹੈ। ਮੈਂ ਇਸ ਤਰ੍ਹਾਂ ਹੀ ਬੇਫਿਕਰ ਘੁੰਮਣਾ ਹੈ ਰੋਹਤਕ ਦੀਆਂ ਗਲੀਆਂ ਵਿੱਚ। ਮੈਂ ਉਹ ਚੀਜ਼ ਵਿਕਾਸ ਨਗਰ ਦੀ ਉਸ ਗਲੀ 'ਚ ਛੱਡ ਦੇਣੀ ਹੈ ਜਿੱਥੇ ਉਹ ਮੁੰਡਾ ਮੇਰੀ ਛਾਤੀ ਉੱਪਰ ਹੱਥ ਮਾਰ ਕੇ ਭੱਜ ਗਿਆ ਸੀ। ਸੋਨੀਪਤ ਬੱਸ ਅੱਡੇ ਦੇ ਉਸ ਮੋੜ ਤੇ ਛੱਡ ਦੇਣੀ ਹੈ ਜਿੱਥੋਂ ਲੰਘਦੇ ਸਮੇਂ ਮੈਨੂੰ ਗੰਦੇ ਇਸ਼ਾਰਿਆਂ ਤੇ ਟਿੱਪਣੀਆਂ ਨਾਲ ਨਿਵਾਜਿਆ ਜਾਂਦਾ ਸੀ। ਦਿੱਲੀ ਦੀਆਂ ਉਹਨਾਂ ਬੱਸਾਂ 'ਚ ਛੱਡ ਦੇਣੀ ਹੈ ਜਿੱਥੇ ਉਹ ਆਦਮੀ ਜ਼ਿਪ ਖੋਲ ਕੇ ਮੇਰੇ ਪਿੱਛੇ ਰਗੜਨ ਦੀ ਕੋਸ਼ਿਸ਼ ਕਰ ਰਿਹਾ ਸੀ। ਉਸ ਘਰ 'ਚ ਛੱਡ ਦੇਣੀ ਹੈ ਜਿੱਥੇ ਮੇਰੇ ਦੋਸਤ ਦੇ ਪਿਤਾ ਨੇ ਮੇਰਾ ਕੱਦ ਤੇ ਵਜ਼ਨ ਮਾਪਣ ਦੇ ਬਹਾਨੇ ਮੇਰੇ ਪੂਰੇ ਸਰੀਰ ਤੇ ਆਪਣਾ ਹਵਸ ਭਰਿਆ ਹੱਥ ਫੇਰਿਆ ਸੀ। ਉਸ ਟ੍ਰੇਨ ਦੇ ਸਲੀਪਰ ਕੋਚ ਵਿੱਚ ਛੱਡ ਦੇਣੀ ਹੈ ਜਿੱਥੇ ਉਹ ਆਦਮੀ ਰਾਤ ਨੂੰ ਮੇਰੀ ਚਾਦਰ ਦੇ ਥੱਲੇ ਕੁਝ ਤਲਾਸ਼ ਕਰਨ ਆ ਗਿਆ ਸੀ। ਕਿਉਂ ਨਹੀਂ ਚੱਲਣ ਦਿੰਦੇ ਤੁਸੀਂ ਮੈਨੂੰ? ਕਿਉਂ ਮੈਨੂੰ ਰਹਿ ਰਹਿ ਕੇ ਨਜ਼ਰਾਂ ਨਾਲ ਨੰਗਾ ਕਰਦੇ ਹੋ? ਕਿਉਂ ਤੁਹਾਨੂੰ ਮੈਂ ਇਕੱਲੀ ਚਲਦੀ ਨਹੀਂ ਪਾਉਂਦੀ? ਮੇਰੇ ਮਹਾਨ ਦੇਸ਼ ਦੇ ਮਹਾਨ ਨਾਰੀ ਪੂਜਕੋ ਜਵਾਬ ਦਿਓ। ਮੇਰੀ ਮਹਾਨ ਸੰਸਕ੍ਰਿਤੀ ਦੇ ਰਖਵਾਲਿਓ ਜਵਾਬ ਦਿਓ। ਮੈਂ ਚਲਦੇ ਚਲਦੇ ਜਿਵੇਂ ਚੀਖਣ ਲੱਗਦੀ ਹਾਂ। ਮੈਨੂੰ ਦੱਸੋ ਮੇਰੇ ਸੱਭਿਆਚਾਰ ਦੇ ਠੇਕੇਦਾਰੋ, ਕਿਉਂ ਇੰਨਾ ਮੁਸ਼ਕਿਲ ਹੈ ਇੱਕ ਕੁੜੀ ਦਾ ਘਰ ਚੋਂ ਬਾਹਰ ਨਿਕਲ ਕੇ ਇਕੱਲੇ ਚੱਲਣਾ? ਜੋ ਸਮਾਜ ਇੱਕ ਕੁੜੀ ਦਾ ਇਕੱਲੇ ਸੜਕ ਤੇ ਚੱਲਣਾ ਬਰਦਾਸ਼ਤ ਨਹੀਂ ਕਰ ਸਕਦਾ, ਉਹ ਸਮਾਜ ਸੜ ਚੁੱਕਿਆ ਹੈ। ਉਹ ਸੱਭਿਆਚਾਰ ਜੋ ਇੱਕ ਇਕੱਲੀ ਕੁੜੀ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਵਾ ਸਕਦਾ, ਉਹ ਗੋਬਰ ਸੱਭਿਆਚਾਰ ਹੈ। ਉਸ ਉੱਤੇ ਤੁਸੀਂ ਕਿੰਨੇ ਵੀ ਸੋਨੇ ਚਾਂਦੀ ਦੇ ਵਰਕ ਚੜਾਓ, ਉਹਦੀ ਸੜਾਂਦ ਨਹੀਂ ਰੋਕ ਸਕੋਗੇ, ਬਲਕਿ ਹੋਰ ਦੱਸੋਗੇ। ਮੇਰੀ ਗੱਲ ਸੁਣੋ, ਇਸ ਗੋਬਰ ਨੂੰ ਮਚਾ ਦਿਓ। ਮੈਂ ਜ਼ੋਰ ਜ਼ੋਰ ਦੀ ਚੀਖ ਰਹੀ ਹਾਂ, ਮਚਾ ਦਿਓ, ਮਚਾ ਦਿਓ। ਚੀਖਦੇ ਚੀਖਦੇ ਹੁਣ ਮੈਂ ਰੋਣ ਲੱਗੀ ਸੀ। ਮੈਂ ਉਹ ਚੀਜ਼ ਲਏ ਬਿਨਾਂ ਨਹੀਂ ਜਾਵਾਂਗੀ। ਮੈਂ ਜ਼ੋਰ ਜ਼ੋਰ ਨਾਲ ਗਾਲਾਂ ਕੱਢ ਰਹੀ ਹਾਂ। ਮੈਂ ਚੀਖ ਚੀਖ ਕੇ ਰੋਂਦੀ ਰਹੀ। ਮੈਂ ਰਾਹ 'ਚ ਚੱਲਦੇ ਲੋਕਾਂ ਤੋਂ ਉਹ ਚੀਜ਼ ਮੰਗਦੀ ਰਹੀ। ਕਿਰਪਾ ਕਰਕੇ ਮੈਨੂੰ ਉਹ ਚੀਜ਼ ਦੇ ਦਿਓ। ਮੈਂ ਆਪਣੇ ਦੇਸ਼ ਲੈ ਜਾਣਾ ਚਾਹੁੰਦੀ ਹਾਂ। ਮੈਂ ਆਪਣੇ ਦੇਸ਼ 'ਚ ਜਿਉਣਾ ਚਾਹੁੰਦੀ ਹਾਂ। ਮੈਂ ਆਪਣੇ ਦੇਸ਼ 'ਚ ਚੱਲ ਸਕਣਾ ਚਾਹੁੰਦੀ ਹਾਂ, ਉਵੇਂ ਜਿਵੇਂ ਕਿਸੇ ਵੀ ਮਨੁੱਖ ਨੂੰ ਚੱਲਣਾ ਚਾਹੀਦਾ ਹੈ। ਕੀ ਮਰਦ, ਕੀ ਔਰਤ, ਬੇਫਿਕਰ, ਬੇਪਰਵਾਹ, ਸੁਤੰਤਰ ਮਨ, ਸੁਤੰਤਰ ਵਿਚਾਰ ਨਾਲ ਤੇ ਸੁਤੰਤਰਤਾ ਦੇ ਅਹਿਸਾਸ ਨਾਲ। ਮੈਂ ਬਰਨ ਤੋਂ ਟ੍ਰੇਨ 'ਚ ਬੈਠ ਕੇ ਫਰਾਂਸ ਨਾਲ ਲੱਗਦੇ ਇੱਕ ਪਿੰਡ 'ਚ ਆ ਗਈ। ਸਵੇਰੇ ਸਵੇਰੇ ਪੈਰਿਸ ਦੇ ਲਈ ਲਿਫਟ ਮਿਲਣੀ ਸੀ। ਸਟੇਸ਼ਨ ਉੱਤੇ ਅੱਧਾ ਘੰਟਾ ਪਹਿਲਾਂ ਹੀ ਪਹੁੰਚ ਗਈ ਸੀ। ਦੁਕਾਨਾਂ ਹੁਣੇ-ਹੁਣੇ ਖੁੱਲ ਰਹੀਆਂ ਹਨ। ਤਾਜ਼ੇ ਬ੍ਰੈਡ ਤੇ ਗਰਮ ਦੁੱਧ ਦੀ ਖੁਸ਼ਬੂ ਆ ਰਹੀ ਹੈ। ਮੇਰਾ ਚਾਹ ਪੀਣ ਦਾ ਮਨ ਹੈ। ਮੇਰੇ ਕੋਲ ਫਰੈਂਕ ਨਹੀਂ ਹਨ। ਕਿਊਸਿਕ ਚਲਾਉਣ ਵਾਲੀ ਔਰਤ ਕੋਲ ਸਿਰਫ ਫਰੈਂਕ ਹਨ। ਮੇਰੇ ਕੋਲ ਸਿਰਫ ਬੱਝੇ ਯੂਰੋ ਹਨ ਤੇ ਉਹ ਖੁੱਲੇ ਓਨੇ ਹੀ ਚਾਹੁੰਦੀ ਸੀ ਜਿੰਨੇ ਦੀ ਚਾਹ ਸੀ। ਕਾਰਡ ਚੱਲਦਾ ਨਹੀਂ। ਮੈਂ ਬਿਨਾਂ ਚਾਹ ਲਏ ਚੁੱਪਚਾਪ ਬਾਹਰ ਆ ਕੇ ਬੈਠ ਜਾਂਦੀ ਹਾਂ। ਥੋੜ੍ਹੀ ਦੇਰ 'ਚੋਂ ਮੈਨੂੰ ਚਾਹ ਦੇਣ ਆ ਜਾਂਦੀ ਹੈ। ਹੁਣ ਬਣਾ ਦਿੱਤੀ ਸੀ, ਐਵੇਂ ਖਰਾਬ ਹੋ ਜਾਂਦੀ ਹੈ। ਅਸੀਂ ਦੋਵੇਂ ਹੱਸਦੀਆਂ। ਸੁਮਨ ਛੋਲੇ ਚੌਲ ਬਣਾ ਕੇ ਮੇਰੀ ਉਡੀਕ ਕਰ ਰਹੀ ਹੈ। ਅਸੀਂ ਜਿਵੇਂ ਕਦੇ ਵੱਖ ਹੋਈਆਂ ਹੀ ਨਹੀਂ ਸੀ। ਅਸੀਂ ਦੋਵੇਂ ਸ਼ਾਮ ਦੀ ਚਾਹ ਤੇ ਗੱਲਾਂ ਕਰ ਰਹੀਆਂ ਸੀ। ਮੇਰੇ ਕੋਲ ਦੱਸਣ ਲਈ ਬਹੁਤ ਕੁਝ ਸੀ ਤੇ ਕੁਝ ਸੀ ਵੀ ਨਹੀਂ। 1 ਮਹੀਨੇ ਬਾਅਦ ਮੈਂ ਉੱਥੇ ਸੀ ਜਿੱਥੋਂ ਸ਼ੁਰੂਆਤ ਕੀਤੀ ਸੀ। ਇੰਜ ਲੱਗ ਰਿਹਾ ਸੀ ਜਿਵੇਂ ਵਿੱਚੋਂ ਦੀ ਇੱਕ ਉਮਰ ਬੀਤ ਗਈ ਜਾਂ ਉਹ ਰਾਤ ਦਾ ਕੋਈ ਖੂਬਸੂਰਤ ਸੁਪਨਾ ਸੀ। ਪਤਾ ਨਹੀਂ ਮੈਂ ਕਿਉਂ ਇੰਨਾ ਕੁਝ ਜਾਣਨ ਦੇ ਬਾਵਜੂਦ ਵੀ ਹਲਕੀ ਸੀ। ਮੈਂ ਕੁਝ ਜਿਉਂ ਕੇ ਆਈ ਸੀ, ਕੁਝ ਜਿਉਣਾ ਸਿੱਖ ਕੇ ਆਈ ਸੀ। ਲੰਡਨ ਪਹੁੰਚ ਕੇ ਮੇਰਾ ਇੱਕ ਸਕੂਲ ਵਿੱਚ ਇੰਟਰਵਿਊ ਸੀ। ਮੈਨੂੰ ਜਿਵੇਂ ਪਹਿਲਾਂ ਤੋਂ ਪਤਾ ਸੀ ਕਿ ਕੀ ਹੋਏਗਾ। ਉਹਨਾਂ ਨੇ ਮੇਰੇ ਤੋਂ ਕੀ ਪੁੱਛਣਾ ਹੈ, ਮੈਂ ਕੀ ਬੋਲਣਾ ਹੈ। ਸਕੂਲ ਦੀਆਂ ਗਰਮੀ ਦੀਆਂ ਛੁੱਟੀਆਂ 'ਚ ਮੈਂ ਫਿਰ ਦੁਨੀਆ ਦੇ ਦੂਜੇ ਪਾਸੇ ਜਾਵਾਂਗੀ। ਮੈਂ ਫਿਰ ਤੋਂ ਦੱਸਾਂਗੀ। ਅਖੀਰਲਾ ਭਾਗ ਹੈ ਸਭ ਤੋਂ ਬਾਅਦ ਹਮਵਤਨ ਕੁੜੀਆਂ ਦੇ ਨਾਮ। ਮੇਰੀ ਯਾਤਰਾ ਇੱਥੇ ਹੀ ਖਤਮ ਹੁੰਦੀ ਹੈ। ਇੱਥੋਂ ਪੈਰਿਸ ਤੇ ਫਿਰ ਉੱਥੋਂ ਵਾਪਸ ਲੰਡਨ, ਬਸ। ਪਰ ਮੇਰੀ ਯਾਤਰਾ ਅਜੇ ਸ਼ੁਰੂ ਹੋਈ ਹੈ ਤੇ ਤੁਹਾਡੀ ਵੀ। ਤੁਸੀਂ ਤੁਰਿਓ। ਆਪਣੇ ਪਿੰਡ 'ਚ ਨਹੀਂ ਤੁਰ ਸਕਦੀਆਂ ਤਾਂ ਆਪਣੇ ਸ਼ਹਿਰ 'ਚ ਤੁਰਿਓ। ਆਪਣੇ ਸ਼ਹਿਰ 'ਚ ਨਹੀਂ ਤੁਰ ਸਕਦੀਆਂ ਤਾਂ ਆਪਣੇ ਦੇਸ਼ 'ਚ ਤੁਰਿਓ। ਆਪਣਾ ਦੇਸ਼ ਵੀ ਮੁਸ਼ਕਿਲ ਪੈਦਾ ਕਰਦਾ ਹੈ ਤਾਂ ਤੁਰਨ ਵਿੱਚ ਤਾਂ ਇਹ ਦੁਨੀਆ ਵੀ ਤੇਰੀ ਹੀ ਹੈ। ਆਪਣੀ ਦੁਨੀਆ 'ਚ ਤੁਰਿਓ, ਪਰ ਤੁਸੀਂ ਤੁਰਿਓ। ਤੁਸੀਂ ਆਜ਼ਾਦ, ਬੇਫਿਕਰ, ਬੇਪਰਵਾਹ, ਬਿਨਾਂ ਕੰਮ, ਬਿਨਾਂ ਸ਼ਰਮ ਕੀਤੇ ਤੁਰਿਓ। ਤੁਸੀਂ ਆਪਣੀਆਂ ਚੁੰਨੀਆਂ ਸਾੜ ਕੇ, ਆਪਣੀਆਂ ਬਰਾ ਸਾਈਡ ਤੋਂ ਕੱਢ ਕੇ, ਖੁੱਲੇ ਫਰੋਕ ਪਾ ਕੇ ਤੁਰਿਓ, ਪਰ ਤੁਰਿਓ ਜ਼ਰੂਰ।
ਤੂੰ ਚੱਲੇਂਗੀ ਤਾਂ ਤੇਰੀ ਧੀ ਵੀ ਚੱਲੇਗੀ ਤੇ ਮੇਰੀ ਧੀ ਵੀ। ਫਿਰ ਆਪਣੀਆਂ ਸਭ ਦੀਆਂ ਧੀਆਂ ਚੱਲਣਗੀਆਂ ਤੇ ਜਦੋਂ ਸਾਰੀਆਂ ਇਕੱਠੀਆਂ ਤੁਰਨਗੀਆਂ ਤਾਂ ਸਭ ਆਜ਼ਾਦ, ਬੇਫਿਕਰ ਤੇ ਬੇਪਰਵਾਹ ਹੀ ਤੁਰਨਗੀਆਂ। ਦੁਨੀਆ ਨੂੰ ਸਾਡੇ ਤੁਰਨ ਦੀ ਆਦਤ ਹੋ ਜਾਏਗੀ। ਜੇ ਨਹੀਂ ਹੋਏਗੀ ਤਾਂ ਆਦਤ ਪਵਾਉਣੀ ਪਏਗੀ, ਪਰ ਡਰ ਕੇ ਘਰ ਵਿੱਚ ਹੀ ਨਾ ਰਹਿ ਜਾਇਓ। ਤੁਹਾਡੇ ਆਪਣੇ ਘਰ ਤੋਂ ਕਿਤੇ ਜ਼ਿਆਦਾ ਸੁਰੱਖਿਅਤ ਇਹ ਬੇਗਾਨੀ ਦੁਨੀਆ ਹੈ, ਉਹ ਕਿਤੇ ਜ਼ਿਆਦਾ ਤੇਰੀ ਆਪਣੀ ਹੈ। ਬਾਹਰ ਨਿਕਲਦੇ ਹੀ ਖੁਦ ਤੇ ਯਕੀਨ ਕਰੀ, ਖੁਦ ਤੇ ਯਕੀਨ ਕਰਦੇ ਹੋਏ ਘੁੰਮੀ। ਤੂੰ ਖੁਦ ਆਪਣਾ ਸਹਾਰਾ ਹੈ, ਤੈਨੂੰ ਕਿਸੇ ਸਹਾਰੇ ਦੀ ਜ਼ਰੂਰਤ ਨਹੀਂ। ਤੂੰ ਆਪਣੇ ਆਪ ਨਾਲ ਘੁੰਮੀ, ਆਪਣੇ ਦੁੱਖ, ਆਪਣੀਆਂ ਖੁਸ਼ੀਆਂ, ਆਪਣਾ ਇਕੱਲਾਪਣ ਸਭ ਨਾਲ ਲੈ ਕੇ ਇਸ ਦੁਨੀਆ ਦੇ ਦੁਰਲੱਭ ਖਜ਼ਾਨੇ ਲੱਭੀ। ਇਹ ਦੁਨੀਆ ਤੇਰੇ ਲਈ ਬਣੀ ਹੈ, ਇਹਨੂੰ ਦੇਖੀ ਜ਼ਰੂਰ, ਇਹਨੂੰ ਜਾਣੀ, ਇਹਨੂੰ ਜਿਉਈ। ਇਹ ਦੁਨੀਆ ਆਪਣੀ ਮੁੱਠੀ 'ਚ ਲੈ ਕੇ ਘੁੰਮੀ, ਇਸ ਦੁਨੀਆ 'ਚ ਗੁਆਚਣ ਲਈ ਘੁੰਮੀ, ਇਸ ਦੁਨੀਆ ਨੂੰ ਖੋਜਣ ਦੇ ਲਈ ਘੁੰਮੀ, ਇਸ ਵਿੱਚੋਂ ਕੁਝ ਹਾਸਲ ਕਰਨ ਲਈ ਘੁੰਮੀ ਤੇ ਕੁਝ ਗਵਾਉਣ ਲਈ ਘੁੰਮੀ। ਆਪਣੇ ਆਪ ਤੱਕ ਪਹੁੰਚਣ ਤੇ ਆਪਣੇ ਆਪ ਨੂੰ ਹਾਸਲ ਕਰਨ ਲਈ ਘੁੰਮੀ, ਪਰ ਤੂੰ ਘੁੰਮੀ ਜ਼ਰੂਰ। ਧੰਨਵਾਦ।